ਦੇ ਉੱਤੇ ਓਏ ਹੋਏ ਹੋਏ ਅੱਲਾ ਮਾਫ ਕਰੇ, ਅੱਲਾ ਮਾਫ ਕਰੇ, ਅੱਲਾ ਮਾਫ ਕਰੇ। ਆਪਣੇ ਮਾਮਲਾਤ ਨੂੰ ਆਪਣੇ ਤੱਕ ਰੱਖੇ ਜਾਣ। ਹਾਂ, ਤੁਸੀਂ ਮੇਰੀ ਜ਼ਾਤ ਦੇ ਉੱਤੇ ਗਾਲਾਂ ਗੂਲਾਂ ਕੱਢੋ, ਮੈਂ ਤੁਹਾਡੀ ਤੇ ਕੱਢਾਂ, ਗੱਲ ਚੱਲ ਜਾਏਗੀ, ਕੋਈ ਗੱਲ ਨਹੀਂ, ਫਿਰ ਕੀ ਹੋਇਆ। ਲੇਕਿਨ ਉਹਨੂੰ ਮਨਸੂਬ ਕਰ ਦੇਣਾ ਅੱਲਾ ਮਾਫ ਕਰੇ ਹਜ਼ੂਰ ਨਬੀ ਕਰੀਮ, ਕਿਆ ਤੁਹਾਡੇ ਉਹ ਨਬੀ ਕਰੀਮ ਨਹੀਂ? ਮਾਜ਼ ਅੱਲਾ, ਅਸਤਗਫਿरुल्लाह ਅਸਤਗਫਿरुल्लाह। ਔਰ ਇਹ ਮੇਰਾ ਪੈਗਾਮ ਪਹੁੰਚਾ ਦਿਓ ਆਪਣੇ ਸੁਹੇਬ ਭਾਈ ਨੂੰ ਵੀ ਤੇ ਯੂਸਫੀ ਭਾਈ ਨੂੰ ਵੀ ਕਿ ਜਿੰਨਾ ਤਿਕਰ ਆਪਣੇ ਮਲਕ ਕੈਸਰ ਸਾਹਿਬ ਤੋਬਾ ਨਹੀਂ ਕਰਦੇ, ਬਿਲਕੁਲ ਜਿਹੜਾ ਵੀ ਇਹਨਾਂ ਦਾ ਤਾਮਨ ਕਰੇਗਾ, ਸਾਥ ਦੇਗਾ, ਉਹ ਹੀ ਉਹਨਾਂ ਦੇ ਗੁਨਾਹ 'ਚ ਪੂਰਾ ਪੂਰਾ ਸ਼ਰੀਕ ਸਮਝਿਆ ਜਾਏਗਾ, ਪੂਰਾ ਪੂਰਾ ਸ਼ਰੀਕ ਸਮਝਿਆ ਜਾਏਗਾ। ਸ਼ਰੀਕੇ ਗੁਨਾਹ, ਕੋਈ ਮਸਲਤ ਨਹੀਂ, ਕੋਈ ਕੁਝ ਨਹੀਂ। ਇਹ ਜਿਹੜਾ ਵੇ ਨਾ, ਇਹ ਲਾਲੀ ਪਾਪ ਹੈ ਜੀ। ਅਸੀਂ ਮਸਲਤ ਦੇ ਜ਼ਰੀਏ ਕਰ ਰਹੇ ਹਾਂ, ਅਸੀਂ ਉਹ ਜਸੂਸੀਆਂ ਕਰ ਰਹੇ ਹਾਂ। ਕੋਈ ਇਹ ਕੀ, ਇਹ ਜਸੂਸੀ, ਇਹਨੂੰ ਕਹਿੰਦੇ ਨੇ ਜਸੂਸੀ, ਇਹ ਜਸੂਸੀ ਹੈ। ਕੋਈ ਤੁਹਾਡੀ ਤਰਬੀਅਤ ਨਹੀਂ, ਤੁਹਾਨੂੰ ਪਤਾ ਹੀ ਕੋਈ ਨਹੀਂ ਹੈ। ਮਲਕ ਕੈਸਰ ਸਾਹਿਬ ਤੁਹਾਨੂੰ ਲਾਲੀਪਾਪ ਇੱਕ ਦੇ ਰਹੇ ਨੇ, ਤੁਸੀਂ ਲਾਲੀਪਾਪ ਲਈ ਜਾ ਰਹੇ ਹੋ, ਇਹ ਗਲਤ ਹੈ ਬਈ ਨਾ, ਬਈ ਨਾ, ਬਿਲਕੁਲ ਨਹੀਂ। ਤੇ ਮੈਂ ਅਸਲ 'ਚ ਸਫ਼ਰ ਤੇ ਆ, ਮੈਨੂੰ ਪਤਾ ਹੀ ਨਹੀਂ ਹੈ ਮਾਮਲਾਤ ਕੀ ਚੱਲ ਰਹੇ ਨੇ, ਕੀ ਹੋ ਰਿਹਾ ਹੈ। ਉਰੇ ਤੇ ਇਹ ਪਾਣੀ ਸਰੋਂ ਵੱਧ ਗਿਆ, ਯਾਨੀ ਉੱਤੇ ਉੱਤੋਂ ਹੋ ਗਿਆ। ਮੁਫਤੀ ਸਾਹਿਬ ਮਾਜ਼ਰਤ ਇਹ ਤੁਹਾਡੀ ਗੱਲ ਗੱਲ, ਤੇ ਮੈਂ 4 ਦਿਨਾਂ ਦੀ ਇਹ ਵੀਡੀਓ ਦੇਖੀ ਹੈ, ਮੈਨੂੰ ਨਹੀਂ ਚੈਨ ਪਿਆ ਆਂਦਾ ਸੀ, ਮੈਂ ਤਾਂ ਪਾਗਲ ਹੋਇਆ। ਫਿਰ ਨਾ ਮੈਨੂੰ ਸਾਰੇ ਭੈੜਾ ਪੇ ਕਹਿੰਦੇ ਨਾ ਜੀ, ਇਹ ਕਲਮੇ ਕੁਫਰ ਹੈ, ਕਲਮੇ ਕੁਫਰ ਹੈ। ਇਹੋ ਹੀ ਤੇ ਕਾਦੀਆਨੀ ਕਰਦੇ ਨੇ, ਇਹੋ ਹੀ ਤੇ ਉਹ ਕਹਿੰਦੇ ਨੇ ਮਾਜ਼ ਅੱਲਾ ਅਸਤਗਫਿरुल्लाह। ਕਾਦੀਆਨੀ ਤੇ ਪਹਿਲੇ ਤੋਂ ਕਾਫਰ ਹੈ ਨਾ, ਉਹ ਇਹ ਕਾਦੀਆਨੀਆਂ ਵਾਲਾ ਕਲਮਾ ਹੈ, ਇਹ ਕਾਦੀਆਨੀਆਂ ਵਾਲਾ ਅਕੀਦਾ ਹੈ। ਮੁਫਤੀ ਸਾਹਿਬ ਜ਼ਰਾ ਇੱਧਰ ਵੀ ਸੁਣੀਓ ਸਰਕਾਰਾਂ, ਇਹ ਰਾਤੀ ਜਿਹੜੀ ਹੋਈ ਹੈ, ਰਾਤੀ ਸੁਣੀਓ ਜ਼ਰਾ। बात पूरी करें। आखिरी शरीयत आने वाली ला नबी आबादी, ला नबी आबादी। बात ये भी तो है ना, मगर ईसा ये बात बता। मैं ਤੁਹਾਨੂੰ ਵੀਡੀਓ ਸੁਣਾਣਾ, लेकिन ईसा ने फिर भी आया। ਮੈਂ ਤੁਹਾਨੂੰ ਵੀਡੀਓ ਸੁਣਾਣਾ ਕਿ ਉੱਥੇ ਕਿਹੜੀ ਉਹਨਾਂ ਕੀ ਕਹਿੰਦੇ ਨੇ ਜਗ੍ਹਾ ਦੇ ਉੱਤੇ ਸਰਕਾਰਾਂ ਬਹਿ ਕੇ ਤੇ ਕੀ ਹੋ ਰਿਹਾ ਹੈ। ਯਾ ਨਬੀ ਆਬਾਦੀ, ਪਹਿਲੇ ਤੇ ਤਾਰੁਫ ਕਰਵਾਓ ਨਾ, ਇਹ ਕੌਣ ਨੇ, ਕਿਦੀ ਬਰਾੜ ਹੈ, ਕੌਣ ਗੱਲ ਕਰ ਰਿਹਾ, ਕੋਈ ਤੋਰਾ ਤਾਰੁਫ ਕਰਾਓ ਪਹਿਲੇ। ਮੁਫਤੀ ਸਾਹਿਬ ਕਰਾਉਣਾ ਮੈਂ। ਇਹ ਜੀ ਉਮੇਰ ਬਾਪ ਦੀ ਲਾਈਵ ਹੈ, ਉਸਮਾਨ ਜ਼ਰਾ ਮੈਨੂੰ ਵੱਡਾ ਕਰੀ ਮੁਫਤੀ ਸਾਹਿਬ ਮਾਜ਼ਰਤ। ਇਹ ਦੇਖੋ ਜੀ, आप सब बात पूरी करें। आखिरी शरीयत आने वाली ला नबी आबादी, ला नबी आबादी। बात ये भी तो कहे ना, मगर ईसा ये बात बता। नबी आबादी, लेकिन ईसा ने फिर भी आया। मेरी बात सुने ना, ईसा बात ना करे, वरना सुने ना मेरी बात ना करे। ला नबी आबादी, मगर ईसा अलैहिस्सलाम में आना है। आपकी बात हमने सुनी है। ਇਹ ਦੇਖੋ ਜੀ, ਇਹ ਮੁਸਲਮਾਨੀ ਹੈ ਜੀ। ਦੂਸਰਾ ਇਹ ਮਲਕ ਦੀ ਸੁਣੋ, ਇਹ ਕੀ ਬਕਵਾਸ ਕਰਦਾ ਪਿਆ। ਇਹ ਤੇ ਸਮਝ ਕੁਝ ਨਹੀਂ ਆਈ ਇਹਦੇ 'ਚ, ਸਮਝ ਨਹੀਂ ਆਈ ਕਿ ਕੀ ਹੋਇਆ। ਇਹ ਗੱਲ ਟੌਪਿਕ ਦੂਸਰਾ ਵੇ, ਇਹਨੂੰ ਹਲੇ ਮਿਹਰਬਾਨੀ ਕਰੋ ਜ਼ਰਾ ਯਾਰ। ਇਹ ਤੇ ਗੱਲ ਕੋਈ ਹੋਰ ਹੋ ਰਹੀ ਹੈ, ਕੋਈ ਕੁਫਰ ਤੁਸੀਂ ਕਹਿਣ ਲੱਗੇ ਸੋ, ਕੁਫਰ ਕੋਈ ਕੀਤਾ ਹੈ। ਸ਼ਾਹ ਜੀ ਉਹ ਜਿਹੜੀ ਸ਼ਾਹਦ ਭਾਈ ਗੱਲ ਹਾਈਲਾਈਟ ਕਰ ਰਹੇ ਸੀਗੇ ਨਾ, ਉਹਦੇ ਵਿੱਚ ਮਰਜ਼ੈਣਾ ਬਿਠਾ ਕੇ ਨਾ ਡਾਲਰ ਕੁਈਨ ਉਮੇ ਰਬਾਬ ਜਿਹੜੀ ਹੈ, ਠੀਕ ਹੈ ਨਾ, ਉਹ ਉਹਨਾਂ ਦੇ ਕੋਲੋਂ ਨਾਤਾ ਪੜਾਉਣ ਲੱਗੀ ਹੈ ਮਿਰਜ਼ੇ ਦੇ ਉੱਤੇ।
ਉਹ ਇੱਕ ਟਾਪਿਕ ਲੱਗ ਗਏ ਜੀ ਜਨਾਬ, ਜੀ ਜੀ ਬਿਲਕੁਲ ਬਿਲकुल ਬਿਲकुल ਉਹ ਇੱਕ ਟਾਪਿਕ ਹੀ ਲੱਗ ਗਏ। ਮੁਫਤੀ ਸਾਹਿਬ ਮੈਂ ਅਰਜ਼ ਕਰ ਅਸੀਂ ਇੱਕ ਰਿਹਾ ਬੜੇ ਹਸਾਸ ਮਸਲੇ ਦੇ ਉੱਤੇ ਗੁਫ਼ਤਗੂ ਕਰ ਰਹੇ ਹਾਂ ਇਸ ਟਾਈਮ ਕਿ ਇਹ ਜਿਹੜਾ ਵੇ ਮੇਰੀ ਆਵਾਜ਼ ਨਹੀਂ ਪਤਾ ਨਹੀਂ ਆ ਰਹੀ ਜਾਂ ਕੀ ਹੈ, ਜੀ ਆ ਰਹੀ ਹੈ ਜਾਂ ਸਭ ਦਾ ਹੀ ਨੈਟ ਦਾ ਮਸਲਾ ਹੈ। ਮੁਫਤੀ ਸਾਹਿਬ ਤੁਹਾਡੀ ਆਵਾਜ਼ ਉਹ ਯਾਰ ਕੋਈ ਬੰਦਾ ਵਿੱਚ ਭਾਈ ਤੁਸੀਂ ਆਪਣੇ ਟਾਪਿਕ ਤੋਂ ਸਾਰੇ ਹਟ ਚੁੱਕੇ ਹੋ। ਆਪਣੀਆਂ ਬਰਾਡਾਂ ਜਿਹੜੀਆਂ ਨੇ ਨਾ ਉਹ ਖਤਮੇ ਨਬੂਵਤ ਦੀਆਂ ਕਰੋ, ਔਰ ਹੁਕਮੇ ਸ਼ਰੀ ਅਸੀਂ ਦੱਸ ਛੜਿਆ ਇੱਕ ਫਰੀਦਾ ਜਿਹੜਾ ਸੀ ਉਹ ਸਰ ਅੰਜਾਮ ਦੇ ਛੜੇ ਹੈ। ਬਕਾਇਆ ਰਜੂ ਕਰਨਾ, ਤੋਬਾ ਕਰਨਾ ਨਾ ਕਰਨਾ ਉਹ ਉਹਨਾਂ ਦੀ ਆਪਣੀ ਸਿਰ ਪੀੜ, ਬਸ ਗੱਲ ਖਤਮ ਹੋ ਗਈ, ਗੱਲ ਇੱਥੇ ਖਤਮ ਹੋ ਗਈ। ਉਹਨਾਂ ਦਾ ਰਾਹ ਉਹ, ਸਾਡਾ ਰਾਹ ਸਾਡਾ, ਬਸ ਗੱਲ ਖਤਮ। ਆਪਣਾ ਆਪਣਾ ਕੰਮ ਕਰੋ ਧਿਆਨ ਨਾਲ। ਅਸੀਂ ਹੁਣ ਇਹਨਾਂ ਦੇ ਨਾਵਾਂ ਦੇ ਉੱਤੇ ਤਾਂ ਬਰਾਡਾਂ ਨਹੀਂ ਨਾ ਚਲਾਉਣੀਆਂ ਸ਼ੁਰੂ ਕਰ ਦੇਣੀਆਂ ਕਿ ਹੁਣ ਬਈਏ ਅਸੀਂ ਤੇ ਲੰਬਾ ਟਾਈਮ ਦਈਏ ਔਰ ਇਹਨਾਂ ਦੇ ਉੱਤੇ ਗੁਫ਼ਤਗੂ ਸ਼ੁਰੂ ਕਰ ਦੇ। ਬਸ ਠੀਕ ਹੈ, ਜਾਓ, ਜਿਹੜਾ ਜਿੱਥੇ ਹੈ ਲੱਗਾ ਰਵੇ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ। ਅਸੀਂ ਬੰਦੇ ਆਂਦੇ ਜਾਂਦੇ ਬੜੇ ਵੇਖੇ ਨੇ ਇਹ ਬੜੇ ਗਏ, ਕੋਈ ਫਰਕ ਨਹੀਂ ਪੈਂਦਾ। ਬੰਦਿਆਂ ਕੰਮ ਰੁਕਿਆ ਤੇ ਨਹੀਂ, ਕੰਮ ਚੱਲ ਹੀ ਰਿਹਾ, ਅਜੇ ਤੱਕ ਚੱਲ ਰਿਹਾ, ਕੋਈ ਚੱਲਦਾ ਹੀ ਰਹਿਣਾ। ਇਹ ਮੇਰੇ ਹਜ਼ੂਰ ਦੀ ਖਤਮੇ ਨਬੂਵਤ ਦਾ ਕੰਮ ਹੈ, ਕੋਈ ਕਿਸੇ ਦੀ ਕੋਈ ਜਗੀਰ ਤੇ ਨਹੀਂ ਹੈ। ਹਾਂ ਗੱਲ ਹੈ ਵੇ ਕਿ ਸਟਾਈਲ ਅਲੱਗ-ਅਲੱਗ ਹੋ ਸਕਦਾ, ਲੇਕਿਨ ਉਹਦੇ ਚ ਇਹ ਵੇ ਕਿ ਹੁਣ ਕੁਫਰੀਆਤ ਤੇ ਨਹੀਂ ਅਸੀਂ ਹਜ਼ਮ ਕਰ ਸਕਦੇ ਨਾ। ਇੱਕ ਬੰਦਾ ਹੈ, ਉਹਦਾ ਅਕੀਦਾ ਤੇ ਬਿਲਕੁਲ ਠੀਕ ਹੈ, ਲੇਕਿਨ ਉਹ ਖਤਮੇ ਨਬੂਵਤ ਦਾ ਕੰਮ ਕਰ ਰਿਹਾ ਇੱਕ ਅਲੱਗ ਆਪਣੀ ਇੱਕ ਬਰਾੜ ਦੇ ਉੱਤੇ, ਜਾਂ ਆਪਣਾ ਉਹਦਾ ਇੱਕ ਸੈਟਅਪ ਠੀਕ ਹੈ, ਕਰੇ, ਕੋਈ ਮਸਲਾ ਨਹੀਂ, ਇਹਦਾ ਤੇ ਕੋਈ ਨਹੀਂ, ਕੋਈ ਹਰਜ ਨਹੀਂ। ਲੇਕਿਨ ਉਹ ਬੰਦਾ ਨਾਲ ਕੁਫਰੀਆਤ ਵੀ ਬਕੇ ਔਰ ਉਹਨੂੰ ਫਿਰ ਆਪਣੇ ਕੁਝ ਮੁਜਾਹਿਦੀਨ ਖਤਮੇ ਨਬੂਵਤ ਵੀ ਫਾਲੋ ਕਰ ਰਹੇ ਹੋਣ ਜਾਂ ਉਹਦੀ ਸਪੋਰਟ ਕਰ ਰਹੇ ਹੋਣ, ਫਿਰ ਇਹ ਕੰਮ ਖਰਾਬ। ਕੁਫਰ ਨਹੀਂ ਅਸੀਂ ਹਜ਼ਮ ਕਰ ਸਕਦੇ ਬਈ, ਇਹ ਕੁਫਰ ਹੈ ਬਈ, ਇਹ ਤੇ ਇਹਦੇ ਚ ਤੇ ਲਚਕ ਨਹੀਂ ਅਸੀਂ ਕੋਈ ਕਰ ਸਕਦੇ। ਅੱਲਾਹ ਮਾਫ ਕਰੇ, ਕੋਈ ਛੋਟੀ ਗੱਲ ਹੈ। ਹੁਣ ਇਹ ਪਤਾ ਕਿ ਇਹ ਕਲਮਾ ਤੇ ਇੱਕ ਵੇ, ਇਸ ਕਲਮੇ ਦੇ ਪਿੱਛੇ ਇੱਕ ਪੂਰੀ ਸਮਝ, ਇੱਕ ਪੂਰੀ ਇਮਾਰਤ ਖੜੀ ਹੈ ਅਕੀਦੇ ਦੀ, ਕਿ ਉਹ ਬੰਦਾ ਮੇਰੇ ਆਕਾ ਸੱਲੱਲਾਹੁ ਅਲੈਹਿ ਵਸੱਲਮ ਨੂੰ ਕੁਝ ਸਮਝਦੇ ਹੀ ਨਹੀਂ ਪਿਆ। ਇਹਦੇ ਤੋਂ ਬੜੇ ਨਤਾਇਜ ਅਖਜ਼ ਹੁੰਦੇ ਨੇ ਪਏ। ਇਹਦੇ ਤੇ ਤੁਹਾਡੇ ਈਮਾਨ ਔਰ ਕੁਫਰ ਦਾ ਮਸਲਾ ਖੜਾ ਹੋ ਰਿਹਾ ਕਿ ਤੁਸੀਂ ਪਿੱਛੇ ਪਰਦਾ ਕੁਝ ਹੋਰ ਤੇ ਨਹੀਂ। ਇਹ ਕੋਈ ਛੋਟੀ ਗੱਲ ਤੇ ਨਹੀਂ ਹੈ, ਇਹਨੂੰ ਕੋਈ ਇਗਨੋਰ ਤੇ ਨਹੀਂ ਕੀਤਾ ਜਾ ਸਕਦਾ। ਤੇ ਇਹ ਹੁਣ ਹੈ ਸਾਰੇ ਮਤਲਬ ਦੁਨੀਆਦਾਰ ਨੇ, ਇਹਨਾਂ ਨੂੰ ਤਾਂ ਨਹੀਂ ਪਤਾ ਸ਼ਰਈ ਮਸਾਇਲ ਦਾ। ਇਹ ਆਪਣੇ ਜਜ਼ਬਾਤ ਦੇ ਵਿੱਚ ਵਿਚਾਰੇ ਉਹ ਲੱਗੇ ਨੇ ਖੱਪ ਪਾਣ। ਸ਼ਰਈ ਮਸਲਾ ਜਿਹੜਾ ਵੇ ਉਹ ਤੁਹਾਨੂੰ ਮੈਂ ਅਰਜ਼ ਕੀਤਾ ਵੇ, ਇਹ ਜਾਓ ਜਾ ਕੇ ਕਿਸੇ ਵੀ ਮੁਫਤੀ ਕੋਲ ਫਤਵਾ ਲੈ ਲਓ, ਜਾ ਕੇ ਕਿਸੇ ਵੀ ਮਕਤਬੇ ਫਿਕਰ ਵਾਲੇ ਕੋਲ ਲੈ ਲਓ, ਜਾ ਕੇ ਫਤਵਾ ਲੈ ਲਓ, ਉਹ ਤੁਹਾਨੂੰ ਆਪੇ ਹੀ ਦੱਸਣਗੇ। ਸਾਡੀ ਗੱਲ ਤੇ ਯਕੀਨ ਨਹੀਂ ਹੈ ਤੇ ਜਾ ਕੇ ਜਿਹਨੂੰ ਮਰਜ਼ੀ ਪੁੱਛ ਲੈਣ। ਜਿਹੜੇ ਮੁਫਤੀ ਸਾਹਿਬ ਇਹਨਾਂ ਦੇ ਨਾਲ ਬੈਠ ਰਹੇ ਨੇ ਉਹ ਵੀ ਇਸ ਜ਼ੁਮਰੇ ਚ ਆਉਣਗੇ ਔਰ ਉਹਨਾਂ ਦਾ ਵੀ ਆਉਣਗੇ, ਬਿਲਕੁਲ ਆਉਣਗੇ। ਜਿਹੜਾ ਕੁਫਰ ਦੀ ਹਮਾਇਤ ਕਰੇ, ਬਿਲਕੁਲ ਜਿਹੜਾ ਕੁਫਰ ਦੀ ਹਮਾਇਤ ਕਰੇਗਾ, ਮਨ ਸ਼ੱਕਾ ਫੀ ਕੁਫਰ ਹੀ ਫਕਦ ਕਾਫਰ, ਜਿਨ੍ਹਾਂ ਨੇ ਕੁਫਰ ਦੇ ਵਿੱਚ ਵੀ ਸ਼ੱਕ ਕੀਤਾ ਉਹ ਵੀ ਕਾਫਰ ਹੋ ਜਾਏਗਾ। ਇਹ ਵੀ ਅਸੂਲ ਹੈ, ਕਾਫਰ ਦੇ ਕੁਫਰ ਦੇ ਵਿੱਚ ਸ਼ੱਕ ਕਰਨ ਵਾਲਾ ਖੁਦ ਕਾਫਰ ਹੋ ਜਾਂਦਾ ਹੈ। ਹਾਂ ਆਮਨ ਨਜ਼ੀਰ ਸਾਰੇ ਉੱਥੇ ਬੈਠੇ ਦੇ ਨੇ, ਯਾਨੀ ਕਿ ਜੋ ਵੀ ਹੈ। ਨਹੀਂ ਵੇਖੋ, ਉਹ ਇੱਕ ਅਲੱਗ ਮਸਲਾ ਹੈ ਕਿ ਜਿਹਨੂੰ ਅਜੇ ਪਤਾ ਹੀ ਨਹੀਂ ਇਸ ਮਸਲੇ ਦਾ, ਉਹਨਾਂ ਤੱਕ ਇਹ ਮਸਲਾ ਪਹੁੰਚਾ ਦੇਵੋ। ਹਾਂ, ਉਹਨਾਂ ਨੂੰ ਇਹ ਵੀ ਕਹਿ ਦਿੱਤਾ ਜਾਏ, ਸਾਨੂੰ ਮੁਫਤੀ ਮੁਬਸ਼ਰ ਦੇ ਇਫਤਾਹ ਦੇ ਉੱਤੇ ਅਗਰ ਯਕੀਨ ਨਹੀਂ ਤੁਹਾਨੂੰ, ਕੋਈ ਮਸਲਾ ਨਹੀਂ, ਆਪਣੇ ਕਿਸੇ ਮੁਫਤੀ ਕੋਲੋਂ ਫਤਵਾ ਲੈ ਲਵੋ ਤੇ ਸਾਨੂੰ ਦੱਸ ਦਿਓ। ਨਾ ਇੰਜ ਕੁਫਰ ਨਹੀਂ ਸਾਨੂੰ ਕਬੂਲ ਹੈ, ਕੁਫਰ ਦੀ ਅਸੀਂ ਹਮਾਇਤ ਨਹੀਂ ਕਰ ਸਕਦੇ, ਬਿਲਕੁਲ ਨਹੀਂ। ਗੱਲ ਕੁਝ ਹੋਰ ਨਿਕਲਦੀ ਹੈ ਪਈ। ਗੱਲ ਮੈਨੂੰ ਇਹਨਾਂ ਨੇ ਇਹ ਲਾਲੀ ਪਾਪ ਦਿੱਤਾ,
ਉਹ ਵੀ ਹਜੇ ਤੱਕ ਮਤਲਬ ਕੈਸਰ ਸਾਹਿਬ ਨੇ ਤੇ ਮੇਰੇ ਨਾਲ ਇੱਕ ਵਾਰੀ ਵੀ ਰਾਬਤਾ ਨਹੀਂ ਕੀਤਾ। ਮਤਲਬ ਕੈਸਰ ਸਾਹਿਬ ਨੂੰ ਕੱਲ ਹੀ ਮੈਂ ਮੈਸੇਜ ਕੀਤਾ ਵੇ WhatsApp ਦੇ ਉੱਤੇ, ਉਹਦਾ ਮੈਂ ਸਕਰੀਨਸ਼ਾਟ ਵਿਖਾ ਸਕਦਾ। ਉਹਨਾਂ ਨੇ ਰੀਡ ਵੀ ਕੀਤਾ ਹੈ। ਮੈਂ ਕਿਹਾ ਜੀ ਪਹਿਲੇ ਮੈਂ ਕਾਲ ਕੀਤੀ, ਡਾਇਰੈਕਟ ਕਾਲ ਕੀਤੀ ਹੈ, ਕੋਈ ਮੈਸੇਜ ਨਹੀਂ ਸੀ ਕੀਤਾ, ਡਾਇਰੈਕਟ ਕਾਲ। ਰਿੰਗਿੰਗ ਹੋ ਰਹੀ ਸੀ, ਇਹਨਾਂ ਨੇ ਕਾਲ ਨਹੀਂ ਚੁੱਕੀ। ਹੋ ਸਕਦਾ ਮਸਰੂਫ ਹੋਣ, ਕੋਈ ਮਸਲਾ ਨਹੀਂ। ਮੈਸੇਜ ਕੀਤਾ, ਮੈਂ ਕਿਹਾ ਜੀ ਫ੍ਰੀ ਹੋ ਕੇ ਕਾਲ ਕਰੋ ਮੈਨੂੰ। ਇਹਨਾਂ ਮਸਾਇਲ ਦੇ ਉੱਤੇ ਮੈਂ ਗੁਫ਼ਤਗੂ ਕਰਨੀ ਸੀ ਕਿ ਭਾਈ ਪਹਿਲੇ ਬੰਦੇ ਦਾ ਮੌਕਫ ਤੇ ਲਈਏ, ਚਾਹੁੰਦਾ ਕੀ ਹੈ ਪਿਆ, ਕੀ ਮਾਮਲਾਤ ਨੇ, ਕੀ ਕੋਈ ਪਤਾ ਤੇ ਚੱਲੇ। ਉਹਨਾਂ ਨੇ ਪਕੜਾਈ ਨਹੀਂ ਦਿੱਤੀ, ਬਿਲਕੁਲ ਨਹੀਂ ਪਕੜਾਈ ਦਿੱਤੀ। ਫਿਰ ਇਹਨਾਂ ਦੀ ਬਰਾੜ ਦੇ ਉੱਤੇ ਜਾ ਕੇ ਅਸੀਂ ਕੋਸ਼ਿਸ਼ ਕੀਤੀ ਹੈ। ਇਹਨਾਂ ਨੇ ਉਹ ਤੱਲਾ ਸਾਹਿਬ ਬੈਠੇ ਨੇ ਕਾਦੀਆਨੀ ਮੁਰੱਬੀ, ਉਹਨਾਂ ਦੀ ਮੌਜੂਦ ਹੋਰ ਵੀ ਮੁਰੱਬੀ ਬੈਠੇ ਸਨ, ਮੈਨੂੰ ਥੱਲੇ ਲਾ ਕੇ ਤੇ ਉੱਥੇ ਵੀ ਇਹਨਾਂ ਨੇ ਲਫ਼ਜ਼ ਬੜਾ ਗਲਤ ਬੋਲਿਆ ਸੀ, ਲੇਕਿਨ ਉਹਦੀ ਚਲੋ ਥੋੜੀ ਬਹੁਤ ਤਵੀਲ ਹੋ ਜਾਂਦੀ ਹੈ, ਉਹਦੇ ਉੱਤੇ ਮੈਂ ਇੰਨਾ ਰਿਐਕਸ਼ਨ ਨਹੀਂ ਦਿੱਤਾ। ਇਹਨਾਂ ਨੇ ਕਿਹਾ ਜੀ 7 ਸਾਲ ਇਹ ਪੜ੍ਹੇ ਨੇ ਤੇ ਕੁਰਾਨ ਦੀ ਇਸ ਨਾਲ ਇਹਨਾਂ ਦਾ ਮੂੰਹ ਬੰਦ ਕਰੋ। ਇਹ ਲਫ਼ਜ਼ ਸਨ ਇਹਨਾਂ ਦੇ, ਚੁੱਕ ਕੇ ਮੂੰਹ ਤੇ ਮਾਰੋ ਦਲੀਲ, ਯਾਨੀ ਕੁਰਾਨ ਦੀ ਇਸ ਦੀ। ਕਿਉਂਕਿ ਇਹਨਾਂ ਨੇ ਕੁਰਾਨ ਦੀ ਇਸ ਪਹਿਲੇ ਬੋਲ ਛੜਿਆ ਸੀ, ਇਹ ਲਫ਼ਜ਼ ਬਾਅਦ ਚ ਬੋਲਿਆ ਸੀ। ਇਸ ਵਾਸਤੇ ਇਥੋਂ ਨਾ ਕੋਈ ਥੋੜੀ ਜਿਹੀ ਬਚਤ ਨਿਕਲਦੀ ਹੈ ਪਈ, ਕੁਫਰ ਦਾ ਹੁਕਮ ਨਹੀਂ ਲੱਗੇਗਾ। ਨਹੀਂ ਤੇ ਇਹ ਕਹਿਣਾ ਕਿ ਕੁਰਾਨ ਦੀ ਚੁੱਕ ਕੇ ਦੇ ਮੂੰਹ ਤੇ ਮਾਰੋ, ਇਹ ਖੁਦ ਕਲਮਾ ਕੁਫਰ ਹੈ। ਤੇ ਬਹਰਹਾਲ ਉੱਥੇ ਤੇ ਅਸੀਂ ਕੋਈ ਸਬਰ ਹੀ ਕਰ ਗਏ ਕਿ ਉੱਥੇ ਸਾਡੀ ਜ਼ਾਤ ਵਿੱਚ ਕੋਈ ਆ ਗਈ ਸੀ। ਮੈਂ ਕਿਹਾ ਛੱਡੋ, ਇਗਨੋਰ ਕਰੋ, ਇਹ ਆਪਣੀ ਜ਼ਾਤ ਦਾ ਮਸਲਾ, ਜ਼ਾਤਾਂ ਸਾਡੀਆਂ ਕੀ ਨੇ, ਕੋਈ ਮਸਲਾ ਨਹੀਂ। ਲੇਕਿਨ ਇਹ ਜਿਹੜੀ ਚੀਜ਼ ਹੈ ਤੇ ਬੜੀ ਇੱਕ ਖਤਰਨਾਕ ਜਿਹੀ ਹੈ ਨਾ ਜੀ, ਬੜੀ ਖਤਰਨਾਕ। ਮੈਂ 4 ਦਿਨ ਪਹਿਲਾਂ ਇਹ ਵੀਡੀਓ ਦੇਖੀ ਸੀ ਔਰ ਮੈਂ ਕੋਈ ਇਹਦੇ ਉੱਤੇ ਰੱਦੇ ਅਮਲ ਨਹੀਂ ਸੀ ਕੀਤਾ ਹੈ। ਮੈਂ ਸਿਰਫ ਔਰ ਸਿਰਫ ਪਰਸਨਲ ਚ ਰਾਬਤਾ ਕਰਕੇ ਇਸ ਚੀਜ਼ ਨੂੰ ਕਿ ਤੁਸੀਂ ਯਾਰ ਅਰਸਲਾਨ ਗੁੱਜਰ, ਅਰਸਲਾਨ ਅੱਛਾ ਜੀ, ਯਾਰ ਤੂੰ ਵਿੱਚ ਪੈ ਤੇ ਇਹ ਬੰਦੇ ਨੂੰ ਸਮਝਾ ਜ਼ਰਾ। ਸ਼ਾਹ ਜੀ ਮੈਂ ਗਿਆ ਸੀਗਾ, ਮੈਂ ਆਪਣੇ ਤੌਰ ਤੇ ਨਾ, ਮੈਂ ਕੰਮ ਠੰਡਾ, ਮੇਰੀ ਯੂਸਫੀ ਨਾਲ ਹੋਈ ਸੀ ਗੱਲ, ਲੇਕਿਨ ਉਹ ਯੂਸਫੀ ਯਾਰ ਠੰਡੇ ਗਰਮ ਦੀ ਕੰਮ ਨਹੀਂ ਕਾਕਾ ਜੀ, ਇਮਾਨੋ ਕੁਫਰ ਦਾ ਮਸਲਾ ਹੈ। ਜੀ ਜੀ ਸ਼ਾਹ ਜੀ ਮੈਂ ਚਲੇ ਠੰਡੇ ਗਰਮ ਨਹੀਂ, ਐਸੇ ਤੁਹਾਡੇ ਨੂੰ ਗਰਮ ਹੋਣਾ, ਗਰਮ ਹੋਣ ਕੋਈ ਗੱਲ ਨਹੀਂ, ਗੱਲ ਇਮਾਨੋ ਕੁਫਰ ਦੀ ਹੈ। ਉਹਨਾਂ ਨੂੰ ਇਹ ਮਸਲਾ ਸਮਝਾਓ, ਇਹ ਪਾਗਲੋ ਕੀ ਕਰਦੇ ਹੋ ਪਏ। ਮੈਂ ਸ਼ਾਹ ਜੀ ਹੁਣੇ ਹੀ ਜਾਣਾ ਮੈਂ ਉਹਨਾਂ ਨੂੰ ਇਹ ਸਮਝਾਣਾ ਹੈ, ਉਹ ਭਾਈ ਜੀ ਤੁਸੀਂ ਤੇ ਈਮਾਨ ਤੋਂ ਨਿਕਲਦੇ ਹੋ ਪਏ, ਬਲਕਿ ਨਿਕਲ ਗਏ ਹੋ। ਇਹਦੀ ਐਲਾਨੀਆਂ ਗੁਨਾਹ ਦੀ ਐਲਾਨੀਆਂ ਤੋਬਾ ਕਰੋ, ਤਜਦੀਦੇ ਈਮਾਨ ਕਰੋ, ਕਿਸੇ ਸਾਹਿਬ ਇਲਮ ਨੂੰ ਵਿੱਚ ਪਾਓ, ਈਮਾਨ ਲਿਆਓ ਦੁਬਾਰਾ। ਉਹ ਤਰੀਕਾ ਕਰ ਹੈ ਨਾ, ਇੱਕ ਤਜਦੀਦੇ ਈਮਾਨ ਦਾ ਆਪਣਾ ਇੱਕ ਤਰੀਕਾ ਹੈ ਜੀ ਸ਼ਾਹ ਜੀ। ਜਿਹੜਾ ਛੁਪ ਕੇ ਗੁਨਾਹ ਹੁੰਦਾ ਉਹਦੀ ਛੁਪ ਕੇ ਤੋਬਾ ਹੁੰਦੀ ਹੈ, ਜਿਹੜੀ ਐਲਾਨੀਆਂ ਗੁਨਾਹ ਹੁੰਦਾ ਉਹਦੀ ਐਲਾਨੀਆਂ ਤੋਬਾ ਹੋਏਗੀ, ਕਿਉਂਕਿ ਇੰਨੀ ਦੁਨੀਆ ਗਵਾਹ ਬਣ ਚੁੱਕੀ ਹੈ। ਸਾਡੇ ਮੁਹਤਰਮ ਜਿਹੜੇ ਉੱਥੇ ਬੈਠੇ ਸੁਣ ਰਹੇ ਹੋਣਗੇ, ਜਦੋਂ ਉਹ ਵੀ ਮੁਤਲੇ ਹੋਣਗੇ ਇਹ ਕਲਮਾ ਕੁਫਰ ਦੇ ਉੱਪਰ, ਤੇ ਫਿਰ ਉਹਨਾਂ ਨੂੰ ਵੀ ਤੋਬਾ ਲਾਜ਼ਮੀ ਹੈ ਕਿ ਅਸੀਂ ਬੈਠੇ ਤੇ ਉਹ ਭਾਈ ਜੀ ਇਹ ਵੇਖੋ ਥੱਲੇ ਕਿੰਨੇ ਮੁਸਲਮਾਨ ਭੋਲੇ ਭਾਲੇ ਬੈਠੇ ਹੋਣਗੇ, ਮਾਜ਼ਅੱਲਾ ਉਹਨਾਂ ਦੇ ਕੋਲ ਅਕੀਦਾ ਕੀ ਗਿਆ ਹੋਏਗਾ ਕਿ ਅਸੀਂ ਇੰਜ ਕਹਿ ਸਕਨੇ ਆ। ਇਹੋ ਹੀ ਨਾ ਜੀ ਜੀ ਉਹ ਭਾਈ ਉਹਨਾਂ ਦਾ ਉਹ ਅਕੀਦਾ ਬਣ ਗਿਆ ਵੇ। ਹੁਣ ਉਹਨਾਂ ਦੇ ਅਕੀਦੇ ਨੂੰ ਕੌਣ ਹੁਣ ਲੱਭ ਕੇ ਕਿੱਥੋਂ ਲੱਭੀਏ ਬੰਦੇ, ਓਏ ਹੋਏ ਗੱਲ ਕਿੱਥੇ ਟੁਰ ਗਈ ਹੈ। ਸ਼ਾਹ ਜੀ ਮੈਂ ਜਾਂਦਾ ਹੁਣੇ ਦੂਜੀ ਆਈਡੀ ਤੋਂ ਨਾ, ਮੈਂ 1 ਮਿੰਟ ਦੂਜਾ ਸੈੱਲ ਫੋਨ ਚੱਕ ਲਿਆ। ਆਪਣੇ ਹਿਸਾਬ ਨਾਲ ਸਮਝਾਓ ਇਹਨਾਂ ਨੂੰ, ਆਪਣੇ ਹਿਸਾਬ ਨਾਲ ਸਮਝਾਓ ਇਹਨਾਂ ਨੂੰ। ਉਸਤਾਦ ਮੁਹਤਰਮ ਇਹ ਸਲਾਨ ਭਾਈ ਉੱਥੇ ਜਾਣਗੇ, ਉਹ ਦੱਸਣਗੇ ਕਿ ਤੁਸੀਂ ਕਲਮਾ ਕੁਫਰ ਬੋਲਿਆ ਹੈ, ਤੇ ਉਹਦੇ ਉੱਪਰ ਸ਼ਾਹ ਜੀ ਨੇ ਇਹ ਫਤਵਾ ਦਿੱਤਾ ਹੈ। ਤੇ ਉੱਥੇ ਇਹਨਾਂ ਨੇ ਬਜਾਏ ਸਮਝਣ ਤੋਂ ਦੇਖਣਾ ਜੇ ਹੋਰ ਗੁਸਤਾਖੀਆਂ ਸ਼ੁਰੂ ਕਰ ਦੇਣੀਆਂ ਜੀ, ਕਿਉਂਕਿ ਮੈਂ ਜਿੱਥੇ ਤੱਕ ਮੈਨੂੰ ਲੱਗ ਰਿਹਾ। जी उस्मान भाई, उसका हाल ये है कि मेरी उससे है गुफ्तगू, तो मैं उसको अपने अंदाज से समझा सकता हूँ, बाकी जैसे आप बेहतर समझे। हाँ, हर कोई समझाए ना समझाए। हमारी तो काल वो हमारी काल तो वो उठा नहीं रहे। मैंने तो देखो ना एक फरीजा अदा किया, मैंने कहा जी मैं पर्सनल में राब्ता करता हूँ, पहले वो किया, वो कोई नहीं। अब क्या करें। अच्छा, वो सुहेब से मेरी बात हुई, सुहेब कहने लगा जी मैं
अगर तो ऐसे ही है तो मैं इनको समझाता हूँ और इनको तौबा करवाता हूँ। मैंने कहा जी आप ऐसा करें, खुद कॉल कर लें पर्सनल में, उसकी रिकॉर्डिंग मुझे भेज दें, कोई मसला नहीं। वो अभी तक रिकॉर्डिंग कोई नहीं आई। हुआ यही होगा कि सुहेब ने राब्ता किया होगा, उन्होंने पकड़ाई नहीं दी होगी, ये हुआ होगा। सुहेब सुहेब है या यूसुफी है, इनके अकायद में हमें कोई शक नहीं है। कट्टर सुन्नी है, मुसलमान है, आशिक रसूल है। वो सिर्फ ये दोनों बेचारे कोशिश कर रहे हैं कि कैसर मतलब कैसर साहब को कोई समझाने की, या वो इस तरह का बीच में ये जलील हो रहे हैं। ये दोनों बेकसूर है। मलक कैसर साहब का मसला कुछ अलग है, ये बाज़ नशी कर लें। अच्छा कासिम, अच्छा तुम कह रहे हो कि मेरा राब्ता है, मैं उसको समझा लूँगा। अच्छा वो रोज़ ये बात करता है कि भाई मिर्ज़ा कादियानी से कोई दावे नबूवत साबित ही नहीं है, और मिर्ज़ा इंजीनियर ने बिल्कुल सही बात की है और फ़िरक़ों की दुकानें बंद कर दी हैं। तो तब जो तुम्हारे राब्ते में था वो या है अभी, तो तब नहीं तुमने कोई समझाया उसको? कासिम साहब खुद वहाँ पे जाके बैठते हैं उनके पास, और बड़ा अच्छा इनका उसको तरीका है। उसको कल मैंने तहरीरें पढ़ी हैं, वो रूहानी जिल्द 22 पे है ना, मिर्ज़ा का दावा जो है, उम्मती नबी का दावा, वो उसको पूरी 6-7 पेज पढ़ाए हैं और उसको बताया भी है कि भाई ये देख लो, यहाँ पे उम्मती नबी का दावा है उनका। नहीं, ये यहाँ तो पे मिर्ज़ा सीधा सीधा इंजीनियर भी ये कह कहता देना कि है। दावा ही नहीं, नहीं है। नहीं, ये तो मिर्ज़ा इंजीनियर भी कहता है कि भाई कोई दावा नबूवत साबित नहीं है। अच्छा, हाँ, ये एक जो इस्तिलाह है। वो मिलाद कॉन्फ्रेंस कराई, कोई दावत की और महफिल नात, भाई ये चीजें ड्रामे बड़े देखे हुए हैं हमने। कोई महफिल नात किसी का करवा लेना, या घर के अंदर कोई वो फिजाने सुन्नत रखी हुई होना, लो जी बहारे शरीफ रखी है? ये कैसी बातें अजीब सी है मुफ्ती ये। साहब माजरत, हालांकि मतलब कैसर अहले हदीस है और अहले हदीस ਤੇ ਮਿਲਾਦ ਕਰਵਾਉਂਦੇ ਹੀ ਨਹੀਂ। ਉਹ ਚਲੋ ਯਾਰ, ਸਾਨੂੰ ਨਹੀਂ ਉਹ ਉਹਨਾਂ ਦਾ ਮਕਤਬੇ ਨਹੀਂ ਫਿਕਰ ਨਹੀਂ ਜਿਹੜਾ ਨਹੀਂ ਵੀ ਹੈ। ਨਹੀਂ ਇੱਕ ਅਰਜ਼ ਹੈ ਸਾਨੂੰ ਮੈਂ ਵੇਖੋ ਨਾ, ਕਰ ਅਸੂਲ ਰਿਹਾ। ਤੇ ਰਹੀਦਾ ਹੁੰਦਾ ਮਲਕ, ਅਸੂਲੀ ਗੱਲ ਕਰੀਦੀ ਹੁੰਦੀ ਏ। ਅਸੀਂ ਇਹ ਜਿਹੜੀ ਹੈ ਨਾ, ਇਹ ਚੀਜ਼ ਹਜੇ ਅਸੀਂ ਉਹਨੂੰ ਵੇਖਨੇ ਆ ਪਏ। ਹਾਂ, ਇਹ ਆਪਣੇ ਸਾਨੂੰ ਨਹੀਂ ਪਤਾ, ਇਹਨਾਂ ਦਾ ਅਕੀਦਾ ਹੀ ਨਹੀਂ ਕੋਈ ਸਮਝ ਆ ਰਿਹਾ। ਗੱਲ ਅਕੀਦੇ ਦੀ ਮੁੱਕਦੀ ਏ। ਸਾਨੂੰ ਕਿਸੇ ਦੇ ਵਾਬੀ ਸੁੰਨੀ ਸ਼ੀਆ ਦਿਓਬੰਦੀ ਹੋਣ ਚ ਕੋਈ ਨਹੀਂ। ਉਹ ਉਹਨਾਂ ਦਾ ਆਪਣਾ ਫੇਲ, ਉਹ ਜਾਣਨ, ਉਹਨਾਂ ਦਾ ਮਾਮਲਾ ਜਾਣੇ, ਜੋ ਵੀ ਹੈ। ਵੇਖੋ ਨਾ, ਅਹਿਲੇ ਹਦੀਸ ਦੀ ਗੱਲ ਅਗਰ ਕਰਦੇ ਹੋ ਤੇ ਆਮਿਰ ਨਜ਼ੀਰ ਸਾਹਿਬ ਨੇ ਅਹਿਲੇ ਹਦੀਸ ਨੇ, ਲੇਕਿਨ ਅੱਜ ਤੱਕ ਮਤਲਬ ਤੁਸੀਂ ਵੀ ਟਿਕਟਾਕ ਤੇ ਸਾਰੇ ਹੀ ਹੋ, ਕਦੀ ਕੋਈ ਐਸੀ ਕੋਈ ਸਾਡੇ ਔਰ ਉਹਨਾਂ ਦੇ ਦਰਮਿਆਨ ਕਦੀ ਕੋਈ ਹੋਈ ਹੈ? ਕਦੀ ਨਹੀਂ। ਅਕੀਦਾ ਤੇ ਠੀਕ ਹੈ ਨਾ ਸਾਡਾ, ਖਤਮੇ ਨਬੂਵਤ ਦੇ ਉੱਤੇ ਤੇ ਅਸੀਂ ਸਾਰੇ ਇੱਕ ਹਨ। ਤੇ ਮਲਕ ਕੈਸਰ ਸਾਹਿਬ ਦਾ ਮਾਮਲਾ ਕੁਝ ਹੋਰ ਨਿਕਲਦਾ ਹੈ ਪਿਆ ਵਿੱਚੋਂ। ਹਾਂਜੀ, ਗੱਲ ਕੁਝ ਹੋਰ ਨਿਕਲਦੀ ਹੈ ਪਈ। ਅਸੀਂ ਤੇ ਬੇਸ ਬਣਾਉਣਾ ਅਕਾਇਦ ਨੂੰ। ਉਹ ਭਾਈ ਅਕੀਦਾ ਕੀ ਹੈ ਤੁਹਾਡਾ? ਅਕੀਦੇ ਨੂੰ ਬੇਸ ਬਣਾਉਣਾ, ਇਹ ਗੱਲਾਂ ਨੇ। ਮੇਰੀ ਅਰਜ਼ ਕਰਨ ਦਾ ਮਕਸਦ ਇਹ ਸੀ ਕਿ ਉਹ ਨਾ ਇਹਨਾਂ ਨੂੰ ਗੁੰਮਰਾਹ ਆਪਣੀ ਤਰਫ ਕਰ ਰਿਹਾ ਹੈ, ਔਰ ਝੂਠੀਆਂ ਸੱਚੀਆਂ ਲਾ ਕੇ ਜੀ ਅਸੀਂ ਇੱਕ ਪਲੈਨਿੰਗ ਤੇ ਹਾਂ, ਸਾਡੇ ਇੱਕ ਮਾਮਲਾਤ ਨੇ। ਇਹੋ ਹੀ ਤੇ ਮੁਫਤੀ ਸਾਹਿਬ, ਇਹ ਅਸੀਂ ਪਲੈਨਿੰਗਾਂ ਨੂੰ ਜਿੰਜ ਉਹਨੇ ਕਿਹਾ ਨਾ ਕਿ ਅਸੀਂ ਇਹ ਇਹਨਾਂ ਦੇ ਮੂੰਹ ਦੇ ਉੱਤੇ ਮਾਰਾਂਗੇ, ਸਾਨੂੰ ਐਸੀ ਨਹੀਂ, ਉਹ ਪਲੈਨਿੰਗਾਂ, ਇੰਜ ਦੀਆਂ ਐਸਾ ਪਲੈਨਿੰਗਾਂ ਨਹੀਂ ਪੈਸਾ। ਸਾਨੂੰ ਚਾਹੀਦੀਆਂ ਭਾਈ ਜੀ, ਹਾਂ ਇੰਜ ਦੀਆਂ। ਬਿਲਕੁਲ। ਇਹ ਅਸੀਂ ਖੁੱਲੇ ਡੁੱਲੇ ਬੰਦੇ ਆ ਜਨਾਬ, ਕਿ ਅਸੀਂ ਸਿੱਧੀ ਸਿੱਧੀ ਗੱਲ ਕਰਨੀ ਹੁੰਦੀ ਹੈ, ਜੋ ਕੁਝ ਹੈ ਮੂੰਹ ਤੇ ਹੁੰਨੇ ਆ। ਸਾਨੂੰ ਇੰਜ ਦੀਆਂ ਮਸਲਤਾਂ ਦੀ ਲੋੜ ਨਹੀਂ। ਕੀ ਇੰਜ ਕੀ ਕਾਦੀਆਨੀਅਤ ਖਤਮ ਹੋ ਜਾਏਗੀ? ਇਹ ਜੇ ਕਿਹੜੇ ਚੱਕਰ 'ਚ ਪਏ ਨੇ? ਕੀ ਕਰ ਚਾਹੁੰਦੇ ਕੀ ਨੇ ਪਏ? ਹਾਂਜੀ, ਹੋਏਗਾ ਕੀ ਹੋਏਗਾ? ਹਾਂਜੀ, ਤੇ ਅਸੀਂ ਭਾਈ ਜੀ ਨਾ ਭਾਈ ਨਾ, ਦੋ ਰੰਗੀ ਸਾਨੂੰ ਮਨਜ਼ੂਰ ਨਹੀਂ। ਬੰਦੇ ਨੂੰ ਅਸੀਂ ਅਕੀਦੇ ਦੀ ਬਣਾ ਤੇ ਜਾਂਚ ਪੜਤਾਲ ਕਰਨੀ ਹੁੰਦੀ ਹੈ। ਸਾਨੂੰ ਤਾਂ ਨਹੀਂ ਪਤਾ ਢਿੱਡ 'ਚ ਕੀ ਹੈ। ਜੋ ਮੂੰਹ ਤੋਂ ਅਸੀਂ ਸੁਣਾਂਗੇ, ਵੇਖਾਂਗੇ, ਬੰਦੇ ਦਾ ਪਤਾ ਚੱਲ ਜਾਏਗਾ ਬੰਦਾ ਕੀ ਹੈ। ਬਸ ਗੱਲ ਖਤਮ ਹੁੰਦੀ ਹੈ। ਸਾਨੂੰ ਨਹੀਂ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ।
ਕੋਈ ਅਮਰੀਕਾ ਬੈਠਾ ਹੈ, ਅਫਰੀਕਾ ਬੈਠਾ ਹੈ, ਜਾਂ ਪਾਕਿਸਤਾਨ ਬੈਠਾ ਹੈ, ਜਾਂ ਕਿਤੇ ਪਿੰਡ 'ਚ ਬੈਠਾ ਹੈ, ਇਹਦੇ ਨਾਲ ਵੀ ਕੋਈ ਗਰਜ ਨਹੀਂ। ਕੋਈ ਦਾੜੀ ਮੁੰਡਾ ਹੈ, ਦਾੜੀ ਰੱਖੀ ਹੈ, ਬੜਾ ਖੂਬਸੂਰਤ ਹੈ, ਕਾਲਾ ਕੁਝ ਹੈ, ਇਹਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ। ਕੋਈ ਲੂਲਾ ਲੰਗੜਾ ਹੈ, ਕੋਈ ਭਿੰਗਾ ਹੈ, ਖਾਣਾ ਠਿੰਗਾ ਹੈ, ਇਹਦੇ ਨਾਲ ਵੀ ਕੋਈ ਗਰਜ ਨਹੀਂ। ਕੋਈ ਮੋਚੀ ਹੈ, ਤਰਖਾਨ ਹੈ, ਲੋਹਾਰ ਹੈ, ਸੈਯਦ ਹੈ, ਇਹਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ। ਅਸੀਂ ਤੁਹਾਨੂੰ ਤਾਂ ਕਿਹਦੇ ਨਾਲ ਹੈ ਮਸਲਾ, ਸਾਨੂੰ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ। ਅਕੀਦਾ ਠੀਕ ਹੈ, ਬੰਦਾ ਠੀਕ ਹੈ, ਬਸ ਠੀਕ ਹੈ। ਇੱਥੇ ਕੋਈ ਜ਼ਾਤੀ ਮਸਲੇ ਤੇ ਨਹੀਂ ਹੈ। ਉਸਮਾਨ ਭਾਈ ਮੋਡੀਨੇਟਰ ਯਾਰ ਬਣਾਇਆ ਜ਼ਰਾ, ਇਹ ਥੱਲੇ ਵਾਲੇ ਨੂੰ ਮੈਂ ਠੀਕ ਕਰਾਂ। ਜੀ जी अस्सलाम अस्सलाम वालेकुम। ਸ਼ਾਹ ਜੀ। ਕਾਲ ਪਾ ਕੇ ਬੈਠੇ, ਟੈਕਸ ਵੀ ਲਿਖ ਰਹੇ ਆ, ਕਾਲ ਉਹਨਾਂ ਨੇ ਕਾਲ ਨਹੀਂ ਚੱਕਦੇ, ਮੁਰੱਬੀ ਬਿਠਾਏ ਆ ਤੇ ਵੱਡਾ ਮੁਰੱਬੀ ਸਾਡੇ ਵੱਲੋਂ ਵੀ ਇੱਕ ਬੈਠਾ ਆ, ਡਰਾਈਵਰ ਸਾਹਿਬ। ਮੁਰੱਬੀ ਦਾ ਨਾਂ ਦੱਸ ਦਿਓ ਸਾਡੇ ਵਾਲਾ ਜਿਹੜਾ ਕੀ ਡਰਾਈਵਰ। ਕਰੀਏ ਬਸ ਅਮਰ ਗੱਲ ਕੁਝ ਨਦੀ। ਮੇਰੇ ਹੱਥ ਬੰਨੇ ਦੇ ਨੇ, ਹੁਣ ਮੈਂ ਕੀ ਕਰਾਂ। ਸਾਡੇ ਮੁਫਤੀ ਸਾਹਿਬ ਇਹ ਉਹ ਮੈਨੂੰ ਕਿਧਰੇ ਇਹਨਾਂ ਨੇ ਬਲਾਕ ਤੇ ਨਹੀਂ ਕੀਤਾ ਹੋਇਆ, ਮੈਨੂੰ ਕਿਸੇ ਦੀ ਬਰਾੜ ਨਹੀਂ ਸ਼ੋ ਹੁੰਦੀ, ਮੈਂ ਤੇ ਨਹੀਂ ਕੀਤਾ ਇਹਨਾਂ ਨੂੰ ਜੀ ਬਲਾਕ ਕਿਸੇ ਨੂੰ। ਬਿਲਕੁਲ ਇੰਝ ਹੀ ਇਹਨਾਂ ਨੇ ਚੁਣ ਕੇ ਨਾ ਆਪਣੇ ਬੰਦੇ ਤੇ ਆਪਣੀ ਟੀਮ ਸਾਰੀ ਬਲੌਕ ਕੀਤੀ ਹੈ। ਮੈਨੂੰ ਦੋਵਾਂ ਆਈਡੀਆਂ ਤੋਂ ਮੈਨੂੰ ਇੱਕ ਵੀ ਨਜ਼ਰ ਨਹੀਂ ਆਉਂਦੀ ਇਹਨਾਂ ਦੀ। ਹਾਂ ਫਿਰ ਇਹੋ ਹੀ ਹੋਏਗਾ। ਮੈਨੂੰ ਮੈਂ ਹਾਲਾਂਕਿ ਬਲਾਕ ਨਹੀਂ ਕੀਤਾ ਪਹਿਲੇ ਨਾ, ਬੜੀ ਇਤਫਾਕ ਦੀ ਗੱਲ ਹੈ ਵੇ ਕਿ ਮੈਂ ਬਲਾਕ ਲਿਸਟ 'ਚ ਕਈ ਬੰਦੇ ਪਾਏ ਸਨ, ਕਾਦੀਆਨੀ ਵੀ ਸਨ, ਤੇ ਬੜੀ ਇੱਕ ਲੰਬੀ ਚੌੜੀ ਲਿਸਟ ਸੀ। ਮੈਂ ਇੱਥੇ ਸਫਰੇ ਇਰਾਕ ਤੇ ਆਇਆ ਵਾਂ ਨਾ, ਮੈਂ ਸਭ ਨੂੰ ਅਨਬਲਾਕ ਠੋਕ ਦਿੱਤਾ, ਅਨਬਲਾਕ ਉਹ ਜ਼ਾਤ ਕੋਈ ਟੈਨਸ਼ਨ। ਤੇ ਮੇਰੀ ਲਿਸਟ ਚੈੱਕ ਕਰ ਲਓ, ਯਕੀਨ ਮੰਨੋ ਇੱਕ ਬੰਦਾ ਵੀ ਤੁਹਾਨੂੰ ਬਲਾਕ ਨਹੀਂ ਮਿਲੇਗਾ, ਅਨਬਲਾਕ ਨੇ ਸਾਰੇ। ਤੇ ਪਤਾ ਨਹੀਂ ਅੱਲਾ ਹੀ ਜਾਣਦਾ ਕੀ ਹੁੰਦਾ ਪਿਆ। ਉਹਨਾਂ ਦਾ ਮਕਸਦ ਹੀ ਇਹੀ ਹੈ ਨਾ ਕਿ ਭਈ ਅਸੀਂ ਇਹਨਾਂ ਨੂੰ ਕਰੀਏ, ਸਾਨੂੰ ਨਾ ਵੇਖਣ ਤੇ ਅਸੀਂ ਜਿਹੜਾ ਨਾ ਜੋ ਮਰਜ਼ੀ ਕਰਦੇ ਰਹੀਏ। ਤੇ ਪਰ ਕੋਈ ਗੱਲ ਨਹੀਂ, ਇਹ ਅੱਜ ਦੇ ਆਏ ਦੇ ਨੇ, ਸਾਨੂੰ ਇਹ ਤਮਾਮ ਮਾਮਲਾਤ ਦਾ ਪਤਾ ਸੀ ਕਿੰਜ ਜਾਣਾ ਹੈ। ਤੇ ਅੱਲਾ ਖੈਰ ਕੀਤੀ, ਇਹ ਤਮਾਮ ਚੀਜ਼ਾਂ ਜਿਹੜੀਆਂ ਨੇ ਨਾ, ਉਸ ਦਿਨ ਕਾਸ਼ਫ ਚੌਧਰੀ ਨੇ ਬੜੀ ਅੱਛੀ ਮੰਜੀ ਠੋਕੀ ਹੈ। ਤੇ ਮੈਂ ਉਸ ਦਿਨ ਵੀਡੀਓ ਦੇਖ ਕੇ ਮੇਰਾ ਇੰਨਾ ਕੋ ਪਾਰਾ ਆਈ ਸੀ, ਔਰ ਮੈਂ ਸੋਚ ਰਿਹਾ ਸਾਂ ਕਿ ਯਾਰ ਕੋਈ ਬੰਦਾ ਇਹਦੇ ਉੱਤੇ ਐਕਸ਼ਨ ਕਿਉਂ ਨਹੀਂ ਲੈ ਰਿਹਾ ਹੈ। ਫਿਰ ਮੈਨੂੰ ਤੁਹਾਡੀ ਵਾਲੀ ਗੱਲ ਯਾਦ ਆਈ ਕਿ ਤੁਸੀਂ ਉਸ ਦਿਨ ਫਰਮਾਇਆ ਸੀ ਕਿ ਮਲਕ ਜੇ ਕਰਨਾ ਹੀ ਨਾ ਤੇ ਫਿਰ ਆਪਣੀਆਂ ਲੱਤਾਂ ਤੇ ਕਰਨਾ। ਤੇ ਮੈਂ ਕਿਹਾ ਫਿਰ ਆਪਣੀਆਂ ਲੱਤਾਂ ਤੇ ਕਰੋ, ਕੀ ਹੁੰਦਾ। ਮੈਂ ਫਿਰ ਇਸ ਵਜ੍ਹਾ ਤੋਂ ਮੈਂ 3-4 ਦਿਨ ਹੋ ਗਏ ਮਤਲਬ ਕੋਈ ਗੱਲ ਹੈ ਵੇ ਕਿ ਇਹ ਜਿਹੜੀ ਗੱਲ ਤੂੰ ਮੈਂ ਕਿਹਾ ਫਿਰ ਆਪਣੀਆਂ ਲੱਤਾਂ ਤੇ ਕਰੋ, ਕੀ ਹੁੰਦਾ। ਮੈਂ ਫਿਰ ਇਸ ਵਜ੍ਹਾ ਤੋਂ ਮੈਂ 3-4 ਦਿਨ ਹੋ ਗਏ ਮਤਲਬ ਕੋਈ ਗੱਲ ਹੈ ਵੇ ਕਿ ਇਹ ਜਿਹੜੀ ਗੱਲ ਤੂੰ ਜਿਹੜੀ ਛੱਟੀ ਹਿੱਸੇ ਉਹ ਕਹਿੰਦੀ ਹੈ ਵੀ ਗੱਲ ਕੁਝ ਹੋਰ ਹੈ ਵਿੱਚ, ਗੱਲ ਕੋਈ ਬੜੀ ਵੱਡੀ ਖਿਚੜੀ ਪਕਾਈ ਜਾ ਰਹੀ ਹੈ, ਲੇਕਿਨ ਸਾਨੂੰ ਉਸ ਖਿਚੜੀ ਦੀ ਕੋਈ ਟੈਨਸ਼ਨ ਕੋ ਨਹੀਂ ਨਾ, ਤੇ ਕੋਈ ਐਡੀ ਕੋਈ ਬੜਾ ਕਿ ਬਾਈ ਕੋਈ ਪੂਰਾ ਕੋਈ ਇਮਾਰਤ ਡਿੱਗ ਪੈਣੀ ਹੋਵੇ, ਅਸੀਂ ਕੋਈ ਟੈਨਸ਼ਨ ਨਹੀਂ। ਅਸੀਂ ਤੇ ਆਰਾਮ ਨਾਲ ਬੰਦੇ ਨੂੰ ਕਿੱਕ ਲਾ ਕੇ ਸਾਈਡ ਤੇ, ਕੋਈ ਆਪਣਾ ਹੀ ਇਹਨਾਂ ਦਾ ਨੁਕਸਾਨ ਕਰਨਾ ਹੈ। ਸਾਰੇ ਸਾਡੇ ਮੂੰਹ ਵੱਲ ਤੱਕਦੇ ਨੇ ਪਏ ਕਿ ਇਹਦੇ ਮੂੰਹ ਚ ਕੁਝ ਨਿਕਲੇ ਤੇ ਅਸੀਂ ਜਿਹੜਾ ਵੇ ਉਹ ਨਹੀਂ ਚਾਹੁੰਦੇ ਪਏ ਕਿ ਕੋਈ ਐਸਾ ਕੋਈ ਹੋਏ ਰੋਲਾ। ਸਾਨੂੰ ਕੋਈ ਟੈਨਸ਼ਨ ਨਹੀਂ, ਅੱਲਾ ਮਾਫ ਕਰੇ, ਅੱਲਾ ਖੈਰ ਫਰਮਾਏ। ਸਾਡੇ ਪੇਸ਼ ਨਜ਼ਰ ਕੋਈ ਮਸਲਤ ਨਹੀਂ ਭਾਈ, ਅਸੀਂ ਕਿਸੇ ਮਸਲਤ ਨੂੰ ਨਹੀਂ ਮੰਨਦੇ। ਅਸੀਂ ਦੋ ਟੋਕ ਜੇ ਬੰਦੇ ਹਾਂ ਤੇ ਹਜ਼ੂਰ ਨੂੰ ਗੁਲਾਮਾਂ ਦੀ ਕੋਈ ਕਮੀ ਨਹੀਂ। ਅਸੀਂ ਤੇ ਖੁਦ ਕੁਝ ਨਹੀਂ ਐ ਸੰਵਿਧਾਨ ਚ। ਸਾਡੇ ਵਰਗੇ ਕਈ ਆਏ ਤੇ ਗਈ ਗਏ। ਇਹ ਤੇ ਮੁਬਸ਼ਰ ਸ਼ਾਹ ਬੜਾ ਮਾਲਕਾਂ ਦੇ ਦਰ ਤੇ ਆਇਆ ਹੈ ਤੇ ਉਹਨਾਂ ਦੀਆਂ ਜਾਲੀਆਂ ਫੜ ਕੇ ਅਸੀਂ ਦੁਆ ਕਰ ਰਹੇ ਹਾਂ ਅੱਲਾ ਕੋਲੋਂ ਕਿ ਅੱਲਾ ਸੋਹਣਿਆ ਤੇਰੀ ਮਿਹਰਬਾਨੀ, ਤੂੰ ਸਾਨੂੰ ਕਬੂਲ ਕੀਤਾ ਹੈ। ਸਾਨੂੰ ਐਸੇ ਫੀਲਡ 'ਚ ਹੀ ਰੱਖੀ। अस्सलाम वालेकुम। वालेकुम सलाम। जी मेरा एक क्वेश्चन है यहाँ पर, सॉरी, ये जो होस्ट हैं उन्होंने ये कादियानी ये जो मिल ਉਹ ਯਾਰ मिर्जा ਭਾਈ ਇੱਕ ਮਿੰਟ ਚੁੱਪ ਕਰੋ, ਸਾਨੂੰ ਆਪਣੀ ਗੱਲ ਕਰਨ ਦਿਓ। ਤੁਸੀਂ ਵਿੱਚ ਆਪਣੇ ਬਾਅਦ ਚ ਕਰਦੇ ਰਿਹਾ ਜੇ ਹੋਸ ਨਾਲ।
अल्लाह माफ करे, अल्लाह माफ करे। ओए होए, फितने दा दौर है, फितने दा दौर है, की करिए अल्लाह दी कसम है। ओए होए होए, ईमान दे लाले पे ने, अपने ईमान दे लाले पे ने, की बनदा है पिया, की हुंदा है पिया। ਹੁਣ ਇਹ ਜਿਹੜਾ ਸਫ਼ਰ ਹੈ ਸਾਡਾ, ਪਲ ਪਲ ਇਹ ਚੀਜ਼ ਹੁੰਦੀ ਹੈ ਪਈ, ਉਹ ਯਾਰ ਉਹ ਵੀ ਆਪਣੇ ਹੀ ਸਨ, ਉਹ ਮੁਸਲਮਾਨ ਸਾਜੇ, ਕੋਈ ਕਾਫਰ ਨਹੀਂ ਸਨ ਹੈ, ਕੋਈ ਬੁੱਤ ਪ੍ਰਸਤ ਨਹੀਂ ਸਨ ਹੈ, ਇਤਨੇ ਮਜ਼ਾਲਮ ਕੀਤੇ, ਉਹ ਸ਼ਹੀਦ ਕਰ ਦਿੱਤੇ, ਉਹ ਬੱਚੇ ਤੱਕ ਨਹੀਂ ਛੱਡੇ, ਖਵਾਤੀਨ ਤੱਕ ਦੀ ਬੇਹੁਰਮਤੀਆਂ ਹੋਏ ਹੋਏ, ਜ਼ੁਲਮ ਸਿਤਮ ਦੇ ਅੰਬਾਰ ਲਾ ਛੱਡੇ। ਜਦੋਂ ਅਸੀਂ ਨਜਫ ਅਸ਼ਰਫ ਤੋਂ ਇੱਥੇ ਆ ਰਹੇ ਸਨ ਕਰਬਲਾ ਦੀ ਤਰਫ, ਰਾਹ 'ਚ ਕੁਝ ਜ਼ਿਆਰਤਾਂ ਸਨ, ਇੱਕ ਬਜ਼ੁਰਗ ਇੱਕ ਸਾਡੀ ਅੰਮੀ ਜਾਨ ਹਾਏ ਹਜ਼ਰਤ ਕੀ ਨਾਂ ਸੀ, ਨਾਮ ਕੀ ਸੀ, ਹਜ਼ਰਤ ਹਸਨ ਦੀ ਬੇਟੀ ਸ਼ਰੀਫਾ, ਹਜ਼ਰਤ ਸ਼ਰੀਫਾ ਬਿਨਤੇ ਹਸਨ ਰਦੀ ਅੱਲਾ ਅਨਹਾ। ਉਹ ਨਾ ਕਰਬਲਾ ਦਾ ਜਦੋਂ ਇਹ ਹੋਇਆ ਨਾ ਜ਼ੁਲਮੋ ਸਿਤਮ, ਤੇ ਬਾਅਦ ਚੋਂ ਉਹਨਾਂ ਨੇ ਕੈਦੀ ਬਣਾ ਲਏ, ਕੈਦੀ ਬਣਾ ਕੇ ਉਹਨਾਂ ਨੂੰ ਖਵਾਤੀਨ ਨੂੰ ਲੈ ਕੇ ਜਾ ਰਹੇ ਨੇ ਸ਼ਾਮ ਦੀ ਤਰਫ, ਤੇ ਰਾਹ ਦੇ ਵਿੱਚ ਹਜ਼ਰਤ ਸ਼ਰੀਫਾ ਬਿਨਤੇ ਹਸਨ ਦਾ ਵਿਸਾਲ ਹੋ ਗਿਆ। ਜ਼ੁਲਮ ਹੀ ਇੰਨੇ ਕੀਤੇ ਉਹਨਾਂ ਨੇ ਕਿ ਉਹ ਜ਼ਖਮਾਂ ਦੀ ਤਾਬ ਨਾ ਲਾ ਕੇ ਵਿਸਾਲ ਫਰਮਾ ਗਏ। ਉਹਨਾਂ ਦਾ ਦਰਬਾਰ ਤੇ ਵੀ ਹਾਜ਼ਰੀ ਹੋਈ। ਓਹੋ, ਤੇ ਸੋਚਣ ਦੀ ਇਹ ਗੱਲ ਹੈ ਕਿ ਉਹ ਵੀ ਆਪਣੇ ਸਨ, ਮੁਸਲਮਾਨ ਹੀ ਸਨ, ਤੇ ਮੁਸਲਮਾਨਾਂ ਨੇ ਕੀ ਰੰਗ ਵਹਾਏ ਨੇ, ਆਪਣਿਆਂ ਨੇ ਸਿਤਮ ਕੀਤੇ ਨੇ ਯਾਰ। ਬਾਹਰ ਬੈਰੂਨੀ ਤਾਕਤਾਂ ਨੇ ਕੀ ਕਰਨਾ, ਸਾਡਾ ਕੁਝ ਵੀ ਨਹੀਂ ਵਿਗਾੜ ਸਕਦੀ, ਆਪਣੇ ਕਰਦੇ ਨੇ ਆਪਣੇ। ਇਹਨਾਂ ਆਪਣਿਆਂ ਕੋਲੋਂ ਅੱਲਾ ਬਚਾਏ। ਹੋਏ ਹੋਏ ਹੋਏ, ਕਰੋ ਯਾਰ ਗੱਲ ਕਰੋ। ਬਾਕੀ ਮੁਫਤੀ ਸਾਹਿਬ ਮੈਂ ਮਾਜ਼ਰਤ ਕਰਨਾ, ਮੈਂ ਇਸ ਚੀਜ਼ ਦੇ ਵਿੱਚ ਜਿਹੜਾ ਨਾ ਤੁਹਾਡੇ ਪੈਰ ਹੀ ਹੱਥ ਲਾ ਕੇ ਕਹਿ ਰਿਹਾ, ਮੈਂ ਨਹੀਂ ਗੱਲ ਮੰਨਣੀ, ਉਹ ਤੁਸੀਂ ਵੀ ਕਹਿ ਦਿੱਤਾ ਹੈ, ਔਰ ਮੇਰੇ ਕੋ ਜੋ ਹੋਏਗਾ ਉਹ ਮੈਂ ਕਰਾਂਗਾ, ਠੀਕ ਹੈ। ਔਰ ਸਮਝਾਉਣ ਤੱਕ ਦੇ ਹੱਦ ਤੱਕ ਮੈਂ ਸਮਝਾਇਆ ਵੇ, ਮਲਕ ਅੱਗੋਂ ਭਾਈ, ਬਰਦਾਸ਼ਤ ਨਹੀਂ। ਜੀ ਗੁਜਰ ਭਾਈ। ਮਲਕ ਭਾਈ ਤੁਸੀਂ ਵੱਡੇ ਭਾਈ ਹੋ, ਮੈਂ ਤੁਹਾਡੇ ਕੋਲ ਇੱਕ ਰਿਕੁਐਸਟ ਕਰਨੀ ਹੈ। ਦੇਖੋ ਜਿਹੜੀ ਦੁਸ਼ਮਣ ਦੀ ਸਟ੍ਰੈਟਜੀ ਨਾ, ਉਹਦੇ ਅਗੇਂਸਟ ਨਾ ਲਾਹੇਅਮਲ ਬਣਾਉਣਾ ਹੈ। ਪਿਛਲਾ ਲਾਹੇਅਮਲ ਜਿਹੜਾ ਕਰਦੇ ਆਏ ਨਾ, ਉਹ ਸਟ੍ਰੈਟਜੀ ਵਾਈਂਡ ਅਪ ਕਰੋ, ਉਹਨੂੰ ਬੈਕਅਪ ਤੇ ਰੱਖੋ। ਹੁਣ ਸਟ੍ਰੈਟਜੀ ਉਸ ਤਰ੍ਹਾਂ ਦੀ ਰੱਖੋ ਜਿਸ ਤਰ੍ਹਾਂ ਦੀ ਅਗਲੇ ਸਟ੍ਰੈਟਜੀ ਚਲਾ ਰਹੇ ਨੇ, ਠੀਕ ਹੈ ਨਾ। ਸਾਡੇ ਕੋਲ 2 ਨੰਬਰੀ ਤੇ ਹੋਣੀ ਨਹੀਂ ਹੈ। ਅਸੀਂ ਮੂੰਹ ਤਾਂ ਮਲਕ ਤੇ ਕੰਡ ਪਿੱਛੇ XYZ ਨਹੀਂ ਬਣਿਆ ਜਾਣਾ, ਲੇਕਿਨ ਇਹ ਆ ਕਿ ਜਿਵੇਂ ਦੀ ਇਹ ਕਰ ਰਹੇ ਨਾ, ਉਸਮਾਨ ਭਾਈ 1 ਸੈਕਿੰਡ ਦੇਣਾ। ਹੁਣ ਅੱਜ ਕੱਲ ਉਹ ਇੱਕ ਜਿਹੜਾ ਡਰਾਈਵਰ ਆ ਲੂਈ ਹਾਰ ਫਿਰਦਾ ਵਾ, ਠੀਕ ਹੈ ਨਾ, ਇੱਥੇ ਆ ਕੇ ਉਹ ਗੱਲਾਂ ਕਰਾ ਰਿਹਾ। ਉਸਮਾਨ ਭਾਈ ਕੋਈ ਗੱਲ ਕਰਨੀ ਤਾਂ ਕਰ ਲਓ। ਅੱਛਾ ਯਾਰ ਗੱਲ ਸੁਣੋ, ਉਸਮਾਨ ਮਾਈਕ ਜ਼ਰਾ ਮਿਊਟ ਕਰੀ ਯਾਰ, ਮੈਂ ਜ਼ਰਾ ਚੱਲਾਂ, ਮੈਂ ਨਮਾਜ਼ ਦਾ ਟਾਈਮ ਹੋ ਗਿਆ ਤੇ ਨਮਾਜ਼ ਪੜ੍ਹ। ਤੇ ਗੱਲ ਐ ਵੇ ਕਿ ਹੁਣ ਇਹ ਇਹਨਾਂ ਕੰਮ ਕਰਿਆ ਜੇ ਤੁਹਾਡੀ ਮਿਹਰਬਾਨੀ ਕਿ ਬਸ ਬਰਾਡਾਂ ਇਹਨਾਂ ਦੇ ਉੱਤੇ ਹੀ। ਉਹ ਯਾਰ ਖਤਮੇ ਨਬੂਵਤ ਦਾ ਕੰਮ ਕਰੋ, ਦਫਾ ਮਾਰੋ, ਥੱਪੜ ਮਾਰ ਕੇ ਸਾਈਡ ਤੇ ਕਰੋ, ਆਪਣਾ ਕੰਮ ਕਰੋ, ਛੱਡੋ ਤੁਸੀਂ ਮਿੱਟੀ ਪਾਓ, ਜਿੰਨੇ ਜਾਣਾ ਜਾਏ, ਜੋ ਸਾਨੂੰ ਨਹੀਂ ਇਹਦੇ ਨਾਲ ਕੋਈ ਗਰਜ਼ ਨਹੀਂ ਹੈ। ਆਪਣੀਆਂ ਬਰਾਡਾਂ ਕਰੋ। ਕਾਦੀਆਨੀ ਜਿਹੜੇ ਨੇ ਉਹ ਖੁਸ਼ ਹੁੰਦੇ ਨੇ, ਕਾਦੀਆਨੀ ਨੂੰ ਖੁਸ਼ ਹੋਣ ਦੇਣਾ, ਉਹਨਾਂ ਦੀ ਦੁਮ ਤੇ ਪੈਰ ਰੱਖਣਾ, ਦੁਮ ਤੇ ਪੈਰ ਰੱਖੋ, ਐਸੀ ਦੀ ਤੈਸੀ। ਕਾਦੀਆਨੀ ਖੁਸ਼ ਕਿਉਂ? ਇਹਨਾਂ ਦੀ ਉਹ ਆਂਦੇ ਨੇ ਵੇਖੇ ਜੇ ਇੱਧਰ ਲੱਗੇ ਨੇ, ਤੇ ਇਹਨਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇਣਾ, ਇਹਨਾਂ ਦੀ ਟਿਬਰੀ ਟੈਟ ਕਰਕੇ ਰੱਖਣੀ ਹੈ ਹਰ ਵਕਤ। ਹਾਂ, ਇਹਨਾਂ ਨੂੰ ਸਾਹ ਨਹੀਂ ਲੈਣ ਦੇਣਾ, ਚੈਨ ਨਾਲ ਨਹੀਂ ਬਹਿਣ ਦੇਣਾ। ਚਲੋ ਰੱਬ ਰੱਖਾ ਤੇ ਕਰੋ, ਛੱਡੋ ਇਹਨਾਂ ਨੂੰ। ਨਾਮ ਹੀ ਨਹੀਂ ਲੈਣਾ, ਹੁਣ ਨਾਮ ਹੀ ਨਹੀਂ ਲੈਣਾ। ਸਾਰੇ ਮੁੰਡੇ ਸੁਣ ਲਓ, ਆਪਣਾ ਕੰਮ ਕਰੋ ਬਸ। ਕਾਦੀਆਨੀਆਂ ਦੀ ਤੇ ਮਰਦਈਆਂ ਦੀ ਮੰਜੀ ਠੋਕ ਕੇ ਰੱਖੋ, ਦੋਵੇਂ ਮਿਰਦਿਆਂ ਦੀ ਮੰਜੀ ਠੋਕ ਕੇ ਰੱਖੋ, ਜੀ ਇਹਨਾਂ ਨੂੰ ਇਨਸ਼ਾਅੱਲਾ। ਜੁੱਤੀ ਦੀ ਨੋਕ ਤੇ ਰੱਖੋ। ਤੁਸੀਂ ਸਿਰਫ 10 ਮਿੰਟ ਸਾਨੂੰ ਦੇ ਦਿਓ, ਇਸ ਤੋਂ ਬਾਅਦ ਕੋਈ ਨਾਮ ਨਹੀਂ ਮੈਨੂੰ ਤੇ ਲੈਣਾ। ਇਜਾਜ਼ਤ ਦਿਓ ਨਾ, ਮੈਨੂੰ ਜੀ ਇਜਾਜ਼ਤ ਦਿਓ, ਜੀ ਰੱਬ ਜੀ ਰੱਖਾ। ਅਸਲਾਮ। ਜੀ ਵਾਲੇਕੁਮ ਸਲਾਮ। ਜੀ ਗੁਜਰ ਭਾਈ ਤੁਸੀਂ ਜ਼ਰਾ ਗੱਲ ਕਰੋ। ਜੀ ਮਤਲਬ
ਬਿਲਕੁਲ ਉਸ ਤਰ੍ਹਾਂ ਹੀ ਹੈ, ਜਿਵੇਂ ਦੀ ਉਹਨਾਂ ਦੀ ਹਕਮਤ ਅਮਲੀ ਹੈ ਨਾ, ਸਾਨੂੰ ਇੱਥੇ ਬਹਿ ਕੇ ਅਸੀਂ ਜਿੰਨੇ ਹੈਗੇ ਨੇ ਸ਼ਾਤਮੀਅਤ ਹੈਗੇ ਆ ਉਮਤੁਲ ਮੋਮਨੀਨ, ਤੇ ਜਦੋਂ ਇਹ XYZ ਮਰਜ਼ਈ ਬੋਲਦੇ ਨਾ, ਉਦੋਂ ਤਾਂ ਅਸੀਂ ਗਰ ਜਾਾਂਗੇ। ਜਿਹੜੇ ਕੋਈ ਹਜੇ ਅਨਕਲੀਅਰ ਹੈ ਨਾ, ਹੁਣ ਮਲਕ ਕੈਸਰ ਹੋ ਗਿਆ, ਮਲਕ ਕੈਸਰ ਤੇ ਟੋਟਲੀ ਕਲੀਅਰ ਨਜ਼ਰ ਆ ਰਿਹਾ। ਇਹਦੀ ਤਾਂ ਮੰਜੀ ਠੋਕਦੀ ਬੰਦੀ ਹੈ, ਠੀਕ ਹੈ ਨਾ, ਜਿੰਨੀ ਦੇਰ ਤੱਕ ਇਹ ਜਿਵੇਂ ਮਾਫੀ ਤੌਬਾ ਨਹੀਂ ਕਰਦਾ ਨਾ ਰੱਬ ਦੇ ਹਜ਼ੂਰ ਸਾਡੇ ਇੱਥੇ ਗੁੱਜਰ ਭਾਈ ਤੁਹਾਨੂੰ ਇਹਦੇ ਨਾਲ ਸਾਰੇ ਬਹਿਣ ਵਾਲਿਆਂ ਦੀ ਮੰਜੀ ਠੁਕੇਗੀ, ਬਿਲਕੁਲ ਬਿਲਕੁਲ ਭਾਵੇਂ ਉਹ ਸਾਰਿਆਂ ਦੀ ਸੈਮੀ ਠੋਕਰ। ਸ਼ਾਹ ਹੋਵੇ, ਚੰਦਾ ਹੋਵੇ, ਭਾਵੇਂ ਅਮਨ ਨਜ਼ੀਰ ਹੋਏ, ਕੋਈ ਵੀ ਹੋਵੇ। ਮੈਂ ਅੱਲਾ ਅੱਛਾ ਲਾਨੀਆਂ ਕਹਿ ਮਲਿਕ ਰਿਹਾ। ਭਾਈ, ਅਮਨ ਵੀਰ ਦੀ ਇੱਕ ਵੀਡੀਓ ਸੁਣੀ ਸੀ, ਉਹ ਕਹਿ ਰਹੇ ਨੇ ਕਿ ਭਾਈ ਇਹਨਾਂ ਨੂੰ ਨਾ ਸਾਰਿਆਂ ਨੂੰ ਤਕਲੀਫ ਪਤਾ ਕੀ ਹੈ ਸਾਡੇ ਕੋਲੋਂ। ਉਹ ਕਹਿੰਦੇ ਇਹਨਾਂ ਨੂੰ ਤਕਲੀਫ ਇਹ ਵੇ ਕਿ ਇਹ ਨਾ ਜਨਾਬ ਇਹਨਾਂ ਦੇ ਅਖਲਾਕ ਇੰਝ ਦੇ ਨੇ ਤੇ ਕੋਈ ਇਹਨਾਂ ਕੋਲ ਵੜਦਾ ਨਹੀਂ ਹੈਗਾ, ਤੇ ਲਿਹਾਜ਼ਾ ਇਹਨਾਂ ਨੂੰ ਤਕਲੀਫ ਹੈ ਕਿ ਸਾਡੇ ਕੋਲ ਕਿਉਂ ਆਉਂਦੇ ਨੇ ਬੰਦੇ 5 ਗੱਲ ਮਿੰਟ ਕਰਨ। ਮੈਨੂੰ ਦਿੰਦੇ ਹੋ ਤੁਸੀਂ? ਯਾਰ ਆਪਣੀ ਗੱਲ ਜਾਰੀ ਰੱਖੋ। ਅਮਰ ਸਾਹਿਬ ਦੀ ਵੀ ਮੈਂ ਥੋੜੀ ਜਿਹੀ ਨਾ ਤਹਿਲੀਕ ਸੁਣਾਉਣਾ ਤੁਹਾਨੂੰ। ਮੈਂ ਤੁਹਾਨੂੰ ਤਹਿਲੀਕ ਸੁਣਾਉਣਾ, ਇਹ ਬਰਾੜ ਦੇ ਵਿੱਚ ਰਿਕਾਰਡਿੰਗ ਦੇ ਵਿੱਚ ਵੀ ਉਸਮਾਨ ਭਾਈ ਆ ਜਾਏਗੀ, ਤੁਹਾਡੇ ਵਾਸਤੇ ਵੀ ਬਿਹਤਰ ਹੋ ਜਾਏਗਾ। ਤੁਸੀਂ ਇਹਦਾ ਗੱਲ ਕਰੋ। ਮਲਕ ਭਾਈ ਤੇ ਉਸਮਾਨ ਭਾਈ, ਮੈਂ 2 ਮਿੰਟ ਚਾਹਾਂਗਾ ਇਸ ਟੌਪਿਕ ਤੇ ਨਾ। ਮੈਂ ਮਿਊਟ ਹੋਣਾ। ਮੈਂ ਸਿਰਫ ਜਿਹੜਾ ਨਾ ਇੱਕ ਚੀਜ਼ ਅਮਰ ਨਜ਼ੀਰ ਦੀ ਤੁਹਾਨੂੰ ਬਿਲਕੁਲ ਬਿਲਕੁਲ ਮਿਲਾਦਾ, ਜਿਹੜੀ ਮੈਂ ਗੱਲ ਕਰਨ ਲੱਗਾ ਉਹੀ ਤੁਸੀਂ ਸੁਣਾਣੀ ਹੈ। ਉਸਮਾਨ ਭਾਈ ਕੱਲ ਦਾ ਵਾਕਿਆ ਹੈ, ਠੀਕ ਹੈ ਨਾ, ਜਿਸ ਟਾਈਮ ਆਮਰ ਨਜ਼ੀਰ ਸਾਹਿਬ ਤੇ ਆਪਣੇ ਤੇ ਆਈ ਨਾ, ਉਹ ਇਹਨਾਂ ਦੇ ਗਾਲੀਬਾਜ਼ ਟੋਲਾ ਜਿਹੜਾ ਫੁਰਕਾਨ ਫੋਰਸ, ਫਲਾਣੀ ਫੋਰਸ, ਟਮਕਾਣਾ ਫੋਰਸ, ਜਦੋਂ ਆਮਰ ਸਾਹਿਬ ਦੀ ਨਾ ਮਾਂ ਭੈਣ ਉਹਨਾਂ ਨੇ ਇੱਕ ਕੀਤੀ ਨਾ, ਉਸ ਟਾਈਮ ਆਮਰ ਸਾਹਿਬ ਨੂੰ ਯਾਦ ਆ ਗਿਆ ਖਤਮੇ ਨਬੂਵਤ। ਉਸ ਟਾਈਮ ਆ ਗਿਆ ਅਮਰ ਸਾਹਿਬ ਨੂੰ ਯਾਦ ਕਿ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਸ਼ਾਤਮੀਅਤ ਕਰਦੇ ਨੇ। ਉਸ ਟਾਈਮ ਅਮਰ ਸਾਹਿਬ ਨੂੰ ਯਾਦ ਆ ਗਿਆ। ਉਸ ਤੋਂ ਪਹਿਲੇ ਅਮਰ ਸਾਹਿਬ ਉਹਨਾਂ ਦੇ ਨਾਲ ਬਗਲਗੀਰ, ਬਗਲ ਬੱਚਾ ਬਣ ਕੇ ਅਮਰ ਸਾਹਿਬ ਹੀ ਉਹਨਾਂ ਦੇ ਨਾਲ ਬਹਿੰਦਾ, ਠੀਕ ਹੈ ਨਾ। ਤੇ ਕਹਿਣ ਦਾ ਮਕਸਦ ਇਹ ਆ ਕਿ ਜਿਸ ਟਾਈਮ ਮੈਨੂੰ ਪਤਾ ਲੱਗੇ ਕਿ ਮੇਰੀ ਮੰਜੀ ਠੁਕਣ ਦੀ, ਮੇਰੀ ਮਾਂ ਭੈਣ ਇੱਕ ਹੋਣ ਦੀ, ਉਸ ਟਾਈਮ ਤੇ ਮੈਂ ਤਿਲਮ ਲਾਵਾਂ, ਠੀਕ ਹੈ ਨਾ। ਉੱਦਾਂ ਮੈਂ ਕਾਦੀਆਨੀਆਂ ਨੂੰ ਲਾਗੇ ਬਿਠਾਵਾਂ, ਜੋ ਮਰਜ਼ੀ ਕਰਾਂ, ਉਦੋਂ ਕੋਈ ਨਹੀਂ ਸ਼ਾਤਮੀਅਤ ਹੁੰਦੀ। ਉਦੋਂ ਵੀ ਭਾਈ ਦੇਖੋ, ਮੈਂ ਕੱਲ ਦੇਖਿਆ ਇੰਨੀ ਦੇਰ ਤੋਂ ਉੱਤੇ ਬੈਠੇ ਆ ਤੇ ਉਹ ਸ਼ਾਤਮੀਅਤ, ਖੰਜ਼ੀਰੀਅਤ, ਹਦੀਸ ਤੇ ਝੂਠ, ਕੁਰਾਨ ਤੇ ਝੂਠ ਤੇ ਉੱਤੇ ਚੁੱਪ ਕਰਕੇ 2-2 ਘੰਟੇ ਬੈਠੇ ਨੇ ਕਿ ਬਸ ਮੈਨੂੰ ਮੂੰਹ ਚ ਪਾ ਕੇ ਨਾ ਇੱਥੇ ਬਿਠਾਈ ਰੱਖੋ, ਜਦੋਂ ਮੈਨੂੰ ਮੌਕਾ ਮਿਲੇਗਾ ਮੈਂ 2 ਮਿੰਟ ਗੁਫ਼ਤਗੂ। ਬਈ ਸਾਡਾ ਮੌਕਫ ਕੀ ਹੈ? ਅਸੀਂ ਜਾਣਾ ਵਾ, ਅਸੀਂ ਜਾ ਕੇ ਮੰਜੀ ਠੋਕ ਕੇ, ਉਹਨਾਂ ਕਾਫਰਾਂ ਦੀ ਮੰਜੀ ਠੋਕ ਕੇ ਘਰ, ਠੀਕ ਹੈ, ਅਸੀਂ ਮੰਜੀ ਠੋਕ ਕੇ ਥੱਲੇ ਉਤਰ ਆਉਣਾ ਵਾ। ਬਈ ਅਸੀਂ ਤੇ ਬਰਦਾਸ਼ਤ ਵੀ ਨਹੀਂ ਕਰ ਸਕਦੇ ਕਿ ਅਸੀਂ ਕਾਲ ਤੇ ਆਈਏ ਕਿ ਸਾਡੇ ਹੁੰਦਿਆਂ ਕੋਈ ਹੋਰ ਬੋਲ ਰਿਹਾ ਹੋਵੇ ਨਾ, ਅਸੀਂ ਕਵਾਂਗੇ ਯਾਰ ਚੁੱਪ ਕਰੋ, ਸਾਨੂੰ ਗੁਫ਼ਤਗੂ ਕਰ ਲੈਣ ਦਿਓ, ਗੁਫ਼ਤਗੂ ਕਰਕੇ ਅਸੀਂ ਨਿਕਲੀਏ। ਹੁਣ ਉੱਥੇ ਮੂੰਹ 'ਚ ਮੂੰਹ ਪਾ ਕੇ ਬੈਠੇ ਰਹਿਣਾ। ਮੇਰੀ ਗੱਲ ਸੁਣਿਓ ਇੱਕ ਮਿੰਟ। ਦੂਸਰਾ, ਕਦੀ ਵੀ ਅੱਜ ਤੱਕਰ ਇਹ ਦਿਲ ਦੇ ਵਿੱਚ ਭੁੱਖ ਨਹੀਂ ਰੱਖੀ, ਖੁਆਇਸ਼ ਨਹੀਂ ਰੱਖੀ ਬਈ ਮੈਂ ਨਾ ਥੋੜਾ ਜਿਹਾ ਹੱਥ ਹੌਲਾ ਰੱਖ ਕੇ ਲਵਾਂ ਤੇ ਇਹਨਾਂ 4 ਕਾਦੀਆਨੀ ਜਿਹੜੇ ਨਾ ਉਹ ਬਿਠਾ ਲਵਾਂ ਆਪਣੇ ਬਰਾੜ ਦੇ ਉੱਪਰ, ਠੀਕ ਹੈ। ਬਈ ਮੈਂ ਇਕੱਲਾ ਹੀ ਕਾਫੀ ਹਾਂ। ਮੈਂ ਸ਼ਾਹ ਜੀ ਨੇ ਫਰਮਾਇਆ ਕਿ ਬਈ ਜੇਕਰ ਤੁਸੀਂ ਇਕੱਲੇ ਹੋ ਨਾ, ਇੱਕ ਬੰਦਾ ਵੀ ਆ, ਆਪਣੀ ਗੁਫ਼ਤਗੂ ਘੰਟੇ ਦੀ ਕਰੋ, ਅੱਧੇ ਘੰਟੇ ਦੀ ਕਰੋ, ਠੀਕ ਹੈ, ਤੇ ਅੱਲਾਹ ਤਾਲਾ ਨੇ ਮਨਜ਼ੂਰ ਕਰਨੀ ਹੋਈ ਹਾਜ਼ਰੀ ਮਨਜ਼ੂਰ ਹੋ ਜਾਏਗੀ। ਤੇ ਤੁਸੀਂ ਆਪਣਾ ਜਿਹੜਾ ਨਾ ਜਾਣੀ ਕਿ ਕੋਈ ਇਹ ਨਹੀਂ ਕਿ ਤੁਸੀਂ ਮੂੰਹ 'ਚ ਮੂੰਹ ਪਾਣੇ ਨੇ। ਯਾਰ ਮੈਂ ਕਹਿੰਦਾ ਮੈਂ ਇਕੱਲਾ ਵੀ ਹੋਵਾਂ ਨਾ, ਮੈਨੂੰ ਕਦੀ ਵੀ ਭੁੱਖ ਨਹੀਂ ਹੈਗੀ ਕਿ ਮੇਰੇ ਕੋਲ 4 ਬੰਦੇ ਪੈਣ। ਹਾਂ, ਆਪਣੇ ਭਰਾ ਜਿਹੜੇ ਨੇ ਨਾ, ਉਹਨਾਂ ਦੀ ਖੁਆਇਸ਼ ਹੁੰਦੀ ਹੈ ਕਿ ਆਪਣੇ ਭਰਾ ਜਿਹੜੇ ਨਾ ਮੇਰੇ ਹੋਣ। ਸਾਡੇ ਕੋਲ ਕੋਈ ਵੀ ਨਾ ਵੜੇ ਇੱਥੇ, ਯਕੀਨ ਕਰੋ, ਕੋਈ ਵੀ ਨਾ ਵੜੇ, ਕਦੀ ਵੀ ਦਿਲ ਦੇ ਵਿੱਚ ਖੁਆਇਸ਼ ਨਹੀਂ ਹੋਈ। ਇਹ ਅਮਨ ਨਜ਼ੀਰ ਜਾਂ ਇਸ ਤਰ੍ਹਾਂ ਦੇ ਜਿਹੜਾ ਵੀ ਕੋਈ ਰੱਖਦਾ ਹੈ ਨਾ ਸੋਚ, ਉਹਨਾਂ ਨੂੰ ਜਾ ਕੇ ਦੱਸ ਦਿਓ ਕਿ ਸਾਨੂੰ ਕਦੀ ਇਹਨਾਂ ਨੇ ਗਰੁੱਪਾਂ ਦੀ ਕਦੀ ਸਾਨੂੰ ਅਜੇ ਤੱਕ ਥੋੜ ਨਹੀਂ ਹੋਈ, ਨਾ ਕਦੀ ਬੰਦਿਆਂ ਦੀ, ਠੀਕ ਹੈ। ਤੇ ਮਰਜ਼ਈਆਂ ਨੂੰ ਅਸੀਂ ਹੁਣ ਚਾਹੀਏ ਇਹ 7600 ਬੰਦੇ ਜਿਹੜੇ ਨਾ ਮਰਜ਼ਈ ਜਿਹੜੇ ਨਾ ਅਸੀਂ ਬਾ ਕੇ ਇਹਨਾਂ ਦੇ ਸਾਹਮਣੇ ਗੱਲ ਕਰ ਸਕਨੇ। ਪਰ ਸਾਡੇ ਵਿੱਚ ਉਹ ਮੁਨਾਫਕਤ, ਉਹ ਚੀਜ਼ ਨਹੀਂ ਹੈਗੀ ਕਿ ਭਾਈ ਇਹਨਾਂ ਦੇ ਕੋਲ ਬਹਿਣਾ, ਇਹਨਾਂ ਦੀਆਂ ਸੁਣਨੀਆਂ ਬਸ। ਜੀ ਮਲਕ ਭਾਈ, ਇਹ ਜੀ ਜ਼ਰਾ ਦੇਖਿਓ, ਜਦੋਂ ਅਹਿਲੇ ਬੈਤ ਇਤਹਾਦ ਦੀ ਜਾਂ ਕਿਸੇ ਸਹਾਬਾ ਦੀ ਗੁਸਤਾਖੀ ਹੁੰਦੀ ਹੈ ਤੇ ਅਮਨ ਨਜ਼ੀਰ ਜਿਵੇਂ ਉਸਮਾਨ ਭਾਈ ਲੱਗੇ ਸਨ, ਖਾਮੋਸ਼ ਰਹਿੰਦਾ। ਗੁੱਜਰ ਭਾਈ ਨੇ ਵੀ ਇਹ ਗੱਲ ਕੀਤੀ ਹੈ। ਇਹ ਗਾਲ ਕੱਢੀ ਸੀ ਜੱਟ ਨੇ ਆ ਕੇ ਅਮਨ ਨਜ਼ੀਰ ਨੂੰ। ਇਹ ਜਿਹੜੇ ਸਾਨੂੰ ਗਾਲੀਬਾਜ਼ ਟੋਲਾ ਪੇ ਕਹਿੰਦੇ ਨੇ ਨਾ, ਇਹ ਜ਼ਰਾ ਉਹ ਵੀ ਬੰਦੇ ਸੁਣ ਲੈਣ, ਔਰ ਨਾਲ ਜਿਹੜਾ ਹੈ ਨਾ ਇਹ ਬੰਦੇ ਜ਼ਰਾ ਗੌਰ ਦੇ ਨਾਲ ਵੇਖ ਲੈਣ ਬੰਦੇ ਕੌਣ ਨੇ। ਪੰਜਾਬੀ ਚੀਤੇ ਹੋਣੀ 151 ਦਾ ਗਰੁੱਪ, ਅਲੀ ਲੰਦਨ ਦਾ ਗਰੁੱਪ ਹੈ। ਇਹ ਜ਼ਰਾ ਸੁਣਿਓ, ਮੈਂ ਤੁਹਾਨੂੰ ਬੈਕ ਕੈਮਰੇ ਤੋਂ ਵੀ ਵਿਖਾਉਣਾ। ਟੱਟੀ ਖਾਣਿਓ ਤੁਹਾਡੇ ਕੱਲੇ ਸਪੋਰਟਰ ਦੀ ਭੈਣ ਦਾ ਕੂਸਾ ਪਾੜਦਿਆਂ ਹੋਏ।
ज़रा स्टॉप कीजिए, ज़रा आईडी चेक करियो। मलक कैसर, आमिर नज़ीर, ठीक है जी, पंजाबी चीता, ये शाहिद भाई भी उत्थे बैठे ने हैं, बड़े सियाने हो तुसी, ठीक है जी। ए देखियो ज़रा शाहिद भाई, पता जी ना मैं तुहाडे नाल भी अर्ज कीती सी। ਇਹ ਹੁਣ ਜ਼ਰਾ ਸੁਣਿਓ, ਇਹ ਗਾਲ ਕਿਹਨੂੰ ਕੱਢੀ ਸੀ? ਆਮਰ ਨਜ਼ੀਰ ਨੂੰ ਕੱਢੀ ਸੀ। ਕਿੰਨੇ? ਜੱਟ ਨੇ, ਜਿਹੜਾ ਕਾਦੀਆਨੀ ਹੈ। ਉਦੋਂ ਇਹਨਾਂ ਨੇ ਪੰਜਾਬੀ ਚੀਤੇ ਨੂੰ ਬੁਲਾ ਕੇ ਗਾਲਾਂ ਕਢਵਾਈਆਂ ਸੀ। ਮਲਕ ਸਾਹਿਬ ਉੱਚੀ ਬੋਲੋ, ਵੌਇਸ ਨਹੀਂ ਆ ਰਹੀ। ਮੈਂ ਕਹਿ ਰਿਹਾ ਕਿ ਇਹ ਉਹ ਬੰਦੇ ਬੈਠੇ ਦੇ ਨੇ ਕਿ ਜਦੋਂ ਆਮਰ ਨਜ਼ੀਰ ਨੂੰ ਜੱਟ ਕਾਦੀਆਨੀ ਨੇ ਆ ਕੇ ਗਾਲਾਂ ਕੱਢੀਆਂ ਸੀ ਮਾਵਾਂ ਭੈਣਾਂ ਦੀਆਂ, ਤੇ ਪੰਜਾਬੀ ਚੀਤਾ 151 ਅਲੀ ਲੰਦਨ ਵਾਲਾ ਗਰੁੱਪ ਇਹਨਾਂ ਨੇ ਬਿਠਾ ਕੇ ਤੇ ਗਾਲਾਂ ਕਢਾਈਆਂ ਸੀ, ਜਿੱਥੇ ਸ਼ਾਹਿਦ ਭਾਈ ਵੀ ਫਿਰ ਗਏ ਸੀ ਮਾਈਕ ਲਾ ਕੇ, ਠੀਕ ਹੈ ਜੀ। ਉਦੋਂ ਇਹ ਮਾਮਲਾਤ ਜਿਹੜਾ ਸੀ ਨਾ ਇਹ ਚੱਲੇ ਨੇ। ਇਹ ਬਹੁਤੀ ਪੁਰਾਣੀ ਵੀਡੀਓ ਨਹੀਂ ਹੈ, ਸਿਰਫ 1 ਹਫ਼ਤੇ ਪਹਿਲੇ ਦੀ, ਸਿਰਫ 1 ਹਫ਼ਤੇ ਪਹਿਲੇ ਦੀ, ਜ਼ਿਆਦਾ ਨਹੀਂ। ਇਹ ਆਮਰ ਨਜ਼ੀਰ ਨੂੰ ਜਦੋਂ ਮਾਂ ਭੈਣ ਦੀ ਗਾਲ ਕੱਢੀ ਜਾਏ, ਆਮਰ ਨਜ਼ੀਰ ਉਦੋਂ ਆ ਜਾਂਦਾ ਹੈ ਕਿ ਜਨਾਬ ਮੇਰੇ ਉੱਤੇ ਜਿਹੜਾ ਨਾ ਉਹ ਜ਼ੁਲਮ ਹੋ ਗਿਆ। ਤੇ ਇਹ ਹੁਣ ਤੁਸੀਂ ਅੱਗੋਂ ਆਪ ਹੀ ਸੁਣਿਓ, ਇਹ ਗਾਲਾਂ ਕੱਢ ਰਹੇ ਨੇ ਕਾਦੀਆਨੀਆਂ ਨੂੰ। ਇਹ ਜਿਹੜੇ ਸਾਨੂੰ ਗਾਲੀਬਾਜ਼ ਗਰੁੱਪ 'ਤੇ ਕਹਿੰਦੇ ਨੇ ਨਾ, ਇਹ ਆਪਣਾ ਜ਼ਰਾ ਹਿਸਾਬ ਲਾਓ ਤੇ ਆਮਰ ਨਜ਼ੀਰ ਦੀ ਪੂਰੀ ਗੱਲ ਵੀ ਸੁਣਿਓ ਅੱਗੋਂ। ਦਲੀਆ ਜੱਟ ਸਾਹਿਬ ਕਾਲ ਨੂੰ ਜਪਾ ਬਹੁਤ ਤੁਹਾਡੇ ਛੁੱਟ ਦੀ ਮਾਰੇ ਜੱਟ ਵੀ ਆ ਗਿਆ ਜੇ। ਜੱਟ ਦੀ ਮਾਨਸ ਨਾ ਕਰਾਂ ਤੇਰੀ ਨਾਲ, ਤੇਰੇ ਜੱਟ ਦੀ ਭੈਣ ਦਾ ਸਾਂਝਾ ਪਾੜ ਰਿਹਾ, ਤੇਰੇ ਕਾਣੇ ਮਸਰੂਰ ਦੀ ਮਾਨਸ ਨਾ ਕਰ ਰਿਹਾ ਏ। ਮਿਊਟ ਨਾ ਲਾ ਕੇ ਬੈਠ, ਤੇਰੇ ਕਾਣੇ ਮਸਰੂਰ ਦੀ ਮਾਨਸ ਨਾ ਕਰਾਂ ਤੇਰੀ ਨਾਲ। ਆ ਤੇਰੇ ਜੱਟ ਦੀ ਮਾਂ ਦਾ ਫੋਦਾ ਪਾੜ ਰਿਹਾ, ਤੇਰੇ ਕਾਣੇ ਮਸਰੂਰ ਦੀ ਮਾਨਸ ਨਾ ਕਰਾਂ ਦਲੀ ਦਿਆ ਬੱਚਿਆ। ਆ ਤੇਰੇ ਕਾਣੇ ਮਸਰੂਰ ਦੀ ਮਾਰੇ ਮੇਢੇ ਚ ਲਾਨਾ ਮਾਰਾ 0+1 ਤੇਰੀ ਮਾਂ ਦੇ ਮੱਥੇ ਚ ਲਾਨਾ ਕਸਿਆ ਕੰਜਰੀ ਦਿਆ ਬੱਚਿਆ। ਆ ਤੇਰੇ ਕਾਣੇ ਮਸਰੂਰ ਦੀ ਮਾਂ ਦੇ। ਹਾਂਜੀ ਭਾਜੀ, ਸਮਝ ਲੱਗੀ? ਹਾਂਜੀ ਹਾਂਜੀ ਮਲਕ ਭਾਈ, ਇਹ ਬਿਲਕੁਲ ਤੁਸੀਂ ਕਹੀ ਸਹੀ ਕਹਿ ਰਹੇ ਹੋ। ਔਰ ਇੱਕ ਹੋਰ ਵੀ ਅੱਗੇ ਵੀਡੀਓ ਵਿਖਾਣਾ, ਉੱਥੇ ਜਾ ਕੇ ਮਾਫੀਆਂ ਮੰਗ ਲੈਂਦਾ ਇਹ ਆਮਰ। ਉਹ ਵੀ ਵੀਡੀਓ ਵਿਖਾਣਾ ਜਿਹਦੇ ਵਿੱਚ ਆਮਰ ਨਜ਼ੀਰ ਡਾਇਰੈਕਟ ਕਹਿ ਰਿਹਾ ਕਿ ਸਾਡੇ ਕੋਲ ਇਹੋ ਜਿਹੇ ਵੀ ਬੰਦੇ ਹੈ ਨੇ। ਤੇ ਜਿਹੜੇ ਬੰਦੇ ਉਸ ਦਿਨ ਚੰਦਾ ਵੀ ਕਹਿੰਦੇ ਪਈ ਸੀ ਜੀ ਆਮਰ ਨਜ਼ੀਰ ਇਹ ਹੈ ਤੇ ਉਹ ਹੈ, ਠੀਕ ਹੈ ਜੀ, ਸਾਫ ਸਿੱਧੀ ਤੌਰ ਦੇ ਉੱਤੇ ਭੈਣ ਲੱਗਣੀ ਹੈ ਤੂੰ ਮੇਰੀ, ਠੀਕ ਹੈ। ਪਰ ਇੱਕ ਫਤਵਾ ਵੀ ਮੁਫਤੀ ਸਾਹਿਬ ਦੇ ਕੇ ਗਏ ਨੇ, ਉਸ ਦੇ ਉੱਤੇ ਵੀ ਹੁਣ ਅਸੀਂ ਗੌਰ ਕਰਨਾ ਕਿ ਪਹਿਲਾਂ ਤੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਨਿਕਾਹ ਦੀ ਤਿਆਰੀ ਕਰੋ, ਠੀਕ ਹੈ ਜੀ। ਔਰ ਇਹ ਚੀਜ਼ਾਂ ਮੈਂ ਪਹਿਲੇ ਵੀ ਦੱਸ ਚੁੱਕਿਆ ਸਾਂ, ਤੇ ਕਿਤੇ ਰਜੂਅ ਕਰੋ। ਜਿਹੜਾ ਬੰਦਾ ਉੱਥੇ ਬੈਠਾ ਦਾ ਸੀ, ਸ਼ੁਏਬ ਵੀ ਬੈਠਾ ਦਾ ਸੀ ਔਰ ਦੂਸਰੇ ਤੀਸਰੇ ਵੀ, ਠੀਕ ਹੈ ਜੀ, ਉਹ ਆਪਣੇ ਨਿਕਾਹ ਦੀ ਜ਼ਰਾ ਨਾ ਤਿਆਰੀ ਕਰਕੇ ਰੱਖੋ, ਠੀਕ ਹੈ ਜੀ। ਅਸੀਂ ਤੇ ਇਸ ਵਜ੍ਹਾ ਤੋਂ ਐਸੇ ਅਲਫਾਜ਼ ਨਹੀਂ ਬੋਲਦੇ ਹੈ ਕਿ ਕੀ ਆਪਣੀ ਬੁੱਢੀ ਨੂੰ ਨਹੀਂ ਮਲਕ ਭਾਈ, ਨਹੀਂ ਗਲਤ ਕੋਡ ਨਾ ਕਰੋ। ਫਤਵਾ ਜਿਹੜਾ ਹੈ ਉਹ ਮਲਕ ਕੈਸਰ ਦੇ ਉੱਪਰ ਹੈ, ਮਲਕ ਕੈਸਰ ਦੇ ਉੱਤੇ ਦਿੱਤਾ ਸੀ, ਪਰ ਮੁਫਤੀ ਸਾਹਿਬ ਨੇ ਵੀ ਅਰਜ਼ ਕੀਤੀ ਹੈ ਉਹਨਾਂ ਦੇ ਉੱਪਰ ਉਹਨਾਂ ਦੇ ਉੱਤੇ ਵੀ ਇਹੀ ਹੁਕਮ ਲੱਗਣਾ। ਤਾਲੀਮ ਜਿਹੜੀ ਹੈ ਨਾ ਉਹਨਾਂ ਨੂੰ ਗਲਤ ਗਈ ਹੈ, ਲਿਹਾਜ਼ਾ ਉਹ ਤਾਲੀਮ ਤੋਂ ਉਹ ਤਾਲੀਮ ਸੁਣ ਕੇ ਉਹ ਬਕਾਇਦਾ ਉਹ ਵੀ ਤੋਬਾ ਮਤਲਬ ਕਿ ਉਹ ਤਜਦੀਦ ਨਿਕਾਹ ਨਹੀਂ ਉਹਦੇ ਵਿੱਚ ਆਉਂਦਾ, ਉਹ ਤੋਬਾ ਕਰਨ ਕਿ ਅਸੀਂ ਉੱਥੇ ਬੈਠੇ ਭਾਈ ਉਸੇ ਜ਼ੁਮਰੇ ਦੇ ਵਿੱਚ ਆਉਂਦਾ ਨਾ। ਚਲੋ ਉਹਦੀ ਇੱਕ ਗੱਲ ਕਰਨੇ ਆ, ਪਤਾ ਨਹੀਂ ਚੱਲ ਚੁੱਕਿਆ। ਹਾਂਜੀ ਜੀ, ਉਹਦੀ ਇੱਕ ਗੱਲ ਕਰਨੇ ਆ। ਉਹਦੀ ਤੇ ਮੈਂ ਕਨਫਰਮ ਜਿਹੜੀ ਹੈ ਨਾ, ਮੇਰਾ ਰਿਕਾਰਡਿੰਗ ਵੀ ਕੀਤੀ ਔਰ ਮੈਂ ਉਹ ਪਲੇ ਵੀ ਕਰਾਂਗਾ ਇਨਸ਼ਾਅੱਲਾ। ਵੀਡੀਓ ਵੀ ਇਹਦੇ ਉੱਤੇ ਮੈਂ ਪਾਣੀ ਹੈ ਔਰ ਬਕਾਇਦਾ ਦੱਸਣਾ ਹੈ, ਕਿਉਂਕਿ ਇਹਨਾਂ ਨੂੰ ਕੋਈ ਗਾਲ ਗਲੋਚ ਜਾਂ ਐਸੀ ਕੋਈ ਹਰਕਤ ਅਸੀਂ ਨਹੀਂ ਹੁਣ ਕਰਨੀ। ਅਸੀਂ ਸਿਰਫ ਔਰ ਸਿਰਫ ਇੱਕ ਵੀਡੀਓ ਪਾ ਕੇ ਨਾ ਇਹਨਾਂ ਨੂੰ ਈਜ਼ੀ ਕਰ ਦੇਣਾ, ਔਰ ਜਿਹੜੇ ਆਪਣੇ ਸਾਡੇ ਬੰਦੇ ਨੇ ਅਸੀਂ ਉਹਨਾਂ ਨੂੰ ਕੰਪਲੀਟਲੀ ਤੌਰ ਦੇ ਉੱਤੇ ਅਸੀਂ ਦੱਸ ਦੇਣਾ ਕਿ ਭਾਈ ਕੱਲ੍ਹ ਨੂੰ ਇਹ ਬੰਦੇ ਸਿਆਹ ਕਰਨ, ਸਫੈਦ ਕਰਨ, ਇਹਨਾਂ ਦੇ ਜ਼ਿੰਮੇਦਾਰ ਆਏ ਨੇ। ਅਸੀਂ ਇਹਨਾਂ ਦੇ ਨਾਲ ਨਹੀਂ ਹੈਗੇ। ਸਾਡੇ ਨਾਲ ਉਮੇ ਰੁਬਾਬ ਵਾਲਾ ਕੰਮ ਅਸੀਂ ਨਹੀਂ ਹੋਣ ਦੇਣਾ ਸਾਫ਼ ਤੌਰ ਦੇ ਉੱਤੇ। ਅਸੀਂ ਖਤਮੇ ਨਬੂਵਤ ਦਾ ਕੰਮ ਕਰਨਾ ਹੈ ਔਰ ਖਤਮ, ਠੀਕ ਹੈ ਜੀ। ਨਾ ਲਾਈਵਾਂ ਇਹਨਾਂ ਦੇ ਉੱਤੇ ਚਲਾਉਣੀਆਂ, ਨਾ ਕੋਈ ਐਸੀ ਗੱਲ ਕਰਨੀ, ਨਾ ਕੋਈ ਬਾਤ ਕਰਨੀ। ਉਹ ਜਿਹੜੇ ਗਾਲੀਬਾਜ਼ ਸਾਨੂੰ ਵੀ ਬਣਾ ਰਹੇ ਨੇ ਜਾਂ ਜਿਹੜੇ ਗਾਲੀਆਂ ਤੋਂ ਬਚਦੇ ਪਏ ਨੇ, ਉਹ ਪਹਿਲਾਂ ਸਾਨੂੰ ਆਪ ਹੀ ਜਿਹੜਾ ਨਾ ਇਹਨਾਂ ਨੇ ਗਾਲਾਂ ਦੇ ਉੱਤੇ ਲਵਾਇਆ ਵੇ ਕਿ ਜਦੋਂ ਇਹਨਾਂ ਦੇ ਮਸਲੇ ਹੁੰਦੇ ਸਨ ਤੇ ਉਦੋਂ ਸਾਨੂੰ ਅੱਗੇ ਕਰ ਦਿੰਦੇ ਸਨ ਕਿ ਭਾਈ ਸਾਡੇ ਨਾਲ ਇਹ ਮਸਲਾ ਹੋ ਗਿਆ ਤੇ ਬਰਾੜ ਲਾਈ ਲਈਏ ਤੇ ਕੀ ਕਰੀਏ ਤੇ ਦੱਸੋ ਜੀ ਇਹ ਤੇ ਉਹ। ਹੁਣ ਜਦੋਂ ਆਪਣਾ ਉਹ ਕਹਿੰਦੇ ਨੇ ਨਾ ਆਪਣਾ ਪੱਲਾ ਜਿਹੜਾ ਨਾ ਉਹ ਸਾਫ਼ ਪੇ ਕਰਦੇ ਨੇ, ਔਰ ਇਹ ਮੁਨਾਫਕਤ ਹੁੰਦੀ ਹੈ। ਔਰ ਮੁਨਾਫਿਕ ਨਾਲੋਂ ਜਿਹੜਾ ਨਾ ਬੰਦਾ ਕਾਫਰ ਹੋ ਜੇ ਉਹ ਬਿਹਤਰ ਹੈ, ਕਿਉਂਕਿ ਮੁਨਾਫਿਕ ਦਾ ਜਿਹੜਾ ਦਰਜਾ ਹੈ ਨਾ ਉਹ ਕਾਫਰ ਨਾਲੋਂ ਜ਼ਿਆਦਾ ਹੈ, ਠੀਕ ਹੈ ਜੀ। ਉਹਨੂੰ ਘੱਟ ਅਜ਼ਾਬ ਹੋਏਗਾ ਕਾਫਰ ਨੂੰ, ਕਿ ਮੁਨਾਫਿਕ ਨੂੰ ਜ਼ਿਆਦਾ ਅਜ਼ਾਬ ਹੋਏਗਾ। ਔਰ ਇਹ ਮੁਨਾਫਕਤ ਪੇ ਕਰਦੇ ਨੇ ਕਿ ਸਾਨੂੰ ਬਹਿ ਕੇ ਭਾਈ ਜੀ ਭਾਈ ਜੀ ਭਾਈ ਜੀ, ਔਰ ਦੂਸਰੇ ਪਾਸੇ ਜਿਹੜਾ ਨਾ ਮਾਮਲਾ ਤਾਂ। ਔਰ ਮੈਂ ਇਹ ਵੀ ਅਰਜ਼ ਕੀਤੀ ਸੀ ਕਿ ਇੱਕ ਵਾਰੀ ਨਹੀਂ ਮੈਂ 3 ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਪਰਸਨਲ ਦੇ ਵਿੱਚ
ਠੀਕ ਹੈ ਜੀ, ਪਰਸਨਲ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਇੱਕ ਹੱਦ ਹੁੰਦੀ ਹੈ। ਔਰ ਮੈਂ ਨਹੀਂ ਸੀ ਚਾਹ ਰਿਹਾ ਹੈਗਾ ਕਿ ਭਾਈ ਮੈਂ ਅਗਰ ਕਿਸੇ ਨੂੰ ਕੁਝ ਕਿਹਾ ਹੋਵੇ ਔਰ ਮੈਂ ਇਹਨਾਂ ਦੇ ਉੱਤੇ ਅੱਜ ਤੋਂ ਬਾਅਦ ਮੈਂ ਗੱਲ ਵੀ ਨਹੀਂ ਕਰਨੀ, ਵੀਡੀਓ ਪਾਣੀ, ਔਰ ਵੀਡੀਓ ਜਿਹੜੀ ਉਹ ਮੈਂ ਤਮਾਮ ਜਿਹੜਾ ਇਹਨਾਂ ਦੋਸਤਾਂ ਨੂੰ ਸੈਂਡ ਕਰ ਦੇਣੀ ਹੈ। ਉਹਨਾਂ ਨੂੰ ਕਹਿਣਾ ਕਿ ਭਾਈ ਨੈਕਸਟ ਟਾਈਮ ਇਹਨਾਂ ਬੰਦਿਆਂ ਦੇ ਨਾਲ ਅਗਰ ਕੋਈ ਬੰਦਾ ਤੁਸੀਂ ਬੈਠਾ ਦੇਖੋ, ਤੇ ਬਾਕੀ ਅੱਲਾ ਖੈਰ ਕੀਤੀ ਉਹ ਜੋ ਤੁਹਾਡਾ ਦਿਲ ਕਰੇ, ਕਿਉਂਕਿ ਜਿਹੜਾ ਬੰਦਾ ਗੁਸਤਾਖ ਦਾ ਨਾਲ ਗੁਸਤਾਖੀ 'ਚ ਸ਼ਾਮਲ ਹੋਏਗਾ, ਸਾਡੀ ਨਜ਼ਰਾਂ 'ਚ ਭਾਜੀ ਉਹ ਵੀ ਗਲਤ ਹੈ, ਭਾਵੇਂ ਸਕਾ ਭਰਾ ਹੀ ਕਿਉਂ ਨਾ ਹੋਵੇ। ਮਲਕ ਠੀਕ ਹੈ ਭਾਈ ਉਹ ਤੁਸੀਂ 16 ਨੇ ਗੱਲਾਂ ਸਾਰੀਆਂ ਤੇ ਖੋਲੋ। ਅੱਛਾ ਹੁਣ ਆ ਰਹੀ ਆਵਾਜ਼? ਜੀ ਜੀ ਇੱਧਰ ਮੈਂ ਡ੍ਰੌਪ ਕਰਾਂ, ਸੌਰੀ। ਅੱਛਾ, ਤੁਸੀਂ ਸਾਰੀਆਂ ਗੱਲਾਂ ਬਿਹਤਰ ਕੀਤੀਆਂ ਭਾਈ, ਮੈਂ ਤੁਹਾਡੇ ਨਾਲ ਇਤਫਾਕ ਕਰਨਾ ਹੈ, ਲੇਕਿਨ ਮੈਨੂੰ ਇਹ ਜਾਣੇ 'ਚ ਜਾਂ ਮੁਨਾਫਕਤ ਜਾਂ ਭੇੜਾਂ ਫॉर एग्जांपल ਆਮਰ ਨਜ਼ੀਰ ਸਾਹਿਬ ਹੋ ਗਏ ਨੇ, ਠੀਕ ਹੈ ਨਾ। ਆਮਰ ਨਜ਼ੀਰ ਸਾਹਿਬ ਦੀ ਮਾਂ ਭੈਣ ਦੀ ਗਾਲੀ ਨਿਕਲਦੀ, ਉਹਨਾਂ ਨੂੰ ਨਿਕਲਦੀ ਹੈ, ਤੇ ਆਮਰ ਨਜ਼ੀਰ ਸਾਹਿਬ ਨੂੰ ਖਤਮੇ ਨਬੂਵਤ ਯਾਦ ਆ ਜਾਂਦੀ ਆ, ਕਾਦੀਆਂ ਸ਼ਾਤਮੀਅਤ ਕਰ ਦਿੱਤੀ ਆ। ਉੱਦਾਂ ਆਮਰ ਸਾਹਿਬ ਬਗਲ ਬੱਚਾ ਬਣਾ ਕੇ ਬਿਠਾਣ, ਉਹਨੂੰ ਫਲਾਣੇ ਨੂੰ ਤਲਤ ਮਰੱਬੀ ਨੂੰ ਬਿਠਾਣ, ਤੇ ਉਸ ਤੋਂ ਬਾਅਦ ਅਲੀਮ ਨੂੰ ਬਿਠਾਣ, ਤੇ ਉਸ ਤੋਂ ਬਾਅਦ ਨਾਸਰ ਬੱਟ ਨੂੰ ਬਿਠਾਣ, ਇਹਨਾਂ ਦਾ ਕਾਦੀਆਨੀਆਂ ਦਾ 2-4-5 ਹੋਰ ਬੰਦੇ ਫਰਗਾਨ ਫੋਰਸ ਵਾਲਿਆਂ ਨੂੰ ਬਿਠਾਣ, ਠੀਕ ਆ ਨਾ। ਤੇ ਜਦੋਂ ਆਮਰ ਸਾਹਿਬ ਦੀ ਮਾਂ ਭੈਣ ਤੇ ਫਿੰਗਰ ਪੁਆਇੰਟਿੰਗ ਹੁੰਦੀ ਹੈ, ਉਸ ਟਾਈਮ ਆਮਰ ਸਾਹਿਬ ਨੂੰ ਖਤਮੇ ਨਬੂਵਤ ਯਾਦ ਆ ਜਾਂਦੀ, ਸਰਕਾਰ ਦੀ ਸ਼ਾਤਮੀਅਤ ਤੇ ਹੋ ਗਈ, ਸਰਕਾਰ ਤੇ ਸ਼ਾਤਮੀਅਤ ਹੋ ਗਈ, ਇਹ ਮਰਜ਼ਈ ਇਸ ਤਰ੍ਹਾਂ, ਇਹ ਫਲਾਣਾ, ਇਹ ਟਮਕਾਣਾ। ਤੂੰ 4 ਅੱਖਰ ਵੀਰੇ ਪੜ੍ਹ ਲਏ ਆ, ਠੀਕ ਆ, ਮੰਨ ਲਿਆ ਤੂੰ ਪੜ੍ਹ ਲਏ, ਤੇਰਾ ਦਿਮਾਗ ਕੰਮ ਕਰਦਾ, ਤੂੰ ਇਹਨਾਂ ਨਾਲ ਜਾ ਕੇ ਡਿਬੇਟ ਕਰਦਾ, ਲੇਕਿਨ ਇਹ ਕਿੱਥੇ ਦਾ ਇਨਸਾਫ ਆ ਕਿ ਮਲਕ ਕੈਸਰ ਕਾਸ਼ਫ ਭਾਈ ਨੂੰ ਕਵੇ, ਤੇ ਜਾਂ ਤੇਰੀ ਜਦੋਂ ਮਾਂ ਭੈਣ ਦੀ ਮੰਜੀ ਠੋਕੇ ਤੇ ਉਦੋਂ ਤੈਨੂੰ ਖਤਮੇ ਨਬੂਵਤ ਯਾਦ ਆਏ, ਉਦੋਂ ਤੂੰ ਤਿਲ ਮਿਲਾਵੇਂ ਵੀ, ਤੂੰ ਗੁੱਸੇ 'ਚ ਵੀ ਛੱਤਾਂ 'ਚ ਵੀ ਜਾ ਕੇ ਵਜੇ, ਗੱਡੀ ਦੀਆਂ ਛੱਤਾਂ 'ਚ ਵੀ ਵੱਜੇ, ਉੱਦਾਂ ਤੈਨੂੰ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਬਗੈਰਤੀ ਹੈ ਸਰਾਸਰ ਭਾਈ ਜੀ। ਇਹਦੇ 'ਤੇ ਮੈਂ ਸਿਰਫ ਇਹ ਕਹਿ ਰਿਹਾ ਕਿ ਅਸੀਂ ਆਪਣਾ ਜਿਹੜਾ ਥੋੜ੍ਹਾ ਜਿਹਾ ਸਟਾਈਲ ਚੇਂਜ ਕਰਨਾ, ਜਿੱਥੇ ਸਾਨੂੰ ਰਿਵਰਸ ਗੇਅਰ ਲਾਣਾ ਪਿਆ ਨਾ, ਜਿਹੜਾ ਸਾਡਾ ਪ੍ਰੀਵੀਅਸ ਸਟਾਈਲ ਹੈਗਾ ਹੈ ਉਹ ਵੀ ਕਰਾਂਗੇ, ਲੇਕਿਨ ਇਹਨਾਂ ਦੀ ਇਸ ਤਰ੍ਹਾਂ ਮਿੱਠੇ ਕਰਕੇ ਮੰਜੀ ਠੋਕੋ, ਆਵਾਮ ਤੱਕ ਸਹੀ ਸਾਡੀ ਗੱਲ ਵੀ ਜਾਵੇ, ਆਵਾਮ ਤੱਕ ਸਾਡੀ ਗੱਲ ਵੀ ਜਾਵੇ, ਆਵਾਮ ਨੂੰ ਪਤਾ ਵੀ ਲੱਗੇ ਅਸੀਂ ਕਲਪਦੇ ਕੀ ਪਏ ਆ, ਅਸੀਂ ਆਪਣੀ ਗੱਲ ਨਹੀਂ ਕਰਦੇ, ਠੀਕ ਹੈ ਨਾ। ਇਗਨੋਰ ਅਸ, ਅਸੀਂ ਜਿਹੜਾ ਮੈਸੇਜ ਕਨਵੇ ਕਰਨਾ ਚਾਹ ਰਹੇ ਨਾ, ਸਾਡਾ ਸਿਰਫ ਮਕਸਦ ਖਤਮੇ ਨਬੂਵਤ ਆ। ਮੈਂ 2003 ਤੋਂ ਮੈਂ ਯਾਹੂ ਤੇ ਪੈਲਟਾਕ, ਬੇਲੈਕਸ ਤੇ ਫਲਾਣਾ ਮੈਂ ਸਭ ਗਾਲਾਂ ਕੱਢ ਕੇ ਆਇਆ, ਇੱਥੇ ਆ ਕੇ ਮੈਂ ਕੰਨ ਨੂੰ ਹੱਥ ਲਾਏ ਨਹੀਂ ਕੱਢਣੀਆਂ, ਸਿਰਫ ਇੱਥੇ ਬੈਠਾ ਜਿਹੜੇ ਕਾਦੀਆਂ ਨਹੀਂ ਆ ਕੇ ਸ਼ਾਤਮਤ ਕਰਦੇ ਕੱਢਾਂਗਾ ਮੈਂ ਉਹਨਾਂ ਨੂੰ, ਠੀਕ ਹੈ ਨਾ। ਉਹ ਮੇਰਾ ਰੱਬ ਮੈਨੂੰ ਮਾਫ ਕਰੇ, ਉਹ ਮੇਰਾ ਤੇ ਮੇਰੇ ਰੱਬ ਦਾ ਮਸਲਾ ਹੈ। ਕਰੋ ਤੁਸੀਂ ਗੱਲ ਭਾਈ। ਤੁਸੀਂ ਦੇਖੋ ਗੁਜਰ ਭਾਈ, ਕਾਸ਼ਫ ਭਾਈ ਨੂੰ ਅਮਰ ਭਾਈ 1 ਮਿੰਟ, ਵਾਲੇਕੁਮ ਅਸਲਾਮ। ਦੇਖੋ ਮੈਂ ਨਾ ਜਿਹੜੇ ਹੁੰਦੇ ਨੇ ਨਾ ਆਪਣੇ ਭਰਾ, ਉਹਨਾਂ ਨੂੰ ਲਹਿਦਾ ਕਰਕੇ ਬੰਦਾ ਸਮਝਾ ਲੈਂਦਾ, ਗੱਲ ਕਰ ਲੈਂਦਾ। ਇਹ ਬਹੁਤ ਬੁਰੀ ਹਰਕਤ ਹੈ। ਉੱਥੇ ਕਾਦੀਆਨੀ ਬੈਠੇ ਨੇ, ਆਪਣੇ ਭਰਾ ਬੈਠੇ ਨੇ, ਤੇ ਉੱਥੇ ਕਹਿੰਦਾ ਹਾਲੇ ਕਾਸ਼ਫ ਭਾਈ ਸਿਰਫ ਬੋਲੇ ਹੀ ਨੇ, ਸਿਰਫ ਹਾਲੇ ਗੁਫ਼ਤਗੂ ਸ਼ੁਰੂ ਕੀਤੀ, ਉਹ ਕਹਿੰਦਾ ਇਹਨੂੰ ਕਿਹਨੇ ਲਿਆ, ਇਹ ਵੜਦੇ ਕਿਉਂ ਨੇ ਇੱਥੇ ਸਾਡੀਆਂ ਬਰਾਡਾਂ 'ਚ, ਹੈ ਕਾਦੀਆਨੀਆਂ ਦੀ ਬਰਾੜ ਹੈ, ਇੱਥੇ ਵੜਦੇ ਕਿਉਂ ਨੇ? ਉਹ ਜਿਹੜਾ ਮਲਕ ਕੈਸਰ ਹੈ, ਉਹ ਜਿਹੜਾ ਕਹਿਣਾ ਕਿ ਦਾਅਵੇ ਨਬੂਵਤ ਹੀ ਸਾਬਤ ਨਹੀਂ ਹੈਗਾ, ਉਹ ਕਹਿੰਦਾ ਇੱਥੇ ਵੜਦੇ ਕਿਉਂ ਨੇ? ਇਹ ਤਾਂ ਇੱਥੇ ਵੜਦੇ ਨੇ, ਇੰਨਾ ਕੋਈ ਆਉਂਦਾ ਕੋਈ ਨਹੀਂ ਹੈ, ਮੇਰੇ ਕੋਲ ਬੜੇ ਆਉਂਦੇ ਨੇ, ਕਿਉਂਕਿ ਮੈਂ ਮੂੰਹ 'ਚ ਮੂੰਹ, ਯਾਰ ਇੰਨੀ ਇਨਸਲਟ ਲਾਈਵ ਹੁੰਦੀ ਹੈ ਨਾ ਜਦੋਂ, ਔਰ ਆਪਣੇ ਭਰਾ ਦੇ, ਔਰ ਖਾਸ ਕਰ ਮੁਫਤੀ ਸਾਹਿਬ ਦੇ ਕਰੀਬੀ ਹੋਣ, ਤੇ ਉਹਨਾਂ ਨੂੰ ਯਾਰ ਬੰਦਾ ਲਹਿਦਾ ਸਮਝਾ ਲੈਂਦਾ ਕਿ ਯਾਰ ਕਾਸ਼ਫ ਸਾਹਿਬ ਇਹ ਗੱਲ ਨਾ ਮੈਨੂੰ ਇੰਝ ਲੱਗੀ ਹੈ, ਤੇ ਇਹਨਾਂ ਤੁਸੀਂ ਥੋੜ੍ਹਾ ਜਿਹਾ ਨਾ ਇਹਨੂੰ ਇੰਝ ਕਰ ਲਓ, ਠੀਕ ਹੈ। ਤੇ ਕਾਸ਼ਫ ਭਾਈ ਨੇ ਕੀ ਕਹਿਣਾ ਸੀ ਅਮਨ ਭਾਈ ਨੂੰ ਕਿ ਨਹੀਂ ਮੈਂ ਨਹੀਂ ਤੁਹਾਡੀ ਗੱਲ ਮੰਨਣੀ, ਤੂੰ ਕੌਣ ਹੁੰਦਾ ਕਹਿਣ ਵਾਲਾ? ਕਦੇ ਵੀ ਉਹਨਾਂ ਨੇ ਨਹੀਂ ਸੀ ਕਹਿਣਾ, ਲੇਕਿਨ 3600 ਬੰਦਿਆਂ ਦੇ ਵਿੱਚ ਇੰਝ ਦੀ ਗੁਫ਼ਤਗੂ ਕਰਨੀ, ਔਰ 3600 ਬੰਦਿਆਂ ਦੇ ਵਿੱਚ ਇਸ ਤਰ੍ਹਾਂ ਦੇ ਕਲਮਾਤ ਅਦਾ ਕਰਨੇ, ਔਰ ਫਿਰ ਇਨਸਲਟ ਕਰਨੀ, ਔਰ ਫਿਰ ਕਹਿਣਾ ਕਿ ਉਸ ਯਾਨੀ ਕਿ ਜੋ ਸਟਾਈਲ ਮੁਫਤੀ ਸਾਹਿਬ ਦਾ ਹੈ, ਕਾਸ਼ਫ ਭਾਈ ਨੇ ਜਿਹਦੀ ਇਹ ਬਰਾੜ ਦੀ ਮੈਂ ਗੱਲ ਕਰ ਰਿਹਾ, ਉੱਥੇ ਗਾਲ ਵੀ ਕੋਈ ਨਹੀਂ ਦਿੱਤੀ ਹੈਗੀ, ਤੇ ਜਿਹੜਾ ਸਟਾਈਲ ਮੰਜੀ ਠੋਕਣ ਦਾ ਮੁਫਤੀ ਸਾਹਿਬ ਦਾ, ਉਹੀ ਸਟਾਈਲ ਸਾਡਾ ਹੈਗਾ ਕਿ ਭਾਈ ਅਸੀਂ ਇਹਨਾਂ ਨੂੰ ਕਦੀ ਵੀ ਅਸੀਂ ਮਾਫੀ ਨਹੀਂ ਦਿੱਤੀ ਹੈ, ਕਦੀ ਅਸੀਂ ਨਹੀਂ ਕਦੀ ਇਹਨਾਂ ਦੇ ਨਾਂ ਇਹਨਾਂ ਨੂੰ ਸੁਣਦੇ ਅਸੀਂ ਰਵਾਦਾਰ ਹੈਗੇ ਨੇ ਕਿ ਜਾ ਕੇ ਉੱਥੇ ਬਹਿ ਕੇ ਸੁਣੀਏ ਇਹਨਾਂ ਨੂੰ, ਤੇ ਨਾ ਹੀ ਅਸੀਂ ਜਿਹੜਾ ਨਾ ਆਪਣੀ ਬਰਾਡਾਂ ਦੇ ਬਹਾ ਕੇ ਇਹਨਾਂ ਕੋਲੋਂ ਸ਼ਾਤਮੀਅਤ ਕਰਾਉਂਦੇ ਹਾਂ। ਤੇ ਉਹੀ ਸਟਾਈਲ, ਤੇ ਉਹ ਕਹਿ ਰਿਹਾ ਕਿ ਇਹਨਾਂ ਦੇ ਕੋਲ ਨਾ ਵੜਦਾ ਕੋਈ ਨਹੀਂ, ਕਿਉਂਕਿ ਇਹ ਨਾ ਗਾਲੀ ਬਾਜ਼ ਰਹੇ। ਇੱਕ ਮੈਂ
ਮੁਫਤੀ ਸਾਹਿਬ ਦੇ ਹਵਾਲੇ ਨਾਲ ਵੀ ਗੱਲ ਸੁਣੀ ਹੋਈ ਹੈ, ਅਮਨ ਨਜ਼ੀਰ ਨੇ ਕੀਤੀ ਇਹ ਗੱਲ ਕਿ ਭਾਈ ਇਹਨਾਂ ਦਾ ਸਟਾਈਲ ਹੋ ਰਿਹਾ, ਮੇਰਾ ਹੋ ਰਿਹਾ ਤੇ ਤਾਂ ਜਿਹੜੇ ਨਾ ਇਹਨਾਂ ਕੋਲ ਨਾ ਵਲਦੇ ਨੇ ਕਾਦੀਆਨੀ, ਮੁਫਤੀ ਸਾਹਿਬ ਕੋਲ ਨਾ ਵਲਦੇ ਨੇ ਗੱਲ ਕਰਨਗੇ ਤੇ ਮੇਰੇ ਨਾਲ ਬੜੀ ਕਰ ਲੈਂਦੇ ਨੇ, ਕਿਉਂਕਿ ਮੈਂ ਬੜਾ ਇਹਨਾਂ ਦਾ ਨਾ ਚਹੀਤਾ ਹੈਗਾ। ਤੇ ਮਤਲਬ ਤੇ ਇਹੀ ਹੋ ਗਿਆ ਨਾ ਕਿ ਮੁਫਤੀ ਸਾਹਿਬ ਨਾਲ ਨਹੀਂ ਗੱਲ ਕਰਦੇ ਹੈਗੇ ਨੇ, ਮੇਰੇ ਨਾਲ ਗੱਲ ਕਰਦੇ ਨੇ। ਤੇ ਇੰਨੇ ਬੰਦਿਆਂ ਦੇ ਵਿੱਚ ਇੰਝ ਦੀ ਗੱਲ ਕਰਨੀ ਬੜੀ ਵੱਡੀ ਜਿਹੜੀ ਨਾ ਉਹ ਖਤਮੇ ਨਬੂਵਤ ਦੇ ਆਪਣੇ ਭਰਾਵਾਂ ਦੀ ਇਨਸਲਟ ਹੈਗੀ ਹੈ। ਤੇ ਭਾਈ ਇਹ ਤੇ ਬਿਲਕੁਲ ਬਰਦਾਸ਼ਤ ਨਹੀਂ ਹੈਗੀ। ਮੈਂ ਪਹਿਲਾਂ ਜਦੋਂ ਟਿਕਟੋਕ ਤੋਂ 2 ਮਹੀਨੇ ਗਾਇਬ ਰਿਹਾ, ਉਦੋਂ ਵੀ ਮੈਨੂੰ ਪਤਾ ਚੱਲਿਆ ਕਿ ਭਾਈ ਉਹ ਖਲੀਫਾ ਵਕਤ ਸਹਾਬਾ ਦੇ ਗੁਸਤਾਖਾਂ ਨੂੰ ਬਹਾ ਕੇ ਤੇ ਸਾਨੂੰ ਗਲਤ ਕਿਹਾ ਜਾ ਰਿਹਾ, ਉਹਨਾਂ ਨੂੰ ਸਹੀ ਕਿਹਾ ਜਾ ਰਿਹਾ। ਉਹਨਾਂ ਨੂੰ ਫਿਰ ਜਾਣ ਬੁੱਝ ਕੇ ਬਹਾ ਕੇ ਕਿ ਮੈਂ ਬਹਾਵਾਂਗਾ ਤੇ ਇਹ ਫਿਰ ਨਾ ਆਉਣਾ ਬੰਦ ਹੋ ਜਾਣਗੇ ਇੱਥੇ ਮੇਰੇ ਕੋਲੋਂ। ਠੀਕ ਹੈ, ਮੈਂ ਸ਼ਾਤਮੇ ਰਸੂਲ ਸ਼ਾਤਮੇ ਸਹਾਬਾ ਕਰਨ ਵਾਲੇ ਲੋਕਾਂ ਨੂੰ ਮੈਂ ਬਹਾ ਲਵਾਂਗਾ, ਮੈਂ ਉਹ ਮਨਜ਼ੂਰ ਕਰ ਲਾਂਗਾ ਤੇ ਇਹਨਾਂ ਨੂੰ ਨਹੀਂ ਮੈਂ ਆਉਣ ਦੇਣਾ। ਐਸੀ ਯਾਨੀ ਕਿ ਨਾ ਮੈਂ ਕਹਿੰਦਾ ਦਿਲ ਦੇ ਵਿੱਚ ਐਸੀ ਕੋਈ ਗੱਲ ਰੱਖਣ ਵਾਲੇ ਜਿਹਦੇ ਮੈਂ ਕਹਿੰਦਾ ਮੈਂ ਨਹੀਂ ਇਹਨੂੰ ਐਕਸੈਪਟ ਕਰਦਾ ਐਸੀ ਦੀ ਗੱਲ ਨੂੰ, ਬਗੈਰਤੀ ਹੈ ਤੇ ਜੀ। ਅਸਲਾਮ ਵਾਲੇਕੁਮ ਰਹਿਮਤੁਲਾਹ ਬਰਕਾਤੁਹੂ। ਬਸ 1 ਮਿੰਟ ਮੈਨੂੰ ਗੱਲ ਕਰ ਲੈਣ ਦੇਣਾ ਫਿਰ ਮੈਂ ਚਲਾ ਜਾਣਾ ਵਾ। ਇਹ ਮੈਂ ਸਾਰੀਆਂ ਬਰਾਡਾਂ ਤੇ ये मुनाफिक है जी। ਮੇਰੀ ਆਵਾਜ਼ ਆ ਰਹੀ ਹੈ? ਹੈਲੋ ਉਸਮਾਨ ਭਾਈ, ਮੇਰੀ ਆਵਾਜ਼ ਆ ਰਹੀ ਹੈ? जी 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 बाबर भाई आपकी भाई। ਅੱਛਾ ਮੈਂ ਸਿਰਫ ਇਹ ਕਹਿਣਾ ਚਾਹ ਰਿਹਾ ਵਾਂ, ਮੈਨੂੰ ਤੁਸੀਂ ਕਿਸੇ ਵੀ ਬਰਾਡ ਤੇ ਦੇਖੋ ਨਾ ਤੇ ਮੈਂ ਰਿਕਾਰਡਿੰਗਾਂ ਕਰ ਰਿਹਾ ਹੁੰਦਾ ਵਾਂ। ਮੇਰੇ ਚੈਨਲ ਦੇ ਉੱਤੇ ਸਾਰੀਆਂ ਰਿਕਾਰਡਿੰਗਾਂ ਪਈਆਂ ਨੇ, ਜਦੋਂ ਮੈਂ ਔਨ ਹੋਵਾਂ ਮੈਂ ਰਿਕਾਰਡਿੰਗ ਕਰ ਰਿਹਾ ਹੁੰਦਾ। ਠੀਕ ਹੈ, ਅਗਰ ਮੇਰੇ ਕਿਸੇ ਭਰਾ ਨੂੰ ਮੇਰੀ ਰਿਕਾਰਡਿੰਗ ਬੁਰੀ ਲੱਗੇ ਜਾਂ ਕੋਈ ਮੇਰਾ ਅਮਲ ਬੁਰਾ ਲੱਗੇ, ਮੇਰੇ ਫੋਨ ਨੰਬਰ ਤੁਹਾਡੇ ਕੋਲ ਨੇ ਸਾਰਿਆਂ ਕੋਲ, ਭਾਈ ਮੈਨੂੰ ਤੁਸੀਂ ਰਾਬਤਾ ਕਰਕੇ ਕਹਿ ਸਕਦੇ ਹੋ। ਮੇਰੇ ਵਾਸਤੇ ਮੁਫਤੀ ਸਾਹਿਬ, ਮੁਫਤੀ ਮੁਬਸ਼ਰ ਸਾਹਿਬ ਮੇਰੇ ਉਸਤਾਦ ਨੇ, ਮੇਰੇ ਵਾਸਤੇ ਉਹਨਾਂ ਦਾ ਹਰ ਲਫ਼ਜ਼ ਹਰਫ ਆਖਰ ਹੈ ਤੇ ਤੁਹਾਡੇ ਭਰਾਵਾਂ ਵਾਸਤੇ ਵੀ। ਤੁਸੀਂ ਭਰਾ ਵੀ ਮੈਨੂੰ ਜੋ ਕਹੋਗੇ ਮੈਂ ਉਂਝ ਕਰਾਂਗਾ। ਠੀਕ ਹੈ, ਤੇ ਮੈਂ ਅਗਰ ਕਿਤੇ ਬੈਠਾ ਵਾਂ ਤੇ ਉਹਦਾ ਇਹ ਮਤਲਬ ਨਹੀਂ ਕਿ ਮੈਂ ਉਹਨਾਂ ਦੇ ਨਾਲ ਹੈਗਾ ਵਾਂ। ਨਾਲੇ ਮੈਂ ਉੱਤੇ ਬਹੁਤ ਘੱਟ ਨਾ ਹੋਣ ਦੇ ਬਰਾਬਰ ਜਾਂਦਾ ਹੁੰਦਾ ਵਾਂ, ਲੇਕਿਨ ਜਿੱਥੋਂ ਤੁਸੀਂ ਸਾਰੇ ਮਨਾ ਕਰੋਗੇ ਮੈਂ ਕਦੀ ਵੀ ਨਹੀਂ ਜਾਵਾਂਗਾ। ਮੇਰਾ ਚੈਨਲ ਦੇਖ ਲਓ, ਸਾਰੀਆਂ ਰਿਕਾਰਡਿੰਗਾਂ ਮੈਂ ਕੀਤੀਆਂ ਅਜੇ। ਥੈਂਕ ਯੂ, ਬਸ ਇਹੀ ਕਹਿਣਾ ਚਾਹੁੰਦਾ ਸੀ। ਥੈਂਕ ਯੂ ਸੋ ਮਚ। ਜੀ ਜਜ਼ਾਕਲਾ ਜੀ ਮਲਕ ਭਾਈ। ਵੈਲਕਮ ਹੋ ਗਿਆ ਤੇ ਪੂਰੇ ਭਾਰਤ ਨਾਲ ਵੈਲਕਮ ਹੋ ਗਿਆ। ਔਰ ਇਨਸ਼ਾਅੱਲਾ ਮੈਂ ਪ੍ਰਾਈਵੇਟ 'ਚ ਤੇਰੇ ਨਾਲ ਜ਼ਰਾ ਨਾਲ ਗੱਲ ਕਰਨੀ ਹੈ ਤੇ ਫਿਰ ਪ੍ਰਾਈਵੇਟ ਦੇ ਵਿੱਚ ਜਿਹੜਾ ਨਾ ਅਸੀਂ ਗੱਲ ਕਰਨੇ ਆ। ਕਰਨੀ ਸੀ ਇਹ तमाम ਚੀਜ਼ਾਂ, ਮੇਰਾ ਕੰਮ ਸੀ तमाम ਦੋਸਤਾਂ ਦੇ ਅੱਗੇ ਰੱਖ ਦੇਣਾ ਕਿ ਕੱਲ ਨੂੰ ਭਾਈ ਮੇਰੇ ਉੱਤੇ ਕੋਈ ਬੰਦਾ ਇਤਰਾਜ਼ ਕਿਸੇ ਕਿਸਮ ਦਾ ਨਾ ਕਰੇ ਕਿ ਭਾਈ ਜਿਹੜਾ ਨਾ ਮਤਲਬ ਤੂੰ ਜਿਹੜਾ ਨਾ ਜ਼ਿਆਦਤੀ ਕੀਤੀ ਹੈ। ਠੀਕ ਹੈ ਜੀ, ਤੂੰ ਉਹ ਕੀ ਇਹਨੂੰ ਆਖੀਦਾ ਕਿ ਸਾਡਾ ਜਿਹੜਾ ਨਾ ਦਿਲ ਦੁਖਿਆ, ਸਾਡੇ ਉੱਤੇ ਇਹ ਮਾਮਲਾਤ ਹੋਏ ਨੇ, ਇਹ ਸਾਰੀਆਂ ਚੀਜ਼ਾਂ ਹੋਈਆਂ ਨੇ। ਠੀਕ ਹੈ ਜੀ, ਹੈ ਨਾ ਕਾਲ ਤੇ ਨਹੀਂ ਲੈਣਾ ਹੈ ਚੰਦਾ ਨੂੰ, ਇਹਨੂੰ ਥੱਲੇ ਲਾ ਦਿਓ ਕਿਉਂਕਿ ਫਿਰ ਮੈਂ ਹਵਾਦਾਰ ਹੋ ਜਾਵਾਂਗਾ ਔਰ ਫਾਇਦਾ ਕੋਈ ਨਹੀਂ। ਨਹੀਂ ਮਲਕ ਭਾਈ ਨਾ ਕਰੋ, ਕੀ ਪਕਾਰਦੇ ਹੋ, ਮੇਰਾ ਨਾ ਥੋੜਾ ਜਿਹਾ ਪਾਰਾ ਹੈ ਤੇ ਮੈਂ ਨਹੀਂ ਚਾਹੁੰਦਾ ਹੈਗਾ ਕਿ ਮੂੰਹ ਮਾਰੀ ਹੋ ਜਾਏ। ਚਲ ਸਹੀ ਹੈ। ਕਹਿੰਦੇ ਨੇ ਨਾ ਕਿ ਜਿਹੜਾ ਨਾ ਉਹ ਬਚ ਕੇ ਬੰਦਾ ਰਵੇ ਤਾਂ ਫੇਰ ਹੀ ਠੀਕ ਹੈ। ਰਜ਼ਾ ਭੱਟ ਨੂੰ ਜਿਹੜਾ ਨਾ ਸਾਰੇ ਬਲਾਕ ਦੇ ਉੱਤੇ ਲਾਓ, ਕੁੜੀ ਜਿਹਾ ਕੇ ਜਿਹੜਾ ਨਾ ਉਹ ਤੇ ਅਮਰ ਯਾਰ 1 ਮਿੰਟ ਮਿਊਟ ਲਾਈ, ਤੇਰੀ ਪਿੱਛੋਂ ਬੜੀ ਸ਼ੋਰ ਆਉਂਦਾ। ਤੇ ਗੱਲ ਇੰਨੀ ਕੁ ਹੈ ਕਿ ਭਾਈ ਸਾਡਾ ਜਿਹੜਾ ਮਸਲਾ ਜਾਂ ਸਾਡੀ ਜਿਹੜੀ ਗੱਲਬਾਤ ਹੈ, ਅਸੀਂ ਉਸ ਚੀਜ਼ ਨੂੰ ਜਿਹੜਾ ਨਾ ਉਹ ਵਾਜ਼ਿਆ ਕਰਨਾ ਸੀ ਔਰ ਵਾਜ਼ਿਆ ਕਰਕੇ ਸਭ ਨੂੰ ਦੱਸਣਾ ਸੀ। ਉਹ ਦੱਸ ਦਿੱਤਾ, ਉਹ ਹਰ ਇੱਕ ਚੀਜ਼ ਦਿਖਾ ਦਿੱਤੀ ਹੈ। ਠੀਕ ਹੈ ਜੀ, ਔਰ ਜਦੋਂ ਤੱਕ ਜਿਹੜਾ ਨਾ ਹੋਣਾ ਉਸ ਬੰਦੇ ਦਾ ਹੁਣ ਨਹੀਂ ਆਉਂਦਾ ਕਿਉਂਕਿ ਉਹਨੇ ਸਿੱਧਾ ਮੈਂ ਉਸਮਾਨ ਭਾਈ ਤੁਹਾਨੂੰ ਸਹੀ ਦੱਸਾਂ, ਜਿਸ ਦਿਨ ਵੀਡੀਓ ਆਈ ਸੀ ਨਾ, ਇਹ ਤੁਸੀਂ ਅੱਜ ਗੌਰ ਨਾਲ ਸੁਣੀ ਹੈ ਜੀ ਗੱਲ ਹੈ ਨਾ, ਤੁਸੀਂ ਨਹੀਂ ਸਹੀ ਗੌਰ ਨਾਲ ਸੁਣੀ ਹੈ। ਮੈਂ ਸਹੀ ਦੱਸਾਂ, ਮੈਂ ਮਸਰੂਫ ਸੀਗਾ ਤੇ ਮੈਂ ਵੀਡੀਓ ਪੂਰੀ ਸੁਣੀ ਕੋਈ ਨਹੀਂ, ਜਿਹੜਾ ਐਂਡ ਤੇ ਉਹਨੇ ਬਕਵਾਸ ਕੀਤੀ ਉਹ ਮੈਂ ਸੁਣੀ ਕੋਈ ਨਹੀਂ। ਚੀਜ਼ਾਂ ਆਂਦੀਆਂ ਨੇ ਨਾ ਭਾਈ, ਮੈਂ ਉਹ ਮੁਕੰਮਲ ਮੈਂ ਖਾਮੋਸ਼ੀ ਕਿਉਂ, ਤੁਸੀਂ ਦੇਖਿਆ ਹੈਗਾ ਮੈਂ ਗਰੁੱਪ 'ਚ ਕਿਉਂ ਖਾਮੋਸ਼ ਹੋ ਕੇ ਬਹਿ ਗਿਆ, ਟੋਟਲ ਖਾਮੋਸ਼। ਮੈਨੂੰ ਨਾ ਮੈਂ ਇੱਕ ਸਹੀ ਤੁਹਾਨੂੰ ਗੱਲ ਦੱਸਾਂ, ਮੈਨੂੰ ਨਾ ਆਵਾਜ਼ਾਰੀ ਹੋ ਰਹੀ ਸੀ। ਮੈਂ ਕਿਹਾ ਯਾਰ ਸਾਡੇ 'ਚ ਕੋਈ ਐਸਾ ਬੰਦਾ ਨਹੀਂ ਕਿ ਜਿਹਨੇ ਇਹ ਵੀਡੀਓ, ਹਾਲਾਂਕਿ ਕਾਸ਼ਫ ਚੌਧਰੀ ਨੇ ਵੀਡੀਓ ਘੱਲੀ ਹੈ ਯਾਰ, ਉਹਨੇ ਵੀ ਨਹੀਂ ਇਹ ਸਹੀ ਗੌਰ ਨਾ ਦੇਖੀ ਨਾ ਸੁਣੀ ਕਿ ਯਾਰ ਬੰਦੇ ਨੇ ਅਲਫਾਜ਼ ਕੀ ਕਹੇ ਨੇ। ਮੈਂ ਖਾਮੋਸ਼ ਹੋ ਕੇ ਬਹਿ ਗਿਆ। ਫਿਰ
ਹੁਣ ਸਹੀ ਦੱਸਾਂ, ਮੇਰੇ ਅੰਦਰ ਉਹ ਚੀਜ਼ ਨਹੀਂ ਸੀ ਹੈ। ਯਾਰ ਅਮਰ ਮਿਊਟ ਲਾ ਲਾ, ਮੈਂ ਤੈਨੂੰ ਦੱਸ ਰਿਹਾ, ਮੈਂ ਤੈਨੂੰ ਮਾਈਕ ਲਾ ਕੇ ਜੋੜ ਜਾਣਾ ਜਦੋਂ ਗੱਲ ਹੁੰਦੀ ਹੋਏ ਨਾ, ਇੱਕ ਤਾਂ ਤੂੰ ਫਟਾਫਟ ਮਾਈਕ ਓਪਨ ਕਰ ਲੈਣਾ। 4 ਦਿਨਾਂ ਤੋਂ ਨਾ ਮੈਂ ਇਸ ਚੀਜ਼ ਕੋਈ ਨੂੰ ਨਹੀਂ ਕੋਈ ਅੰਦਰ ਹੀ ਜਿਹੜਾ ਨਾ ਮੈਂ ਬਰਦਾਸ਼ਤ ਕਰ ਰਿਹਾ ਹਾਂ। ਔਰ ਮੇਰੇ ਜਦੋਂ ਨਾ ਜ਼ਿਹਨ ਦੇ ਵਿੱਚ ਇਹ ਗੱਲ ਆਉਂਦੀ ਸੀ ਨਾ, ਮਤਲਬ ਕੈਸਟ ਦੀ ਬਰਾੜ ਵੇਖ ਕੇ, ਅਮਨ ਨਜ਼ੀਰ ਨੂੰ ਵੇਖ ਕੇ, ਪਿਆਰ ਦੇ ਨਾਲ ਚੰਦਾ ਨਾਲ ਗੱਲ ਕੀਤੀ, ਕੋਈ ਜਵਾਬ ਉਹਨੇ ਥੋੜਾ ਜਿਹਾ ਗਲਤ ਮੈਨੂੰ ਦਿੱਤਾ ਵੇ, ਮੈਨੂੰ ਉਹ ਵੀ ਠੀਕ ਹੈ, ਮੈਂ ਔਰ ਇੱਜ਼ਤ ਜਿਹੜੀ ਹੈ ਨਾ, ਮੈਂ ਇਸ ਵਜ੍ਹਾ ਤੋਂ ਮੈਂ ਉਹਨੂੰ ਅੱਜ ਤੱਕ ਨਾ ਗਾਲ ਕੱਢੀ ਹੈ, ਔਰ ਮੈਂ ਇੱਥੇ ਕਸਮ ਚੁੱਕ ਕੇ ਕਹਿ ਰਿਹਾ ਨਾ ਮੈਂ ਅੱਗੋਂ ਉਹਨੂੰ ਗਾਲ ਕੱਢਣੀ ਹੈ। ਉਹ ਇਸ ਵਜ੍ਹਾ ਤੋਂ ਕਿਉਂਕਿ ਉਹ ਇੱਕ ਸੈਯਦਜ਼ਾਦੇ ਦੀ ਬੀਵੀ ਹੈ। ਦੂਸਰੀ ਗੱਲ, ਸਾਡਾ ਕੰਮ ਸੀ ਕਹਿਣਾ, ਸਾਡੀ ਹੀ ਗੱਲ ਸੀ, ਹਾਂ ਜਿਹੜਾ ਬੰਦਾ ਗਲਤ ਕਰੇਗਾ ਅਸੀਂ ਉਹਨੂੰ ਠੋਕ ਵਜਾ ਕੇ ਉਹਨੂੰ ਆਖਾਂਗੇ ਤੂੰ ਗਲਤ ਕੀਤਾ, ਔਰ ਉਸ ਬੰਦੇ ਦਾ ਸਾਡੇ ਨਾਲ ਕਿਸੇ ਕਿਸਮ ਦਾ ਕੋਈ ਤਾਲੁਕ ਨਹੀਂ ਹੋਏਗਾ। ਕੱਲ ਨੂੰ ਕੋਈ ਬੰਦਾ ਵੀ ਉਸ ਨਾਲ ਹਰਜ-ਮਰਜ ਕਰਦਾ, ਉਹਦੇ ਨਾਲ ਅਬੀ-ਨਬੀ ਕਰਦਾ, ਕਿਸੇ ਕਿਸਮ ਦੀ ਵੀ ਕੋਈ ਕਰਦਾ, ਭਈ ਸਾਡੇ ਵੱਲੋਂ ਹੱਥ ਉਹਦੇ ਖਲੋਤੇ ਦੇ ਨੇ, ਧੋ ਰਹੇ ਨੇ। ਮੈਂ ਇਹ 4 ਦਿਨਾਂ ਚ ਉਸਮਾਨ ਭਾਈ ਮੇਰਾ ਇੰਨਾ ਕੋ ਪਾਰਾ ਹਾਈ ਸੀ ਨਾ, ਮੈਂ ਮੈਸੇਜ ਕੀਤਾ ਨਾ, ਮੈਂ ਜ਼ਿੰਦਗੀ ਚ ਪਹਿਲੀ ਵਾਰੀ ਮੁਫਤੀ ਸਾਹਿਬ ਨੂੰ ਐਸਾ ਮੈਸੇਜ ਕੀਤਾ, ਮੈਂ ਤੁਹਾਡੇ ਪੈਰੀ ਹੱਥ ਲਾ ਕੇ ਕਹਿ ਰਿਹਾ, ਮੈਂ ਲਾਈਵ ਦੇ ਉੱਤੇ ਵੀ ਕਿਹਾ, ਮੈਂ ਕਿਹਾ ਮੈਨੂੰ ਐਸਾ ਦੀ ਮਿਹਰਬਾਨੀ ਕਰਿਓ, ਮੈਂ ਕਿਹਾ ਤੁਸੀਂ ਨਹੀਂ ਰੋਕਣਾ ਹੈ, ਮੈਂ ਕਿਹਾ ਕੰਮ ਗਲਤ ਹੈ, ਇਹਨਾਂ ਬਹੁਤ ਕੰਮ ਗਲਤ ਕਰ ਦਿੱਤਾ। ਆਂਦੇ ਯਾਰ ਮੈਨੂੰ ਪਤਾ ਹੀ ਨਹੀਂ ਗੱਲ ਕੀ ਹੈ। ਉਹ ਵੱਲਾ ਉਹ ਆਪੀ ਜਿਹੜਾ ਨਾ, ਮੈਂ ਨਹੀਂ ਉਹਨਾਂ ਨੂੰ ਬੁਲਾਇਆ, ਉਹ ਖੁਦ ਆ ਗਏ ਨੇ, ਮੈਂ ਗੱਲ ਪੇ ਕਰਨਾ, ਉਹ ਖੁਦ ਆ ਗਏ ਨੇ। ਮੈਂ ਕਿਹਾ ਜ਼ਰਾ 2 ਮਿੰਟ ਵਾਲੀ ਵੀਡੀਓ ਚਲਾਓ, ਸੁਣਿਆ ਭਾਈ ਉਹ ਅਲਫਾਜ਼ ਕੀ ਸਨ, ਚੀਜ਼ਾਂ ਤੋਂ ਪਿੱਟਨੇ ਆ, ਇਹਨਾਂ ਚੀਜ਼ਾਂ ਤੋਂ ਅਸੀਂ ਕਹਿੰਦੇ ਤੁਸੀਂ ਅਸੀਂ ਕੋਈ ਤੁਹਾਨੂੰ ਕੋਈ ਦੱਸੋ, ਤੁਸੀਂ ਇੱਥੇ ਸੋਸ਼ਲ ਮੀਡੀਆ ਤੇ ਜਦੋਂ ਪਹਿਲੇ ਦਿਨ ਆਏ ਸੋ, ਸੋਸ਼ਲ ਮੀਡੀਆ ਤੇ ਜਦੋਂ ਤੁਸੀਂ ਪਹਿਲੇ ਦਿਨ ਆਏ ਸੋ, ਮੇਰੀ ਲਾਈਫ ਦੇ ਉੱਤੇ ਜਦੋਂ ਮੈਂ ਤੁਹਾਡਾ ਇੰਟਰਵਿਊ ਕੀਤਾ ਸੀ, ਉਸ ਦਿਨ ਤੋਂ ਲੈ ਕੇ ਅੱਜ ਤੱਕ ਬੇਸ਼ੱਕ ਲੈ ਲਓ, ਇਹਨਾਂ ਨੂੰ ਕਹੋ ਕਿ ਮਲਕ ਨੇ ਅੱਜ ਤੱਕ ਕਦੀ ਜਿਹੜਾ ਨਾ ਤੁਹਾਡੀ ਕਿਤੇ ਕੰਡ ਲੱਗਣ ਦਿੱਤੀ ਹੋਏ, ਮਲਕ ਨੇ ਅੱਜ ਤੱਕ ਜਿਹੜਾ ਨਾ ਕਦੀ ਤੁਹਾਨੂੰ ਕਿਨਾਰ ਲੈਂਦੇ ਨੇ ਕਿਸੇ ਪਾਸੇ ਜਿਹੜਾ ਨਾ ਉਹ ਗਲਤ ਮਸ਼ਵਰਾ ਦੇ ਕੇ ਤੁਹਾਨੂੰ ਫਸਾਇਆ ਹੋਵੇ, ਕਦੀ ਇਹਨਾਂ ਨੂੰ ਜਿਹੜਾ ਨਾ ਕਿਸੇ ਵੀ ਕਿਸਮ ਦੀ ਕੋਈ ਵੀ ਤਕਲੀਫ ਆਉਂਦੀ, ਇਹਨਾਂ ਤੋਂ ਪਹਿਲਾਂ ਮੈਂ ਖਲੋਤਾ, ਔਰ ਇਹਨਾਂ ਦੀ ਵਜ੍ਹਾ ਤੋਂ ਗਾਲਾਂ ਮੈਂ ਖਾਧੀ, ਠੀਕ ਹੈ, ਇੱਕ ਵਾਰੀ ਨਹੀਂ 2 ਵਾਰੀ ਨਹੀਂ, ਔਰ ਇੱਥੇ ਤੱਕ ਕਿ ਮੈਂ ਇੱਥੇ ਅਲਲ ਲਾਨੀਆਂ ਕਹਿਣਾ, ਸ਼ਾਹ ਸਾਹਿਬ ਨੇ ਬਕਾਇਦਾ ਤੌਰ ਦੇ ਉੱਤੇ ਖੁਦ ਚੰਦਾ ਨੂੰ ਬਹੁਤ ਦਫਾ ਸਮਝਾਇਆ, ਉਹ ਜਿਹੜੀ ਔਰਤ ਆਪਣੇ ਬੰਦੇ ਦੀ ਗੱਲ ਨਹੀਂ ਨਾ ਮੰਨ ਸਕਦੀ ਹੈਗੀ, ਉਹ ਭਾਈ ਜੀ ਉਹ ਸੋਸ਼ਲ ਭਰਾ ਦੀ ਵੀ ਗੱਲ ਨਹੀਂ ਮੰਨ ਸਕਦੀ, ਮੈਂ ਇਹ ਚੀਜ਼ ਮਲਕ ਨੋਟ ਕੀਤੀ। ਮਲਕ ਭਾਈ ਉਹ ਗੱਲ ਹੋ ਗਈ, ਉਹਨਾਂ ਨੂੰ ਆ ਗਈ ਸਮਝ। ਹੁਣ ਮੈਂ ਇਹੀ ਗੱਲ ਕਰਨਾ ਨਾ, ਮਿਹਰਬਾਨੀ ਕਰੋ, ਮੈਂ ਇਹੀ ਪਿਆਰ ਕਰਨਾ ਵਾ ਕਿ ਇਹ ਚੀਜ਼ ਜਿਹੜੀ ਹੈ ਸਾਨੂੰ ਨਹੀਂ ਵਾਰੇ ਦੇ ਵਿੱਚ ਇਹਦਾ ਇੱਥੋਂ ਕਾਲ ਤੋਂ ਉਤਰ ਕੇ ਮੈਂ ਵੀਡੀਓ ਪਾਣੀ ਹੈ, ਔਰ ਮਲਕ ਕੈਸਰ ਵਾਲੀ ਉਹ ਵੀਡੀਓ ਵੀ ਲਗਾਉਣੀ ਹੈ, ਔਰ ਚੰਦਾ ਅੱਜ ਬੈਠੀ ਦੀ ਸੀ ਉਹ ਵੀ ਲਗਾਉਣੀ ਹੈ, ਔਰ ਜਿਹੜਾ ਬੰਦਾ ਉਹਦੇ ਨਾਲ ਬੈਠਾ ਦਾ ਸੀ, ਮੈਂ ਇਹ ਵੀਡੀਓ ਲਾਜ਼ਮੀ ਪਾਣੀ ਹੈ ਕਿ ਭਾਈ ਕੱਲ ਨੂੰ ਕੋਈ ਬੰਦਾ ਸਾਨੂੰ ਨਾ ਕਵੇ ਕਿ ਭਾਈ ਜ਼ਿਆਦਤੀ ਕੀਤੀ ਹੈ, ਤੂੰ ਉਹ ਜਿਹੜਾ ਨਾ ਚੰਦਾ ਨੂੰ ਇਹ ਗੱਲ ਕੀਤੀ ਹੈ ਜਾਂ ਇਹ ਬਾਤ ਕੀਤੀ ਹੈ, ਮੈਂ ਗਾਲ ਨਹੀਂ ਕੱਢਾਂਗਾ, ਪਰ ਮੈਂ ਜਿਹੜਾ ਨਾ ਪੂਰੇ ਤਰੀਕੇ ਦੇ ਨਾਲ ਇਹਨਾਂ ਦੀ ਸਾਰਿਆਂ ਦੀ ਮੰਜੀ ਠੋਕਾਂਗਾ ਜਿਹੜੇ ਆ ਗੁਸਤਾਖਾਂ ਦੇ ਨਾਲ ਰਲਣਗੇ। ਇੱਕ ਚੀਜ਼ ਵਾਜ਼ਿਆ ਕਰਕੇ ਦੱਸੀ ਹੈ, ਜਾਂ ਇਹਨਾਂ ਨੂੰ ਕੋਈ ਗਲਤ ਮਸ਼ਵਰਾ ਦਿੱਤਾ ਹੋਵੇ, ਜਾਂ ਇਹਨਾਂ ਦੇ ਬਣੇ ਕੰਮਾਂ ਦੇ ਵਿੱਚ ਅਸੀਂ ਜਨਾਬ ਜੀ ਨਾ ਆਪੜ ਕੇ ਜਿੱਥੇ ਇਹਨਾਂ ਨੂੰ ਗਾਲ ਪੈ ਰਹੀ ਅਸੀਂ ਆਪਣੇ ਉੱਤੇ ਗਾਲਾਂ ਲੈ ਲਈ, ਠੀਕ ਹੈ। ਉਸ ਦਿਨ ਨਾ ਅਲੀ ਹੱਕ ਆਇਆ ਸੀ ਮਲਕ ਭਾਈ, ਉਸ ਦਿਨ ਨਾ ਅਲੀ ਹੱਕ ਉੱਥੇ ਬਹਿੰਦਾ ਹੈ ਨਾ, ਤੇ ਉਹਨੇ ਨਾ, ਮੈਂ ਜਦੋਂ ਉਹਦੀ ਵੀਡੀਓ ਇਹ ਜਿਹੜੀ ਮੈਚ ਸੁਣੀ ਹੈ ਨਾ ਪੂਰੀ ਵੀਡੀਓ ਕੈਸਰ ਦੀ, ਪਹਿਲੇ ਆ ਮੈਂ 2 ਵੀਡੀਓ ਜਿਹੜੀਆਂ ਨਾ ਅਮਨ ਨਜ਼ੀਰ ਵਾਲੀ ਵੀ ਅੱਧੀ ਸੁਣੀ ਸੀ, ਤੇ ਇਹ ਵੀ ਹੁਣ ਤੁਸੀਂ ਸੁਣਾਈ ਗੌਰ ਦੱਸਿਆ ਤੇ ਮੈਂ ਗੌਰ ਕੀਤਾ। ਇਸ ਤੋਂ ਪਹਿਲਾਂ ਜਿਹੜੀ ਮੈਂ ਵੀਡੀਓ ਪੂਰੀ ਸੁਣੀ ਹੈ ਨਾ, ਉਹ ਵਾਲੀ ਸੁਣੀ ਹੈ ਜਿਹਦੇ ਵਿੱਚ ਮਲਕ ਪੱਪੂ ਬੈਠਾ ਸੀ, ਇੱਕ ਬੰਦਾ ਹੋਰ ਚੀਮਾ, ਇੱਕ ਬੈਠਾ ਸੀ ਮਲਕ ਕੈਸਰ, ਤੇ ਇੱਕ ਹੋਰ ਹੈ ਪਤਾ ਨਹੀਂ ਕਿਹੜਾ ਉਹ ਚੌਥਾ, ਤੇ ਇਹ ਗੱਲ ਕਰ ਰਹੇ ਸੀ ਕਿ ਬਈ ਜਿਹੜਾ ਮਿਰਜ਼ਾ ਇੰਜੀਨੀਅਰ ਨੇ ਕਿਹਾ ਨਾ ਕਿ ਦਾਵਾ ਨਬੂਵਤ ਸਾਬਤ ਹੀ ਨਹੀਂ ਹੈਗਾ, ਤੇ ਬਿਲਕੁਲ ਉਹਨੇ ਸਹੀ ਕਿਹਾ ਹੈ। ਉਹਨੇ ਜਨਾਬ ਫਿਰਕਿਆਂ ਦੁਕਾਨਾਂ ਬੰਦ ਕਰਤੀਆਂ ਨੇ, ਇਹਨਾਂ ਨੂੰ ਹੁਣ ਜਿਹੜਾ ਨਾ ਆਪਣੀ ਪਈ ਗਈ ਹੈ, ਤੇ ਦਾਵਾ ਨਬੂਵਤ ਉਹਦਾ ਸਾਬਤ ਕੋਈ ਨਹੀਂ ਹੈਗਾ। ਤੇ ਉਹਦੇ ਵਿੱਚ ਜਨਾਬ ਮਲਕ ਪੱਪੂ ਵੀ ਕਹਿੰਦਾ ਜੀ ਐਵੇਂ ਉਹਦੀ ਮੰਜੀ ਠੋਕਦੇ ਰਹਿੰਦੇ ਨੇ ਮਿਰਜ਼ਾ ਇੰਜੀਨੀਅਰ ਦੀ, ਉਹ ਫਲਾਂ ਜੀ ਉਹ ਇਹਨਾਂ ਨੇ ਤੇ ਉਹਨੂੰ ਇੰਝ ਕਰ ਦਿੱਤਾ ਇੰਝ ਕਰ ਦਿੱਤਾ,
ਤੇ ਕਹਿੰਦੇ ਜੀ ਉਹਦਾ ਮੈਂ ਦਾਅਵਾ ਕਰਨਾ। ਉਹ ਜਦੋਂ ਫਿਰ ਨਾ ਉਹਦੇ ਵਿੱਚ ਅਲੀ ਹੱਕ ਨੂੰ ਨਾਲੇ ਈਸਾ ਅਲੈਹਿਸਸਲਾਤੁ ਵਸਲਾਮ ਦੀ ਕਹਿੰਦਾ ਜੀ ਮੈਂ ਹਯਾਤ ਨਹੀਂ ਮੰਨਦਾ। ਉਹ ਜਦੋਂ ਮੈਂ ਅਲੀ ਹੱਕ ਨੂੰ ਇੱਥੇ ਆਇਆ ਨਾ, ਉਹਨੂੰ ਮੈਂ ਗੱਲ ਕੀਤੀ ਅਤੇ ਉਹ ਇੱਕ ਤੈਅ ਵੀਡੀਓ ਮੇਰੇ ਨਾ ਹੁੰਦੀ ਨਾ ਕੋਲ, ਅਤੇ ਮੈਂ ਉਹਨਾਂ ਵੀ ਗੱਲ ਕਰਦਾ। ਲੇਕਿਨ ਨਾ ਅਲੀ ਹੱਕ ਨੇ ਨਾਲ ਫਿਰ ਮੈਂ ਇਹ ਗੱਲ ਕੀਤੀ, ਮੈਂ ਕਿਹਾ ਯਾਰ ਇੱਕ ਤਾਂ ਹਯਾਤ ਈਸਾ ਦਾ ਮੁਨਕਰ ਹੋ ਗਿਆ, ਦੂਸਰਾ ਉਹ ਕਹਿ ਰਿਹਾ ਕਿ ਦਾਵਾ ਨਬੂਵਤ ਸਾਬਤ ਨਹੀਂ, ਅਤੇ ਕਿਹੜੇ ਮੂੰਹ ਨਾਲ ਜਾ ਕੇ ਉਹਦੇ ਕੋਲ ਬਹਿੰਦੇ ਹੋ ਅਤੇ ਉਹਨੂੰ ਤਾਂ ਕਹਿਣਾ ਤੁਸੀਂ ਆਪਣਾ ਰਜੂਅ ਕਰ, ਤੋਬਾ ਕਰ। ਉਹ ਨਹੀਂ ਤੁਸੀਂ ਛੱਡੋ ਯਾਰ, ਤੁਸੀਂ ਤਾਂ ਐਵੇਂ ਜਿਹੜਾ ਨਾ ਆਪਣੇ ਵੀ ਬੰਦਿਆਂ ਦੇ ਭਰਾਵਾਂ ਦੇ। ਉਹ ਮੈਂ ਕਿਹਾ ਕਿਹੜਾ ਭਰਾ? ਮੈਂ ਕਿਹਾ ਮੈਂ ਤੈਨੂੰ ਵੀਡੀਓ ਹੁਣ ਮੈਂ ਸੁਣਾਵਾਂਗਾ। ਉਸ ਟਾਈਮ ਨਾ ਮੈਂ ਲੈਪਟਾਪ ਨਹੀਂ ਸੀ ਔਨ ਕੀਤਾ ਹੋਇਆ, ਅਤੇ ਮੈਂ ਤੈਨੂੰ ਸੁਣਾਵਾਂਗਾ। ਇਹ ਜਿਹੜੀ ਵੀਡੀਓ ਤੁਸੀਂ ਕਹਿ ਰਹੇ ਨਾ ਜਿੱਥੇ ਗੁਸਤਾਖੀ ਕੀਤੀ, ਉਹਦੇ ਵਿੱਚ ਵੀ ਅਲੀ ਹੱਕ ਬੈਠਾ ਹੋਇਆ ਹੈ, ਔਰ ਨਾਲ ਅਬਦੁੱਲਾ ਵੀ ਬੈਠਾ ਹੋਇਆ। ਅਬਦੁੱਲਾ ਨਾਮ ਦੀ ਆਈਡੀ ਹੈ, ਕਾਸਮ ਵੀ ਬੈਠਾ ਹੋਇਆ ਅਤੇ ਅਲੀਮ ਵੀ ਬੈਠਾ ਹੋਇਆ ਵਾ, ਕਾਦੀਆਨੀ ਅਲੀਮ ਉਹ ਵੀ ਬੈਠਾ ਹੋਇਆ। ਜਿਹੜੀ ਇਹਨੇ ਵਿੱਚ ਇਹ ਗੁਸਤਾਖੀ ਕੀਤੀ, ਇਹਦੇ ਵਿੱਚ ਕਾਸਮ ਜਿਹੜਾ ਹੁਣੇ ਇੱਥੇ ਆਇਆ ਸੀ ਉਹ ਬੈਠਾ ਸੀ, ਅਬਦੁੱਲਾ ਬੈਠਾ ਹੈ, ਅਲੀ ਹੱਕ ਬੈਠਾ ਹੈ, ਅਤੇ ਇੱਕ ਮਿੰਟ ਦੂਸਰਾ ਇੱਕ ਹੋਰ ਹੈ, ਉਹ ਕਿਹੜਾ ਹੈ, ਠੀਕ ਹੈ, ਕੋਈ ਸਾਡੇ ਮਜਾਹਦ ਦਾ ਜਾਂ ਠੀਕ ਹੈ, ਕੋਈ ਸਾਡੇ ਮਜਾਹਦ ਦਾ ਜਾਂ ਠੀਕ ਹੈ ਜੀ। ਅਮਰ ਭਾਈ ਤੁਸੀਂ ਗੱਲ ਕਰ ਲਓ, ਮੈਂ ਮਾਈਕ ਮਿਊਟ ਕਰਦਾ। ਮੈਂ ਮਾਈਕ ਮਿਊਟ ਕੀਤਾ ਸੀ ਅਤੇ ਅਮਰ ਭਾਈ ਚਲੇ ਗਏ। ਖੈਰ ਗੱਲ ਮੈਂ ਕਰ ਰਿਹਾ ਕਿ ਉਸ ਟਾਈਮ ਇਹ ਬੈਠੇ ਸੀ ਉੱਥੇ, ਅਤੇ ਚਲੋ ਮੈਂ ਤਾਂ ਹੁਣ ਵੀਡੀਓ ਸੁਣੀ, ਮਲਕ ਭਾਈ ਨੇ ਦਾ ਬਹੁਤ ਸ਼ੁਕਰੀਆ, ਉਹਨਾਂ ਨੇ ਇਹ ਵੀ ਗੱਲ ਜਿਹੜੀ ਨਾ ਨੋਟ ਕਰਵਾਈ ਹੈ। ਅਤੇ ਜਿਹੜੇ ਉੱਥੇ ਮੈਂ ਕਿਹਾ ਜਿਹੜੇ ਬੈਠੇ ਨੇ, ਉਹ ਬੈਠੇ ਬੈਠੇ ਜਿਹੜੇ ਨੇ ਏਡੇ ਬੁਕਸ ਦੇ ਵਿੱਚ ਅੱਗੇ ਚਲੇ ਗਏ ਨੇ ਕਿ ਉਹਨਾਂ ਨੇ ਇਹ ਗੁਫ਼ਤਗੂ ਸੁਣੀ ਅਤੇ ਇਹ ਨਹੀਂ ਕਹਿ ਸਕੇ ਕਿ ਭਾਈ ਅਸੀਂ ਤੇਰੇ ਕੋਲ ਇੱਥੇ ਆ ਕੇ ਬੈਠੇ ਹਾਂ ਕਿ ਤੂੰ ਐਡੀ ਵੱਡੀ ਗੱਲ ਕਰ ਦਿੱਤੀ ਹੈ। ਔਰ ਕਿਸੇ ਦੀ ਕੋਈ ਵੀ ਹੋਵੇ ਬਦਤਮੀਜ਼ੀ, ਉਹਨੂੰ ਨਬੀ ਅਲੈਹਿਸਸਲਾਤੁ ਵਸਲਾਮ ਦੇ ਨਾਲ ਮਨਸੂਬ ਕਰ ਦੇਣਾ ਐਡੀ ਵੱਡੀ ਗੱਲ। ਤੇ ਤੁਹਾਡੇ ਉੱਥੇ ਕਿਸੇ ਨੂੰ ਤੁਹਾਨੂੰ ਇਹ ਗੱਲ ਨਹੀਂ ਉਹਨੂੰ ਸਮਝਾਈ ਗਈ ਕਿ ਜਿਹੜਾ ਉਹ ਕਹਿ ਰਿਹਾ ਕਿ ਦਾਵਾ ਨਬੂਵਤ ਸਾਬਤ ਨਹੀਂ ਨਾ, ਉਹ ਤੁਹਾਨੂੰ ਕੋਲ ਸਮਝਾਇਆ ਗਿਆ ਜੀ। ਪਰ ਤੋਂ ਬਾਅਦ ਇੱਕ ਜੀ ਗੱਲ ਜੀ ਨੂੰ ਲਾਜ਼ਮੀ ਹੋਣੀ ਜੀ, ਤੁਸੀਂ ਗੱਲ ਜਾਰੀ ਰੱਖਿਓ, ਇਹ ਇੱਕ ਲਾਜ਼ਮੀ ਗੱਲ ਹੋਣੀ ਜੀ। ਅਸੀਂ ਸੁਣਿਆ ਨਹੀਂ ਸੀ, ਸਾਨੂੰ ਪਤਾ ਨਹੀਂ ਸੀ, ਇਹ ਤਾਂ ਸਾਨੂੰ ਸੁਣਾਇਆ ਤੇ ਸਾਡੀਆਂ ਅੱਖਾਂ ਖੁੱਲ ਗਈਆਂ। ਸ਼ੁਕਰ ਕਰੋ ਮੁੰਡਾ ਨਹੀਂ ਖੋਲ ਦਿੱਤੀਆਂ, ਹਲੇ ਮੈਂ ਚੁੱਪ ਕਰਕੇ ਬੈਠਾ। ਨਹੀਂ ਹੁਣ ਉਹ ਜਿਹੜੀ ਗੱਲ ਬਾਹਰ ਆ ਗਈ, ਹੁਣ ਤੇ ਤੁਸੀਂ ਵੀ ਕੋਈ ਖੋਲ ਦੋਗੇ ਤੇ ਸਾਡੇ ਸਾਹਮਣੇ ਵੀ ਜਿਹੜੇ ਕੋਈ ਇਹਨਾਂ ਚੋਂ ਆਉਣਗੇ, ਇਹੀ ਕਾਸਮ ਹੋ ਗਏ, ਦੂਜੇ ਹੋ ਗਏ, ਉਹ ਜਿਹੜੀਆਂ ਇੱਥੋਂ ਰਿਪੋਰਟਾਂ ਲੈ ਕੇ ਜਾਂਦੇ ਨੇ ਉਹ ਵੀ ਜਾ ਕੇ ਦੱਸ ਦੇਣਗੇ। ਤੇ ਲੇਕਿਨ ਜਿਹੜਾ ਉੱਥੇ ਮੈਂ ਕਹਿੰਦਾ ਕਿ ਜਿਹੜਾ ਇਲਮੀ ਜਾਂ ਹੋਸ਼ੋ-ਹਵਾਸ ਦੇ ਵਿੱਚ ਬਹਿਣ ਵਾਲਾ ਬੰਦਾ ਹੋਏ ਨਾ, ਉਹ ਤੇ ਕਦੀ ਵੀ ਜਿਹੜਾ ਨਾ ਇੰਝ ਦੀ ਗੁਫ਼ਤਗੂ ਤੇ ਖਾਮੋਸ਼ ਨਹੀਂ ਰਹੇਗਾ। ਤੇ ਜਾਂ ਤੇ ਉਹ ਸਾਰੇ ਮਰਜ਼ਵਾਟੂ, ਉਹ ਇੱਕ ਜਿਹੜਾ ਬੈਠਾ ਸੀ ਕਾਦੀਆਨੀ ਮਰਜ਼ਵਾਟੂ, ਜਾਂ ਤੇ ਉਹਨੂੰ ਬਹਾ ਬੂ ਕੇ ਉਹਨਾਂ ਦੀ ਆਪਣੀ ਮੱਤ ਵੱਜ ਗਈ ਕਿ ਇਹਨਾਂ ਨੂੰ ਪਤਾ ਕੱਖ ਨਹੀਂ ਲੱਗਾ, ਤੇ ਜਾਂ ਇਹਨਾਂ ਨੇ ਜਾਣ ਬੁੱਝ ਕੇ ਇਗਨੋਰ ਕੀਤਾ ਹੈ ਜੀ। ਵੀਡੀਓ ਪਾਵਾਂਗਾ ਨਾ, ਔਰ ਮੈਂ ਬਕਾਇਦਾ ਤੌਰ ਦੇ ਉੱਤੇ ਇਹ ਸੁਣਾ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਸਾਰੀ ਗੱਲ ਕਰਾਂਗਾ। ਫਿਰ ਉਸ ਤੋਂ ਬਾਅਦ ਇਹ ਵੀ ਭਾਜੀ ਇਹਨਾਂ ਬੰਦਿਆਂ ਨੂੰ, ਜਿਹੜੇ ਬੰਦੇ ਆਉਂਦੇ ਨੇ ਨਾ ਉਸਮਾਨ ਭਾਈ, ਇਹਨਾਂ ਨੂੰ ਆਪਣੀਆਂ ਬਰਾਡਾਂ ਤੇ ਚੁੱਕੋ ਹੀ ਨਾ, ਠੀਕ ਹੈ ਜੀ। ਇਹਨਾਂ ਨੂੰ ਆਪਣੀਆਂ ਬਰਾਡਾਂ ਤੇ ਚੁੱਕੋ ਹੀ, ਇਹਨਾਂ ਨੂੰ ਆਪਣੀਆਂ ਬਰਾਡਾਂ ਦੇ ਉੱਤੇ ਨਾ ਚੁੱਕੋ, ਠੀਕ ਹੈ ਜੀ। ਔਰ ਇਹਨਾਂ ਨੂੰ ਆਪਣੀਆਂ ਬਰਾਡਾਂ ਤੇ ਨਾ ਇੰਨੀ ਅਹਿਮੀਅਤ ਦਿਓ। ਇਹ ਉਹ ਲੋਕ ਨੇ ਕਿ ਜਿਹੜੇ ਸਿਰਫ ਔਰ ਸਿਰਫ ਫੈਨ ਫਾਲੋਇੰਗ ਦੇ ਭੁੱਖੇ ਨੇ, ਜਿਹੜੇ ਚਾਹੁੰਦੇ ਨੇ ਕਿ ਅਸੀਂ ਇੱਥੇ ਬਹਿ ਕੇ ਵੀ ਇਹ ਚਾਰ ਜਿਹੜਾ ਨਾ ਫਾਲੋਵਰ ਇਕੱਠੇ ਕਰ ਲਈਏ, ਜੀ ਕਰਵਾ ਲਈਏ, ਆਪਣੀ ਹਾਂ ਕਰਵਾ ਲਈਏ, ਔਰ ਉਸ ਪਾਸੇ ਵੀ ਜਾ ਕੇ ਇਹਨਾਂ ਦੀ ਇਹੀ ਗੱਲ ਹੈ। ਔਰ ਇਹ ਬੰਦੇ ਮੁਖਲਸ ਨਹੀਂ ਹੈਗੇ ਆ ਖਤਮੇ ਨਬੂਵਤ ਦੇ ਨਾਲ, ਉਹ ਬੰਦੇ ਨੁਕਸਾਨਦੇਹ ਨੇ। ਨਹੀਂ ਮਲਕ ਭਾਈ, ਇਹ ਫਰੀਜ਼ਾ ਤੇ ਅਦਾ ਕਰਨਾ ਹੈ ਨਾ ਕਿ ਜਿਹੜੇ ਬੰਦੇ ਨੇ ਉਹ ਸ਼ਾਦੀ ਦਾ ਫਤਵਾ ਹੈ ਔਰ ਉਹਦੀ ਵੀਡੀਓ ਹੈ, ਉਹਨਾਂ ਨੂੰ ਉਹ ਸੁਣਾਉਣ ਵਾਸਤੇ ਜਿਹੜਾ ਉਹ ਫਰੀਜ਼ਾ ਤੇ ਅਦਾ ਕਰਨਾ, ਉਹਨਾਂ ਨੂੰ ਸੁਣਾਇਆ ਜਾਵੇ ਕਿ ਇਹ ਸੁਣੋ ਬਈ ਤੇ ਦੱਸੋ। ਮੇਰੇ ਖਿਆਲ ਮੈਂ ਮੁਫਤੀ ਉਹਦੇ ਸਾਹਿਬ ਉੱਤੇ ਵੀ ਵੀਡੀਓ ਮੌਜੂਦ ਵੀ ਹੈ। ਪੈ ਜਾਏਗੀ, ਮੈਂ ਹੀ ਅਰਜ਼ ਕਰ ਰਿਹਾ, ਉਹਦੇ ਉੱਤੇ ਵੀਡੀਓ ਵੀ ਪੈ ਜਾਏਗੀ। ਔਰ ਉਹਨਾਂ ਦੇ ਵਿੱਚੋਂ ਕਈ ਐਸੇ ਬੰਦੇ ਨੇ ਜਿਹੜੇ ਥੱਲੇ ਬਹਿ ਕੇ ਸੁਣ ਰਹੇ ਸਨ, ਠੀਕ ਹੋ ਕਈ ਗਿਆ, ਐਸੇ ਕੋਈ ਬੰਦੇ ਸਨ ਜਿਹੜੇ ਬੰਦੇ ਬਹਿ ਕੇ ਸੁਣ ਮੁਫਤੀ ਰਹੇ ਸਾਹਿਬ ਸਨ, ਵੀ ਉਹ मौजूद ਰਿਕਾर्ड कर हैं रहे सन। जी। मलक भाई मुफ्ती साहब थे, कौन थे? मुफ्ती साहब थे मेरे ख्याल से। तो मैं कह रहा था कि इनसे भी मैं पूछ लेता। जी अमर भाई, मैं माइक म्यूट कर रहा हूँ, आप बात कर लें। उस्मान भाई आप हो गए, ज़ियाब भाई हो गए, काशिफ भाई हो गए, बाबर भाई हो गए,
मोदी साहब हो गए, ये हमारे सिरा की ताज। कल को कोई उठ के हमारी इन भाइयों की इंसल्ट करे, हमसे तो बर्दाश्त नहीं होगा, ठीक है ना। चाहे वो ठीक है खत्म नबूवत पे काम कर रहे हैं, 4 लफ्ज पढ़ने से इंसान बड़ा नहीं हो जाता। 4 लफ्ज जी आमिर भाई थोड़ा मसरूफ़ हो गए हैं। ठीक है, 4 लफ्ज़ जो आप कह रहे हैं हम तो कदर करते हैं, 4 लफ्ज़ किसी ने पढ़े हैं उस हवाले से पढ़े हैं, लेकिन वो पढ़ के अपने ही मुसलमानों के साथ बुग़्ज़ रख लेना, मुनाफ़िक़त करनी, ये ऐसी बात नहीं है। तो मलक भाई अभी फिर मौज़ू को थोड़ा इधर अब स्टॉप करते हैं, जी मौज़ू जी बदलते हैं। उस्मान भाई बिल्कुल स्टॉप करो। मैं मैं सिर्फ एक खत्म कर रहा हूँ इस मलक भाई मौजू एक को खत्म रहनुमाई लेनी करके सीगी ਤੁਹਾਡੇ मैं ਸਾਰਿਆਂ जा ਕੋਲੋਂ। रही हूँ। जी जो भाई मसला पुराने ने जी भाई मेरी आवाज़ आ रही है, ਤੁਸੀਂ ਕੰਟੀਨਿਊ ਕਰਨਾ ਮਲਕ ਭਾਈ। ਅੱਛਾ ਮੇਰੀ ਆਵਾਜ਼ ਆ ਅੱਛਾ ਮੈਂ ਸਿਰਫ ਇਹ ਪੁੱਛਣਾ ਚਾਹ ਰਿਹਾ ਸੀ ਉਸਮਾਨ ਭਾਈ, ਹੁਣ ਮੈਂ ਇੱਥੇ ਕੋਈ ਗਲਤ ਗੱਲ ਕਰਨਾ, ਮਾਜ਼ੱਲਾ ਮਾਜ਼ੱਲਾ ਮਾਜ਼ੱਲਾ, ਤੁਸੀਂ ਉਹਦੇ ਤੇ ਫਤਵਾ ਨਹੀਂ ਲਾ ਸਕਦੇ, ਠੀਕ ਹੈ ਨਾ। ਉੱਥੇ ਕੋਈ ਮੁਫਤੀ ਜਿਵੇਂ ਆਪਣੇ ਮੁਫਤੀ ਮੁਬਸ਼ਰ ਸ਼ਾਹ ਸਾਹਿਬ ਨੇ ਜਿਹੜੇ ਸਰਟੀਫਾਈਡ ਨੇ, ਜਿਨ੍ਹਾਂ ਨੇ ਕੋਰਸ ਕੀਤਾ ਹੈ, ਜਾਂ ਹੋਰ ਇੱਥੇ ਕਾਫੀ ਮੁਫਤੀ ਹਜ਼ਰਾਤ ਆਉਂਦੇ ਨੇ, ਜਾਂ ਤੁਹਾਡੀ ਰੀਅਲ ਲਾਈਫ ਦੇ ਵਿੱਚ ਮੁਫਤੀ ਹਜ਼ਰਾਤ ਨੇ, ਤੇ ਮੈਂ ਭਾਈ ਸਿਰਫ ਇੱਕ ਮੈਸੇਜ ਇਹ ਕਨਵੇ ਕਰਨਾ ਚਾਹੁੰਦਾ, ਆਮਰ ਸਾਹਿਬ ਕੋਈ ਮੁਫਤੀ ਨਹੀਂ ਹੈ। ਆਮਰ ਸਾਹਿਬ ਦੀ ਆਪਣੀ ਮਾਂ ਭੈਣ ਇੱਕ ਹੋਈ ਆ ਤੇ ਉਹਨਾਂ ਨੇ ਸਿਰ ਤੇ ਬਾਹਾਂ ਧਰ ਲਈਆਂ, ਠੀਕ ਹੈ ਨਾ। ਤੇ ਉਸ ਤਰ੍ਹਾਂ ਬਗਲ ਬੱਚੇ ਬਿਠਾ ਕੇ ਕਾਦੀਆਨੀ ਆਮਰ ਬਿਠਾ ਕੇ ਜਿਹੜੀ ਮਰਜ਼ੀ ਸ਼ਾਤਮੀਅਤ ਉੱਥੇ ਕਰਾਉਂਦਾ ਰਵੇ। ਨਹੀਂ ਜੀ ਨਹੀਂ, ਇਹਨੂੰ ਨਾ ਕੁਛ ਕਹੋ, ਇਹਨੂੰ ਨਾ ਕੁਛ ਕਹੋ, ਆਇਆ ਇਹਨੂੰ ਗੱਲ ਕਰਨ ਦਿਓ। ਤੇ ਜਦੋਂ ਆਮਰ ਸਾਹਿਬ ਦੀ ਮਾਂ ਭੈਣ ਇੱਕ ਕੀਤੀ ਅਗਲਿਆਂ ਨੇ, ਉਸ ਟਾਈਮ ਆਮਰ ਸਾਹਿਬ ਨੇ ਨਹੀਂ ਜੀ ਇੱਥੇ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਨਮੂਜ਼ ਤੇ ਹੁਰਮਤ ਹੋ ਰਹੀ ਹੈ, ਸ਼ਾਤਮੀਅਤ ਹੋ ਰਹੀ ਹੈ। ਪੋਲੀਟਿਕਸ ਨੂੰ ਸਮਝੋ ਪਲੀਜ਼, ਠੀਕ ਹੈ ਨਾ। ਕੋਈ ਇੱਥੇ ਜਿਹੜਾ ਜਿੰਨੇ ਆਉਂਦੇ ਉਹ ਸਾਰੇ ਕੰਨ ਥਾਣੀ ਕੋਈ ਨਹੀਂ ਰੋਟੀ ਪਾਉਂਦਾ, ਸਾਰੇ ਮੂੰਹ ਥਾਣੀ ਰੋਟੀ ਖਾਂਦੇ ਅਸੀਂ ਸਾਰੇ, ਠੀਕ ਹੈ ਨਾ। ਤੇ ਭਾਈ ਜਿਹੜਾ ਕੋਈ ਫਤਵਾ ਜਿਹੜਾ ਕੋਈ ਅਮਰ ਦਵੇ ਜਾਂ XYZ ਦਵੇ, ਕੋਈ ਫਤਵਾ ਨਹੀਂ ਹੈ ਜਿੰਨੀ ਦੇਰ ਤੱਕ ਕੋਈ ਮੁਫਤੀ ਹਜ਼ਰਾਤ ਉਹ ਵੀ ਸਰਟੀਫਾਈਡ ਮੁਫਤੀ ਨਾ ਹੋਣ। ਜਿਵੇਂ ਸਾਡੇ ਮੁਫਤੀ ਸਾਹਿਬ ਨੇ, ਠੀਕ ਹੈ ਨਾ, ਇੱਥੇ ਕਾਫੀ ਜ਼ਿਆਦਾ ਆਉਂਦੇ ਨੇ, ਤੇ ਉਹਨਾਂ ਦੇ ਕੋਲੋਂ ਅਸੀਂ ਲੈ ਸਕਦੇ ਹਾਂ। ਜਜ਼ਾਕਮ ਅੱਲਾ ਖੈਰ। अस्सलाम वालेकुम, मेरी आवाज़ ਦਵਾਈਆਂ ਦੀ ਮੰਜੀ ਠੋਕੋ ਤੇ ਮੈਂ ਜਿਹੜਾ ਨਾ ਆਇਆ ਜੀ। उस्मान भाई आवाज़ आ जी ठीक हो गया, जज़ाकल्लाह मलक भाई। जी 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 बाबर भाई आपकी आवाज़ आ रही है, जी करें बात। आवाज़ बिल्कुल ठीक है ये, बिल्कुल ठीक है। तो सही हो। माइक चेक करना सी, माइक सही हो गया। हथियार ਤੁਸੀਂ ਵੋਲੀ ਮਾਸ਼ਾਅੱਲਾ ਤੇਜ਼ ਕਰਕੇ ਰੱਖਦੇ ਹੋ, ਅੱਲਾਹ ਤਾਲਾ ਤੁਹਾਨੂੰ ਜਜ਼ਾਏ ਖੈਰ ਦੇਵੇ। अच्छा जी, पहले मेरा ना आज इरादा था कि शाह साहब की ना डिबेट जो है ना, वो पुरानी कोई डिबेट जो है ना वो निकाल के ना वो चलाई जाए और उसके ऊपर फिर बात की जाए। पुरानी कोई डिबेट चलाते हैं तो एक ना कादियानियों से मुनाजरे का तरीका, उसके ऊपर वीडियो बनाई है शाह जी ने, कादियानियों से मुनाजरे का तरीका। तो वो देखा होगा कि अक्सर वो चनियोटी साहब थे तो उन्होंने भी एक बार बयान दिया, उन्होंने कहा देखो कि जो कादियानी है ना, इनके साथ आपने बात करनी है ना तो कुरान और हदीस से इनका कोई ताल्लुक़ नहीं है, इनसे कुरान और हदीस नहीं, इनसे मिर्ज़ा कादियानी की कुतुब पे बात करें, ठीक है। आप ये आपसे दौड़ेगा, भागेगा, माफ़ियाँ मांगेगा कि किसी तरीके से ये किताब बंद कर दो। हमारे जो है ना वो होशो वास बल्कि तोते उड़ गए हैं और कानों के पास जनाब इनके धुआं निकलता है, वो धुएँ इनके निकलते हैं कि किसी तरीके से ये तो किताब बंद कर दें। और देखें कि माशाल्लाह शाह जी की सोहबत है, उनकी रहनुमाई है कि हम अल्हम्दुलिल्लाह, यानी कि कोई दावा नहीं हम करते, लेकिन ये है कि अल्लाह ताला जो है ना वो किसी ऐसी बात से, खुशामद से कोई बचाए। यानी कि हम कहते हैं कि शाह जी से सीखा है ना हमने, तो कादियानी आए वो कहे कि किताब जो है ना वो बंद कर दो और उसके ऊपर वो दलील दे कि मिर्ज़ा कादियानी की किताब तुम नहीं पढ़ सकते, उसके ऊपर वो दलाइल देने की कोशिश करे और हमें ब्लैक मोशनल जो है ना
टाइप हमें करे कि नहीं, क्या तुम मुसलमान नहीं हो, क्या तुमने कुरान पे बात ही नहीं करनी, क्या तुम कुरान से नफ़रत करते हो, क्या हदीस से नफ़रत करते हो। यानी कि वो इस तरह के इमोशनल डायलॉग बाजी हमारे साथ करे, ठीक है। तो अल्हम्दुलिल्लाह हमने इतना उस्ताद मोहतरम से, फिर अपने भाई ज़िया भाई से हमने वो सीखा हुआ है कि ये जिस तरफ से भी आके हमें इमोशनल ब्लैकमेल करें तो इनकी हम बातों में कभी भी नहीं आने वाले, बल्कि उनका जवाब भी मिर्ज़ा कादियानी की किताबों से दे के लाजवाब करने वाले हैं। लेकिन इनके धुएं निकलते हैं कि बस ये किताब किसी तरीके से बंद हो। किताब बंद नहीं होनी मरज़ई हो। जब कहते हैं जब तक मरज़ई कादियानी कुतुब ज़िंदा हैं, हर मरज़ई शर्मिंदा है। जब तक ये कुतुब ज़िंदा हैं तुम लोग इसकी एडिटिंग कर लो, तुम लोग अपने वेबसाइट के ऊपर इनके सफ़हात बदल दो, तहरीरात बदल दो। मिर्ज़ा कादियानी की कुतुब में तहरीफ खुद करते हैं, ये हिसाब लगाएं, खुद ये तहरीफ़ात अपने ही मिर्ज़ा कादियानी की कुतुब में करते हैं। कुरान में तो मिर्ज़ा कादियानी ने कर दी, झूठ बोले और उसने तहरीफ़ात की, अहदीस में तहरीफ़ात की, और उसने खुद कहा कि तहरीफ़ात करने वाला जो है ना वो खंजीर होता है, तहरीफ करने वाला खंजीर है। और ख़ुद मिर्ज़ा कादियानी अपने ही इस असूल पे खंजीर भी साबित होता है। भाई हम नहीं कह रहे कोई कादियानी जो है वो हमें गलत ना कहे, हम नहीं कह रहे। अच्छा ਭਾਈ ਆਮਰ ਜੀ ਭਾਈ ਕਾਲ ਚੱਕ ਲੋ ਤੇ ਦੂਜਾ ਥੋੜਾ ਜਿਹਾ ਇਨਫੋਰਮੇਸ਼ਨ ਦਿਓ ਜ਼ਿਆ ਭਾਈ ਦੀ ਐਪਲੀਕੇਸ਼ਨ ਕਿੱਥੇ ਪਹੁੰਚੀ ਹੈ। वो मैं भी ना थोड़ा जिहा होगी समान भाई बिजी हाँ, नाल मैं ਤੁਹਾਡੇ ਨਾਲ ਗੱਲ ਕਰੀ ਜਾ ਰਿਹਾ। ਇਹ ਵਾਕਈ ਗੁੱਜਰ ਭਾਈ ਦੀ ਗੱਲ ਬਿਲਕੁਲ ਠੀਕ ਹੈਗੀ ਆ ਕਿ ਇਹੀ ਲੋਕ ਲਾਗੇ ਬਿਠਾ ਕੇ ਔਰ ਸਾਡੇ ਖਤਮ ਨਬੂਵਤ ਦੇ ਮਜ਼ਾਹਰ ਜਿਹੜੇ ਆ ਨਾ, ਹੁਣ ਉਸਮਾਨ ਭਾਈ ਤੁਸੀਂ ਆ ਮਾਸ਼ਾਅੱਲਾ ਤੁਹਾਡੇ ਕੋਲ ਨੌਲੇਜ ਆ, ਮੈਂ ਕਹਿੰਦਾ ਕਿ ਅਮਨ ਨਜ਼ੀਰ ਨਾਲੋਂ ਤੁਹਾਡੇ ਕੋਲ ਜ਼ਿਆਦਾ ਨੌਲੇਜ ਆ, ਠੀਕ ਹੈ। ਉਹ ਤੋਂ ਬਾਅਦ ਬਾਬਰ ਭਾਈ ਆ ਮਾਸ਼ਾਅੱਲਾ, ਇਹਨਾਂ ਕੋਲ ਬਹੁਤ ਸਾਰਾ ਨੌਲੇਜ, ਠੀਕ ਹੈ। ਕਿਸੇ ਟਾਈਮ ਬੰਦਾ ਬਿਜ਼ੀ ਹੁੰਦਾ, ਕਿਸੇ ਟਾਈਮ ਨਹੀਂ ਹੁੰਦਾ, ਠੀਕ ਆ। ਅਸੀਂ ਆ ਜਾਂਦੇ ਆ ਪਿਆਰ ਮੁਹੱਬਤ ਨਾਲ, ਅਖਲਾਕ ਨਾਲ ਗੱਲ ਕਰੀਦੀ ਆ, ਆਪ ਚਾਸੀ ਦਾ ਇਹ ਹੁੰਦੀ ਹੈ ਮੁਹੱਬਤ। ਇਹ ਮੁਹੱਬਤ ਨਹੀਂ ਹੁੰਦੀ ਕਿ ਸਾਡਾ ਮਰਦ ਤੇ ਮਜ਼ਾਕ ਜਾਏ ਤਾਂ ਉਹਨੂੰ ਥੱਲੇ ਲਾ ਤੋ ਤੇ ਆਪਣਾ ਉਹਨਾਂ ਕਾਫਰਾਂ ਨੂੰ ਚੁੱਕ ਲਓ, ਉਹਨਾਂ ਦੇ ਸਾਹਮਣੇ ਸਾਡੀ ਇਨਸਲਟ ਤੇ ਉਹ ਆਪਣੀ आवाज़ आनी बंद हो गई अमर भाई ਤੁਹਾਡੀ। बाकी ये वा कि नॉलेज नहीं भाई, नॉलेज बिल्कुल नहीं है मेरे कोल। मैं ते दूसरे अहबाब ਨੂੰ सुन के ਜਿਹੜਾ ना कुछ चार लफज सिख लेना वा, कोई नॉलेज नहीं। अमर नज़ीर ਜਿਹੜੇ ਨੇ ਉਹਨਾਂ ਨੇ बड़ी मेहनत की है, बहुत अरसा उन्होंने कह लो कि अपनी ज़िंदगी कादियानियत ਨੂੰ पढ़न ते लगा दी है। लेकिन गल ये कि असी चार लफज पढ़ के ਜਿਹੜਾ ना समझौता नहीं करते। कोई फॉलोशिप ਦਾ फॉलोवरशिप वाह कराਉਣ ਦਾ ਇਹ ਢੰਗ ਨਹੀਂ ਸਿੱਖਿਆ ਉਲਮਾ ਕੋਲੋਂ, ਤੇ ਉਹਨਾਂ ਦੇ ਵਿੱਚ ਇਹ ਮੈਨੂੰ ਨਜ਼ਰ ਆਇਆ ਵਾ, ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕਰ ਦਿੱਤਾ ਹੈ। ਤੇ ਕਿ ਚਾਰ ਕਾदियानी ਨੇ ਉਹ ਬਸ ਉਹ ਮੇਰੀ ਗੱਲ ਸੁਣ ਕੇ ਕਹਿਣ ਕਿ ਵਾਹ ਜੀ ਵਾਹ, ਵਾਹ ਜੀ ਵਾਹ, ਭਾਈ ਇਹ ਬੰਦੇ ਨਾਲ ਗੱਲ ਨਾ ਕਰਿਓ, ਇਸ ਬੰਦੇ ਨਾਲ ਗੱਲ ਨਹੀਂ ਕਰਨੀ। ਤੇ ਉਹਦੇ ਇਵਜ਼ ਉਹਨਾਂ ਦੀਆਂ ਗੁਸਤਾਖੀਆਂ, ਉਹਨਾਂ ਦੇ ਮਾਮਲਾਤ ਘੰਟਾ 2-2 ਘੰਟੇ ਬਹਿ ਕੇ ਸੁਣਨਾ ਤੇ ਆਪਣੇ ਮੁਸਲਮਾਨ ਭਰਾਵਾਂ ਨੂੰ ਗਲਤ ਕਹਿਣਾ, ਇਹ ਜਿਹੜਾ ਨਾ ਉਹ ਫਿਰ ਉਹ ਕਹਿਣਾ ਕਿ ਜਿਹੜਾ ਇੰਨਾ ਇਲਮ ਸਿੱਖਿਆ ਪੜ੍ਹਿਆ ਉਹ ਫਿਰ ਕਿਸ ਕੰਮ ਆਇਆ। ਅੱਛਾ ਹਮਾਰੇ ਸਾਥ ਹੈ ਜੀ ਮਿਰਜ਼ਾ। ਮੈਂ ਤੇ ਇਹ ਗੁਫ਼ਤਗੂ ਜਿਹੜੀ ਨਾ ਇਸ ਤਰ੍ਹਾਂ ਦੀ ਗੱਲ ਮੈਂ ਕਰਦੇ ਰਹਿਣੀ ਹੈ, ਕਿਉਂਕਿ ਨਾ ਦੇਖੋ ਮੁਫਤੀ ਸਾਹਿਬ ਨੂੰ ਕੈਸਰ ਨੇ ਲਾਇਆ ਤੇ ਅਮਰ ਨਜ਼ੀਰ ਨੂੰ ਚਾਹੀਦਾ ਸੀ ਕਿ ਉਹ ਮੁਫਤੀ ਸਾਹਿਬ ਨੂੰ ਉਸਤਾਦ ਮੰਨਦਾ, ਤੇ ਉਹ ਮਲਕ ਕੈਸਰ ਦੀ ਬਰਾੜ ਦਾ ਅਮਰ ਨਜ਼ੀਰ ਬਾਈਕਾਟ ਕਰਦਾ, ਕਹਿੰਦਾ ਕਿ ਭਾਈ ਤਲਤ ਮਲਕ ਦੀ ਡਿਬੇਟ ਦੇ ਦੌਰਾਨ ਤੂੰ ਮੁਫਤੀ ਸਾਹਿਬ ਦੀ ਇਨਸਲਟ ਕੀਤੀ ਹੈ ਤੇ ਮੈਂ ਭਾਈ ਅਸੀਂ ਤੇਰੇ ਕੋਲ ਕਿਉਂ ਆਈ ਹਾਂ, ਮੈਨੂੰ ਚਾਹੀਦਾ ਸੀ। ਦੁਕਾਨ ਦੇ ਉਸਮਾਨ ਭਾਈ ਮੈਂ ਪਰਸੋਂ ਗਿਆ ਸੀ ਨਾ, ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਇਸੇ ਬਾਰੇ ਚ। ਮੈਂ ਨਾ ਮੈਨੂੰ ਇਹ ਜਿਹੜੀ ਆ ਸ਼ਾਤਮੀਅਤ ਆ ਜਿਹੜਾ ਇਹਨੇ ਜਿਹੜਾ ਬੋਲਿਆ ਨਾ ਕਾਸ਼ਾ ਭਾਈ ਨੂੰ ਐਂਡ ਵਾਲੇ ਲਫ਼ਜ਼, ਮੇਰੇ ਵੀ ਐਡੇ ਨੌਲੇਜ ਨਹੀਂ ਸੀਗੇ।
ਮੈਂ ਤੇ ਇਹਨੂੰ ਬਾਰ-ਬਾਰ ਗੱਲਾਂ ਹੋ ਰਹੀਆਂ ਸੀ, ਮੈਂ ਇਹਨੂੰ ਡਿਫਿਊਜ਼ ਕਰਨ ਗਿਆ ਸੀ ਆਪਣੇ ਨੂੰ ਨਾ। ਲੇਕਿਨ ਜੀ ਉੱਥੇ ਅਮਰ ਸਾਹਿਬ ਕਹਿੰਦੇ ਜੀ ਇਹ ਗੱਲ ਹੋਰ ਕਿਤੇ ਜਾ ਕੇ ਕਰੋ ਨਾ। ਮੈਨੂੰ ਕਹਿਣ ਲੱਗਾ ਕਿ ਇੱਥੇ ਗੱਲ ਨਾ ਕਰੋ, ਇੱਥੇ ਕਿ ਰੌਲਾ ਪਏਗਾ। ਮੈਂ ਯੂਸਫੀ ਨੂੰ ਕਿਹਾ ਕਿ ਮੈਂ ਯੂਸਫੀ ਭਾਈ ਮੈਂ ਤੈਨੂੰ ਪਹਿਲੇ ਕਿਹਾ ਸੀਗਾ ਗੱਲ ਕਰਨੀ ਠੀਕ ਹੈ ਇੱਥੇ, ਨਹੀਂ ਤਾਂ ਮੈਨੂੰ ਫੋਨ ਤੇ ਲੈ ਲਾ ਨਾ, ਮੈਂ ਤੇਰੇ ਨਾਲ ਉੱਥੇ ਗੱਲ ਕਰ ਲੈਂਦਾ। ਤੇ ਉਹ ਉੱਥੇ ਜੀ ਅਮਰ ਮੁੜ ਕੇ ਫਿਰ ਗੱਲ ਛੇੜਨ ਲੱਗਾ। ਮੈਂ ਕਿਹਾ ਆਪ ਹੀ ਤੇ ਕਹਿੰਦੇ ਇੱਥੇ ਗੱਲ ਨਾ ਕਰੋ, ਹੁਣ ਛੇੜਨੇ ਆ ਤੁਹਾਨੂੰ 16 ਘੰਟੇ ਸੁਣੀਦਾ, ਗਾਲੀਆਂ ਵਾਲਿਆਂ ਨੂੰ 16 ਘੰਟੇ ਸੁਣੀਦਾ। ਮੈਂ ਅਸੀਂ ਵੀ ਤੁਹਾਨੂੰ 18 ਘੰਟੇ ਸੁਣੀਦਾ ਇਹਨਾਂ ਦੇ ਨਾਲ, ਕਾਦੀਆਨੀਆਂ ਦੇ ਨਾਲ ਡਿਬੇਟਾਂ ਕਰਦੇ ਨਾ। ਖੈਰ ਐਨੀਵੇ ਉਹ ਮੇਰੇ ਹਿਸਾਬ ਨਾਲ ਨਾ ਐਡੀ ਕੋਈ ਉਹਦੀ ਬੰਦੇ ਦੀ ਇੰਪੋਰਟੈਂਸ ਨਹੀਂ ਹੈਗੀ, ਠੀਕ ਹੈ ਨਾ। ਕਹਿੰਦੇ ਨਾ ਸਿਆਣੇ ਕਹਿੰਦੇ ਨਾ ਅਗਲੇ ਬੰਦੇ ਦੇ ਲੈਵਲ ਤੱਕ ਨਾ ਜਾਓ, ਉਹਦੀ ਐਡੀ ਜ਼ਾਤ ਔਕਾਤ ਨਹੀਂ ਹੈ। ਸਾਡੇ ਮੁਫਤੀ ਸੈਯਦ ਮੁਬਸ਼ਰ ਸ਼ਾਹ ਸਾਹਿਬ ਦੇ ਜੋੜਿਆਂ ਦੇ ਨਾਲ ਵੀ ਨਹੀਂ ਰਲ ਸਕਦਾ। ਉਹਨੂੰ ਚਾਹੀਦਾ ਸੀਗਾ, ਸ਼ਾਹ ਸਾਹਿਬ ਨੇ ਕਿਤੇ ਉਹਦੀ ਕੰਡ ਨਹੀਂ ਲੱਗਣ ਦਿੱਤੀ, ਅੱਜ ਤੱਕ ਬੈਕਅਪ ਕੀਤਾ ਹੈ ਕਿ ਇਕੱਠ ਬਣਿਆ ਰਵੇ, ਇਹ ਜਿਹੜਾ ਸਾਡਾ ਇਕੱਠ ਬਣ ਕੇ ਚੱਲ ਰਿਹਾ। ਲੇਕਿਨ ਜਦੋਂ ਕੁਫਰੀਆ ਕਲਮੇ ਹੋਣਗੇ, ਮਲਕ ਕੈਸਰ ਵਰਗੇ ਬੰਦੇ ਕੁਫਰੀਆ ਕਲਮੇ ਕਰਨਗੇ, ਉੱਥੇ ਫਿਰ ਸ਼ਾਹ ਸਾਹਿਬ ਕੀ ਕਹਿਣਗੇ? ਸ਼ਾਹ ਸਾਹਿਬ ਨੇ ਤੇ ਜੋ ਫਿਕਾ ਨੇ ਕਹਿਣਾ ਹੈ, ਜੋ ਕੁਰਾਨ ਹਦੀਸ ਨੇ ਕਹਿਣਾ, ਸ਼ਾਹ ਸਾਹਿਬ ਨੇ ਤੇ ਉਹੀ ਅਪਲਾਈ ਕਰਨਾ ਹੈ ਨਾ। ਤੇ ਦੂਜਾ ਮੈਂ ਤੁਹਾਨੂੰ ਰਿਕੁਐਸਟ ਕੀਤੀ ਹੈ ਜ਼ਿਆ ਭਾਈ ਦੀ ਐਪ ਕਿੱਥੇ ਤੱਕ ਪਹੁੰਚੀ ਉਸਮਾਨ ਭਾਈ, ਉਹਦੇ ਬਾਰੇ ਦੱਸਣਾ ਅਗਰ ਕੋਈ ਨੌਲੇਜ ਹੈ। ਜੀ ਮੈਂ ਨਾ ਬਕਾਇਦਾ ਉਹਦੀ ਡਿਟੇਲ ਲੈ ਕੇ ਨਾ ਤੇ ਗੁਜਰ ਭਾਈ ਅਸਲਾਨ ਭਾई फिर मैं दस दूँगा इंशाल्लाह। अच्छा मिर्ज़ा साहब आए हैं जी कोई हमारे साथ। जी मिर्ज़ा साहब अस्सलाम वालेकुम उस्मान भाई, क्या हाल है? ठीक ठाक हो? क्या हाल है सारे भरावां दा? ठीक ठाक ने? अल्हम्दुलिल्लाह बिल्कुल ठीक ठाक। उस्ताद मोहतरम नहीं आए आज? मुफ्ती साहब नहीं आए आज? नहीं आए थे अभी, लेकिन क्योंकि वो सफ़र में हैं इराक़ के, तो फिर निकलना मामलात है, तो इसलिए ज़रा हाँ यानी कि सिर्फ 5-10 मिनट के लिए आए थे, चले गए। अच्छा माशाल्लाह, चलें जी, अच्छी बात है। बस मैं तो पता है जब भी मुझे नज़र आता है कि आप लोग ऑनलाइन हैं तो मैं आ जाता हूँ, तो चलें कुछ सीखने को मिलता है आप लोगों से, तो इसलिए हम लोग आ जाते हैं। अच्छा उस्मान भाई, एक सवाल है मेरे जहन में आ रहा है। मैंने वैसे मिर्ज़ा इंजीनियर को कभी सुना नहीं है, तो इतना ही पता है कि वो लानती है, तो इसका वैसे है क्या सीन, क्या है, क्या बैकग्राउंड क्या है, क्या चीज़ क्या है, ये किस चीज़ के हवाले से ये बंदा बात कर रहा होता है, क्या मामलात हैं इसके, तो समझ से बाहर है। बाकी इसके जो बड़े मिर्ज़ा साहब हैं उनको तो बड़े अच्छे से जानते हैं, मैं साहब तो कभी नहीं बोलूँगा उसको, बड़े मिर्ज़ा को तो जानते एथियस्ट हैं। है वो, असल में ना एथियस्ट है और इस्लाम से बेजार, और वो एक मुल्हिद है। और जो भी उसको मतलब कि अब वो कादियानी भी उसका इस्तेमाल करते हैं, तो वो कादियानियों की तरफ से बोल लेगा, उसको फॉलोअरशिप चाहिए तो वो मुल्हिदों के हक़ में बोलेगा। यानी कि जिस तरीके से भी उसको कोई मौका मिलेगा कि मैं इस्लाम पर हमला करूं, तो वो छोड़ेगा नहीं। अच्छा ठीक है, अच्छा तो अच्छा एक अच्छा, वो यानी मुल्हिद मुनाफ़क़त है। का आला दर्जा रखते हैं ये। जी वो एक मुल्हिद है और पक्का कादियानी है अब, और उसके कायदे अच्छा नज़रियात। अब देखें एक मुल्हिद है तो कादियानी भी असल में मुल्हिद ही होता है, ठीक है, तो उसको लिहाज से हम ये भी कह सकते हैं कि वो कादियानी भी है। तो अब एक ही जगह पे वो रह के जब कादियानियों से उसे पैसा मिलेगा तो वो उनके हक़ में ज़रूर बात करनी चाहेगा, ताकि आपस में ये लड़ें, ये इस्लाम बेज़ारी हो, मुसलमान आपस में लड़ें, और फिर कादियानियों के साथ डिबेट हो, और फिर वो तो कादियानी खुद कहते हैं भाई ये हम इसके बड़े शुक्रगुजार हैं, ये हमारे पास बंदे भेजता है, यानी कि हमारे ख़िलाफ़ बात करता है। लोग फिर बाहर निकलते हैं, फिर वो हमारी बातें सुनते हैं, और फिर कोई ना कोई गुमराह तो हो ही जाता है। कोई बिल्कुल ऐसे ही। कादियानी कहते हैं कि भाई ये हमारे लिए काम कर रहा है, वीडियो हमारे पास मौजूद है। दूसरा कि वो कादियानी ना भी कहें, इसके जो अकायद व नज़रियात हैं वो है, वो सब पे वाज़ेह है कि वो कादियानी वाले हैं। तो लेकिन जहाँ तक उलमा की राय मैंने पाई है, और मैंने जो खुद अपनी बिहाफ पे जो सर्च की है, और इसके झूठ और कुफर और नबी सल्लल्लाहु अलैहि वसल्लम की तौहीन, अल्लाह की तौहीन और इस्लाम के साथ जो मजाक कर रहा है, वो एक एथियस्ट ही कर सकता है, इससे बढ़ के और कोई नहीं है। ये एक एथियस्ट है, ये एक मुल्हिद है। अच्छा चलें, बदकिस्मती से कि ये है कि जेलम का रहने वाला है और मेरी पैदाइश भी जेलम की है। अस्सलाम तो, तो मैंने इसलिए जो है ना मैंने पूछा, मैंने कहा यार ये क्या सीन क्या है इस बंदे का,
تو ایک دو ویڈیو میں نے کو دیکھی تھی، کو مفتی مسعود صاحب گئے تھے ایک دفعہ جیلم، اور میرے استاد محترم بھی گئے تھے علامہ محمد حنیف قریشی صاحب، تو وہ بھی گئے تھے، تو انہوں نے اس نے میرے خیال سے ان کو فیس نہیں کیا تھا، تو یہ ان کو ملا بھی نہیں تھا۔ جی بالکل یہ تو کافی بار یہ کام ہو چکا ہوا ہے، تو یہ ہوتا ہی رہنا ہے، یہ ہوتا ہی رہنا، تو وہ باطل ہوتے ہیں تو ان کا کام یہی ہوتا ہے۔ وہ ایک اللہ تعالیٰ مہلت بھی دیتا ہے مسلمانوں کی بھی، کہہ لیں کہ آنکھیں کھولنے کے لیے نا، یہ ہم پہ مسلط بھی کیے جاتے ہیں کہ اب آنکھیں کھولو، اب آنکھیں کھولو۔ کب آنکھیں کھولو گے؟ جب نسلیں تباہ ہو جائیں گی۔ قادیانی جب تھا آیا، اس نے اسی طرح جیسے مرزا انجینئر نے، وہ بھی ایک ملحد تھا، اس نے بھی یہی علماء کے خلاف باتیں کر کے اسلام کو توڑ موڑ کے پیش کیا، اور کہا کہ مجھے سب سے زیادہ سمجھ آیا، تو اس نے وہ پیش کر کے لوگوں کو گمراہ کیا۔ تب بھی علماء نے کہا کہ نہ بھائی، کچھ نے کہا نہ انہوں کچھ نہ کہو، یہ تو بہت ہی جڑا ہے نا کتاباں لکھ رہا ہے، انہوں کچھ نہ کہو۔ علماء نے تب بھی کہا تھا نہیں آنکھیں کھولو، تب آنکھیں کھولو گے جب نسلیں تباہ ہو جائیں گی۔ دیکھیں آج ایک کلٹ بن گیا کہ نہیں، وہی وقت دہرایا گیا ہے، اللہ تعالیٰ نے وہ دکھایا ہے کہ تم لوگ جو ہے وہ آنکھیں کھولو، نسلیں تباہ ہو جائیں گی۔ دیکھو کتنے قادیانی بیچارے جب اس دور میں مرتد ہوئے تو ان کی نسلیں آگے جو ہیں وہ خراب ہوئیں، اور کہاں کہاں در بدر یہ بھٹک رہے ہیں۔ عثمان وہ تو بھائی، مسلمان ہے، وہ درد دل رکھتا ہے۔ جی ਭਾਈ ਹੋਰਾਂ ਨੇ ਮਿਰਜ਼ਾ ਭਾਈ ਨੇ ਕਿਹਾ ਕਿ ਮਿਰਜ਼ਾ ਜੂਨੀਅਰ ਜਿਹੜਾ ਹੈਗਾ ਨਾ, ਇਹਨਾਂ ਨੇ ਇੱਕ ਵਰਡ ਯੂਜ਼ ਕੀਤਾ ਸੀ ਮੇਰੇ ਖਿਆਲ ਵਗੈਰਤ ਦਾ ਇਹਦੇ ਆਸਤੀ। ਥੋੜੀ ਜਿਹੀ ਇਹਦੇ ਤੇ ਵੀ ਤੁਸੀਂ ਵੀ ਰੋਸ਼ਨੀ ਪਾਓ। ਉਸਮਾਨ ਭਾਈ ਨੇ ਤਾਂ ਕਿੰਨੀ ਵੱਡੀ ਰੋਸ਼ਨੀ ਪਾਤੀ, ਬਲਕਿ ਉਸਮਾਨ ਭਾਈ ਨੇ ਤੇ 1000 ਵਾਟ ਦਾ ਬਲਬ ਲਾਤਾ ਉਹਦੇ ਉੱਤੇ, ਉਹਦੇ ਅਕਾਇਦ ਦੇ ਬਾਰੇ। ਤੁਸੀਂ ਕੀ ਜਾਣਦੇ ਸੀਗੇ ਇਹਦੇ ਬਾਰੇ ਦੇ ਵਿੱਚ ਨਾ, ਮਿਰਜ਼ਾ ਜੂਨੀਅਰ ਦੇ ਬਾਰੇ 'ਚ? यार काशिफ भाई आए हैं, वेलकम काशिफ भाई, कैसे हैं आप? ठीक ठाक हैं? ਜੀ ਅਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ। ਤੂੰ ਪਹਿਲਾਂ ਚੁੱਸ ਮਾਰ ਲੈਣਾ, ਚੰਗੀ ਭਲੀ ਉਸਮਾਨ ਗੱਲ ਕਰ ਰਿਹਾ ਸੀ। ਚੁੱਸ वालेकुम ਮਾਰ, अस्सलाम। ਸ਼ਾਇਦ ਕੋਲ ਬਹਿ ਬਹਿ ਕੇ ਤੈਨੂੰ ਵੀ ਚੁੱਸ ਦੀ ਆਦਤ ਪੈ ਗਈ ਹੈ। ਹੋਰ ਸੁਣਾਓ, ਠੀਕ ਹੋ, ਖੈਰੀਅਤ ਹੈ? کریم لگایا کرو وائٹ کرنے والے، او ویلا تھلے کی میسج آ رہے ہیں تیرے جی، واسطے۔ مرزا قادیانی جو ہے نا، مرزا صاحب، مرزا قادیانی، اس نے بھی یہ جو اب جس طرح کہ یہ دعویٰ جات کرتا ہے نا، جس طرح کہ یہ خباستیں کرتا ہے، تو وہ شروع میں دعوے نبوت کر کے نہیں بیٹھ گیا تھا، وہ بھی آہستہ 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 اس نے اپنی ایک روٹین سیٹ کی ہے، حالات جو سازگار ہوئے، پھر اس نے وہ معاملات کرنے شروع کیے، اور معاملات ایسے کر کے پھر اس نے دعویٰ جات اور اللہ کی گستاخیاں، پھر نبی اس نے خود محمد ہونے کا دعویٰ کر دیا۔ تو اسی طرح جیسے جیسے اس کو حالات سازگار ملتے جائیں گے، اس کے حق میں ملتے جائیں گے، ویسے ویسے یہ اپنا الہاد بڑھاتا جائے گا، اور تب تک جو ہے وہ لوگوں کے پاس وقت نہیں ہوگا، نسل تباہ ہو چکی ہوگی۔ اب جتنی پوز ہے، نسل ہے گندی، وہ جناب علماء سے تو بغض اتنا رکھتی ہے، سارا کس کی وجہ سے؟ ان لوگوں کی وجہ سے، قادیانیت کی وجہ سے علماء سے بغض ہے، اور یہ دیکھیں یہ بھگتیں گے اور انہی پہ مسلط کیے جائیں گے۔ تو ہم تو صرف سمجھا ہی سکتے ہیں، علماء تو سمجھا ہی سکتے ہیں بات، لیکن بھگتنا انہوں نہیں ہے۔ اور ابھی بھی وقت ہے، ہم تو ایک جو مسلمان ہیں وہ تو ایک امید لیے بیٹھا ہوتا ہے، لیکن یہ نبی علیہ الصلوۃ والسلام کی زبان مبارک سے جو الفاظ ادا ہوئے نا، یہ فتنے بارش کی طرح برسیں گے، اور پھر جو حالات وہ بیان کیے قیامت کی نشانیوں میں، وہ ہوں گے ہی ہوں گے۔ تو جو اپنے دل کو عاجزی کے ساتھ جو ہے اللہ کے ساتھ جوڑنے کی کوشش کرے گا، اس کے بندوں کے ساتھ جوڑنے کی کوشش کرے گا، اس کے محبت محمد مصطفیٰ صلی اللہ علیہ وآلہ وسلم رکھے گا، تو وہ ہی جو ہے نا وہ کامیاب رہے گا، اور وہی سوچے گا کہ واقعی یہ دور جو ہے نا، اس میں ہمیں سمجھ جانا چاہیے، پلٹ جانا چاہیے۔ جو نہیں پلٹے گا وہ پھر ایسی گمراہی میں آپ کے اپنی نسلیں بھی تباہ کرے گا۔ اللہ تعالیٰ ہدایت دے جی سب کو، اللہ تعالیٰ جو ہے نا سب کو سیدھے راستے پہ لے کے آئے، دعا ہی ہے۔ میں نے ایک دو چیزیں دیکھی ہیں یہاں پہ، کیونکہ ٹک ٹاک اس سے پہلے میں نے کبھی یوز نہیں کیا تھا، تو یہ ویسے ہی بس ایک شاید میری غلطی ہے،
تو میں اس کو خیر اچھا نہیں سمجھوں گا، کیونکہ ٹک ٹاک کے اوپر کافی قسم کے لوگ بیٹھے ہوئے ہوتے ہیں. میں نے پچھلے دنوں میں 2-3 دن میں لگاتار میں نے 1-2 چیزیں دیکھی کہ یہاں پہ جس طرح ابھی آپ لوگ جیسے لائیو بیٹھے ہوئے باتیں کر رہے ہیں نا، تو وہاں پہ کچھ لوگ بیٹھے ہوئے تھے اور وہ بات کر رہے تھے. انہوں نے لگائی ہوئی تھی اپنی اس کے اوپر ڈی پی کے اوپر جو پکچر لگائی ہوئی تھی وہ صحابہ کرام کے لیے ان کی لگائی ہوئی تھی، اور نیچے یہ لکھا ہوا تھا کہ جو لوگ ان کو گالیاں دیں گے وہ ہمیں گالیاں دیں گے. ایک تو غلط چیز اس نے یہ لکھی ہوئی تھی، اور اس کے بعد وہاں پہ ایک بندہ آیا جو میرے خیال سے شاید سنی تھا، اور اس نے آ کے ان براڈ والوں کو جب گالیاں دی تو اس کی یہ غلطی تھی کہ اس نے ان کو گالی دی. اور اس کے بعد وہ جو براڈ والا بندہ تھا جو اس کو ہوسٹ کر رہا تھا، اس نے لگاتار کو 15 منٹ صحابہ کرام رضوان ارے اللہ علیہ چھوڑے وہ اجمعین کو گالیاں دیں، جی بکواسات چھوڑے کی. چھوڑے چھوڑے تو بڑا یقین کریں اس سے وہ دل ٹک دکھا ٹاک کے پہ یعنی ہو رہا ہے، بہت کچھ ہو رہا ہے. جی وہ جی. سارے ملحد بیٹھے ہوئے ہیں، وہ عثمان سارے رافضی ملحد بیٹھے ہوئے ہیں. چھوڑے کپڑے تو کپڑے لا کے ਲੱਤਾਂ ਰੱਖਦੇ ਪਏ ਉਹਨਾਂ ਦੇ ਮਿਰਜ਼ੇ ਦੇ ਉੱਤੇ ਪੈਂਟ ਪੁੰਟ ਵੀ ਕੋਈ ਨਹੀਂ ਪਾਈ अच्छा ये मिर्जा भाई बात भला جی جی. क्या है ये यहाँ ना बड़े मुनाफिक लोग हैं एनी हाउ जो भी मर्जियों के हक में बोलता है ना एनी हाउ कोई भी तो हम उसको गलत ही बोलते हैं इसने एक नहीं बड़े ज्यादा बयान उनके हक में दिए हैं मर्जियों के तो इसलिए हम इसको गलत बोलते हैं ان کا तो حمایتی بھی تو مرضی ہی ہوگا نا، پھر بات تو ادھر ہی وہ آ گئی نا. بالکل 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 یہی بات ہے ہمارے جو جیسا آپ جیسا بندہ تو کبھی بھی پسند نہیں کرے گا ان کو. اور انہی میں سے اٹھایا جائے گا نا جس بالکل کا اٹھایا وہ جائے گا. اور ہماری زندگی کی تمام جتنے بھی دن ہیں نا، ان سب دن کی اور ہر دن کی نئی لعنت ان کے اوپر جو ہمارے نبی کریم صلی اللہ علیہ وسلم کے بارے میں بغض رکھتا ہو اور ان سے محبت نہ کرے اور بلکہ ان کے بارے میں انتشار پھیلائے، تو وہ چیز تو کبھی بھی ایکسیپٹ نہیں ہوگی. پاکستان میں تو خیر کبھی بھی نہیں ہوگی، دوسرے ملکوں کی ہم بات نہیں کر سکتے ہیں کیونکہ ہم پاکستان سے ہیں اور پاکستان میں ہی ہم ان چیز کا دفاع کریں گے. باقی جہاں تک ہماری کوشش ہے ٹھیک ہے ہم نا. کریں گے. ہمارے جو ہے مال بیوی بچے ماں باپ بہن بھائی سب قربان آپ سرکار صلی اللہ علیہ وسلم کے اوپر. ابھی نا میری 2 دن پہلے ڈیبیٹ ہوئی ایک قادیانی سے، تو جب مرزا قادیانی کی بات کا اس نے جواب نہیں دیا کہ بھئی وہ پہلے شرک کرتا رہا خود اور حیات عیسیٰ مانتا رہا، اسی قرآن کو لے کر اس نے حیات عیسیٰ لکھی، اسی قرآن کے اوپر اس کو پہلے بھی اللہ سے وہی پا کے اس نے حیات عیسیٰ لکھی اور بعد میں وہی پا کے کہہ رہا ہے نہیں 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 اللہ کو غلطی ہو گئی، انہوں نے مجھے سمجھاتا ہے نہیں عیسیٰ علیہ السلام تو وفات پا گئے ہیں. میں کہا دیکھو یہ تو اتنا بڑا دجل جو ہے نا وہ کرنے کی بات عثمان کر رہے بھائی ہیں. حضور کو پیر ہو رہے ہیں. اچھا اپنا